ਸਤਰੰਗੀ ਰੇਨਬੋ ਪ੍ਰੋਗਰਾਮ ਦੇ ਸਰੋਤਿਆਂ ਨੂੰ ਔਰ ਦਰਸ਼ਕਾਂ ਨੂੰ ਅੱਜ ਜਾਣ ਕੇ ਖੁਸ਼ੀ ਹੋਊਗੀ ਕਿ ਅਸੀਂ ਲੈ ਕੇ ਆਏ ਹਾਂ ਤੁਹਾਡੇ ਸਨਮੁਖ ਸ਼੍ਰੀ ਸਤਪਾਲ ਸਿੰਘ ਜੌਹਲ ਹੋਣਾ ਨੂੰ। ਔਰ ਇਹ 9 ਐਂਡ 10 ਜਿਹੜਾ ਵਾਰਡ ਆ ਬਰੈਂਪਟਨ ਦਾ, ਉਹਦੇ ਵਿੱਚ ਇਹ ਟਰਸਟੀ ਆ। ਔਰ ਮੇਰੀ ਪਹਿਲੀ ਇਹਨਾਂ ਨਾਲ ਮੁਲਾਕਾਤ ਹੋਈ ਸੀ ਇੱਕ ਕਾਨਫਰੰਸ ਦੇ ਵਿੱਚ, ਅਸੀਂ ਇਕੱਤਰ ਹੋਏ ਸੀ। ਇਹ ਇੱਕ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਇਨਸਾਨ ਆ ਔਰ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਸੀ ਇਹਨਾਂ ਨੇ ਕਿ ਇਹਨਾਂ ਦੀ ਕਈ ਵਿਸ਼ਿਆਂ 'ਤੇ ਪਕੜ ਵੀ ਜਿਹੜੀ ਆ ਵੈਰੀ ਕੰਕਰੀਟ ਆ, ਨਾਟ ਔਨ ਬੇਸਡ ਔਨ ਓਨਲੀ ਨਿਊਜ਼ਪੇਪਰਸ ਐਂਡ ਮੈਗਜ਼ੀਨਸ। ਇਹਨਾਂ ਦੀ ਇੱਕ ਓਰੀਜਨਲ ਸੋਚ ਆ ਔਰ ਇੱਕ ਇਹਨਾਂ ਦਾ ਜਿਹੜਾ ਮੋਰਲ ਵਿਜ਼ਨ ਆ ਨਾ, ਉਹ ਇੱਕ ਬਹੁਤ ਉਸਾਰੂ ਆ ਔਰ ਬੜਾ ਹੈਲਥਫੁਲ। ਸੋ ਬਹੁਤ ਨਿੱਘਾ ਸਵਾਗਤ ਆ ਜੀ ਜੌਹਲ ਸਾਹਿਬ ਸਾਡੇ ਸਟੂਡੀਓ ਵਿੱਚ। ਬਹੁਤ ਬਹੁਤ ਧੰਨਵਾਦ ਪਲਨ ਜੀ ਤੁਹਾਡਾ, ਤੁਹਾਡੇ ਸਾਰੇ ਦਰਸ਼ਕਾਂ ਦਾ, ਅਤੇ ਅਸੀਂ ਸਭ ਨੂੰ ਭੈਣ ਭਰਾਵਾਂ ਨੂੰ ਜੀ ਆਇਆਂ ਨੂੰ ਵੀ ਆਖਦੇ ਹਾਂ। ਅਤੇ ਤੁਸੀਂ ਅੱਜ ਇਸ ਸਟੂਡੀਓ ਦੇ ਵਿੱਚ ਬੁਲਾ ਕੇ ਜੀ ਵੀ ਇਸ ਸਾਨੂੰ ਯੋਗ ਸਮਝਿਆ, ਇਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਲਨ ਸਾਹਿਬ। ਧੰਨਵਾਦ ਜੀ ਤੁਹਾਡੇ ਆਉਣ ਦਾ ਜਨਾਬ। ਸੋ ਜੌਹਲ ਸਾਹਿਬ, ਤੁਹਾਡਾ ਟਾਈਮ ਬੜਾ ਪ੍ਰੈਸ਼ੀਅਸ ਹੁੰਦਾ ਅਤੇ ਟਾਈਮ ਤੁਹਾਡਾ ਨਾ ਵੇਸਟ ਕਰੀਏ ਤਾਂ ਮੈਂ ਸਿੱਧਾ ਹੀ ਸਵਾਲਾਂ ਵੱਲ ਜਾਂਦਾ ਕਿ ਵੱਖਰੇ ਵੱਖਰੇ ਵਿਸ਼ਿਆਂ ਉੱਤੇ ਤੁਸੀਂ ਕਮਿਊਨਿਟੀ ਨੂੰ ਜਾਣੂ ਕਰਾਉਂਦੇ ਰਹਿੰਦੇ ਅਕਸਰ, ਈਮੇਲ ਰਾਹੀਂ ਜਾਂ ਮੈਸੇਜਿਸ ਰਾਹੀਂ ਜਾਂ ਤੁਹਾਡੇ ਲੈਕਚਰਸ ਰਾਹੀਂ ਜਾਂ ਤੁਹਾਡੀ ਕਨਵਰਸੇਸ਼ਨ ਰਾਹੀਂ। ਤੁਸੀਂ ਜਿਹੜੇ ਸਟੂਡੈਂਟਸ ਆ ਉਹਨਾਂ ਦੀ ਮੈਂ ਦੇਖਣ ਵਿੱਚ ਆਇਆ ਕਈ ਵਾਰੀ ਕਿ ਉਹ ਅੱਜ ਕੱਲ੍ਹ ਭਟਕੇ ਹੋਏ ਆ। ਵੈਸੇ ਤਾਂ ਕਿ ਜਿਹੜੀ ਯੂਥ ਹੁੰਦੀ ਆ ਉਹ ਹੁੰਦੀ ਇੱਕ ਕਹਿੰਦੇ ਰੈਸਟਲੈਸ ਆ, ਰਡਰਲੈਸ ਆ, ਅਤੇ ਅੱਜ ਕੱਲ੍ਹ ਜਿਹੜਾ ਇੱਕ ਲੱਤ ਹੀ ਕਹਿ ਸਕਦੇ ਆ ਇਹਨਾਂ ਨੂੰ ਪੈ ਗਈ ਆ ਕਿ ਫੋਨ ਵਗੈਰਾ ਦੀ, ਫੋਨ ਰੱਖਦੇ ਆ, ਸਕੂਲਾਂ 'ਚ ਫੋਨ ਲੈ ਕੇ ਜਾਂਦੇ ਆ। ਕੀ ਤੁਹਾਡਾ ਕੀ ਵਿਚਾਰ ਆ ਕਿ ਉਹ ਉਹਨਾਂ ਦੀ ਦੁਰਵਰਤੋਂ ਤਾਂ ਨਹੀਂ ਕਰ ਰਹੇ ਹੁੰਦੇ ਜਦੋਂ ਸਕੂਲ 'ਚ ਫੋਨ ਦੀ ਇਸਤੇਮਾਲ ਕਰਦੇ? ਪਲਨ ਜੀ ਬਹੁਤ ਅੱਛਾ ਸਵਾਲ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਵੀ ਕੋਈ ਵੀ ਜਿਹੜਾ ਇਨਸਾਨ ਆ ਇਸ ਧਰਤੀ 'ਤੇ ਜਦੋਂ ਬੱਚਾ ਪੈਦਾ ਹੁੰਦਾ ਅਤੇ ਉਹ ਸੈੱਲਫੋਨ ਨਾਲ ਲੈ ਕੇ ਨਹੀਂ ਆਉਂਦਾ। ਸੋ ਜੋ ਕੁਛ ਵੀ ਇਸ ਜਹਾਨ ਦੇ ਵਿੱਚ ਉਹਨੂੰ ਮਿਲਦਾ ਜੀ ਵੀ ਉਸ ਦਾ ਹੀ ਉਹ ਜੇ ਫਰਜ਼ ਕੀਤਾ ਵੀ ਅਮਲੀ ਹੋ ਗਿਆ ਜਾਂ ਐਡਿਕਟ ਹੋ ਗਿਆ, ਇਹ ਅੱਗੇ ਚੱਲ ਕੇ ਮਿਲੇ ਹੋਏ ਹਾਲਾਤਾਂ 'ਤੇ ਆਧਾਰਿਤ ਹੁੰਦਾ। ਪਰ ਅਸੀਂ ਵੱਡੀ ਤਾਦਾਦ ਵਿੱਚ ਦੇਖ ਰਹੇ ਹਾਂ, ਜਿਸ ਤਰ੍ਹਾਂ ਇਹ ਇੰਟਰਨੈਟ ਦੀ ਗੱਲ ਕਰੀਏ, ਆਪਾਂ ਕੰਪਿਊਟਰ ਦੀ ਗੱਲ ਕਰੀਏ, ਸੋਸ਼ਲ ਮੀਡੀਆ ਦੀ ਗੱਲ ਕਰੀਏ, ਇਹ ਜਿੰਨੀਆਂ ਵੀ ਡਿਵਾਈਸਿਸ ਹੈਗੀਆਂ, ਫੋਨ ਹੋਇਆ, ਟੈਬਲੇਟ ਹੋਏ, ਆਈਪੌਡ ਹੋਏ, ਵੀ ਇਹ ਹੈ ਕਿ ਤਾਂ ਮਹਾਨ ਖੋਜਾਂ, ਸਾਡਾ ਮਨੁੱਖੀ ਜੀਵਨ ਇਸ ਨੂੰ ਕਿਸੇ ਬੁਲੰਦੀ ਵੱਲ ਲਿਜਾਣ ਦੇ ਲਈ ਇਹਨਾਂ ਦਾ ਮਕਸਦ ਆ। ਪਰ ਨੈਚੁਰਲੀ ਆ ਵੀ ਇਹ ਦੋ ਸਿੱਕੇ ਦੇ ਪਹਿਲੂਆਂ ਦੇ ਵਾਂਗੂ ਜੀ ਵੀ ਜਿੱਥੇ ਉੱਥੇ ਚੰਗੇ ਰਸਤੇ ਬਹੁਤ ਨੇ ਸੋਸ਼ਲ ਮੀਡੀਆ 'ਤੇ, ਭਟਕਣ ਦੇ ਰਸਤੇ ਵੀ ਬਹੁਤ ਨੇ। ਪਰ ਉਹਦੇ ਵਿੱਚ ਸਮੱਸਿਆ ਸਾਨੂੰ ਸਕੂਲਾਂ ਦੇ ਵਿੱਚ ਇਹ ਆ ਰਹੀ ਆ ਵੀ ਜਿਹੜੇ ਤਾਂ ਬੱਚੇ ਬਹੁਤ ਵਧੀਆ ਆਪਣੇ ਪੇਰੈਂਟਸ ਨੇ ਜੇ ਉਹਨਾਂ ਨੂੰ ਡਿਵਾਈਸਿਸ ਦਿੱਤੀਆਂ ਅਤੇ ਪੇਰੈਂਟਸ ਉਹਨੂੰ ਸੁਪਰਵਾਈਜ਼ ਘਰਾਂ ਦੇ ਵਿੱਚ ਮੋਨੀਟਰ ਵੀ ਕਰ ਰਹੇ ਆ ਅਤੇ ਉਹਦੇ ਨਾਲ ਇਸ ਟੈਕਨੋਲੋਜੀ ਦਾ ਬੜਾ ਲਾਭ ਵੀ ਉਠਾ ਰਹੇ ਆ ਵੱਡੀ ਤਾਦਾਦ ਦੇ ਵਿੱਚ ਬੱਚੇ। ਪਰ ਕਾਫੀ ਤਾਦਾਦ ਉਹਨਾਂ ਬੱਚਿਆਂ ਦੀ ਵੀ ਹੈ ਜਿਹੜੇ ਭਟਕੇ ਹੋਏ ਨੇ। ਉਹਨਾਂ ਦੇ ਵਿੱਚੋਂ ਕਈ ਵਾਰੀ ਸਾਨੂੰ ਇਹ ਵੀ ਲੱਗਦਾ ਹੁੰਦਾ ਵੀ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਕਿਉਂਕਿ ਆਮ ਲੋਕ ਵੀ ਭਟਕੇ ਹੋਏ ਆ, ਜਿਨ੍ਹਾਂ ਦੇ ਵਿੱਚ ਕਿ ਨੈਚੁਰਲੀ ਪੇਰੈਂਟਸ ਵੀ ਹੈਗੇ ਆ, ਅਤੇ ਜਿਹੜਾ ਆਪ ਪੇਰੈਂਟਸ ਚੈਟ ਗਰੁੱਪਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਭਟਕੀ ਹੋਊ ਅਤੇ ਉਹ ਆਪਣੇ ਬੱਚਿਆਂ ਨੂੰ ਨੈਚੁਰਲੀ ਜਾਂ ਫਿਰ ਨਹੀਂ ਜੀ ਸੁਪਰਵਾਈਜ਼ ਕਰ ਸਕੋ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਸਾਡੇ ਸਕੂਲਾਂ ਦੇ ਵਿੱਚ ਅਸੀਂ ਭੈਣ ਭਰਾਵਾਂ ਨੂੰ ਇਹੀ ਦੱਸੀ ਜਾਂਦੇ ਹਾਂ ਵੀ ਕਿਸੇ ਵੀ ਕਲਾਸ ਦੇ ਵਿੱਚ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਸਾਡੇ ਸਕੂਲਾਂ ਦੇ ਵਿੱਚ ਸਿੱਖਣ ਜਾਣ ਵਾਸਤੇ ਬੱਚਿਆਂ ਦੇ ਕੋਲ ਕੋਈ ਡਿਵਾਈਸ ਦਾ ਹੋਣਾ ਜ਼ਰੂਰੀ ਨਹੀਂ, ਜਿਹਦੇ ਵਿੱਚ ਕਿ ਫੋਨ ਜਿਹੜਾ ਜੀ ਘਰੋਂ ਦਿੱਤਾ ਜਾਂਦਾ, ਫੋਨ ਜਿਹੜਾ ਪਹਿਲ ਦੇ ਆਧਾਰ 'ਤੇ ਦਿੱਤਾ ਜਾਂਦਾ, ਵੀ ਉਹਦੀ ਸਕੂਲ ਦੇ ਵਿੱਚ ਬਿਲਕੁਲ ਕੋਈ ਰਿਕੁਆਇਰਮੈਂਟ ਨਹੀਂ ਹੈ ਬੱਚੇ ਦੇ ਵੱਲੋਂ ਲੈ ਕੇ ਜਾਣ ਦੇ ਵਾਸਤੇ। ਸੋ ਇਸ ਕਰਕੇ ਹੀ ਹੈ ਜੀ ਵੀ ਇਹ ਬੱਚਿਆਂ ਨੂੰ, ਕਿਉਂਕਿ ਪੇਰੈਂਟਸ ਵੱਲੋਂ ਜਿਹੜੇ ਫੋਨ ਆ ਪਲਨ ਸਾਹਿਬ ਵੀ ਇਹੀ ਨਿਗਾ ਵੀ ਉਹ ਕੋਈ ਆਮ ਸਸਤੇ ਫੋਨ ਲੈ ਕੇ ਤੋਹਫੇ ਵਜੋਂ ਦਿੱਤੇ ਜਾਂਦੇ ਆ। ਮਹਿੰਗੇ ਫੋਨ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਐਲੀਮੈਂਟਰੀ ਕਲਾਸਿਸ ਦਿਆਂ ਨੂੰ ਹੀ ਜਿਹੜਾ ਜੀ ਵੀ ਲੈ ਕੇ ਦੇਣਾ, $400 ਤੋਂ ਲੈ ਕੇ $2,000 ਤੱਕ ਦੇ ਫੋਨ, ਜਿਹੜੇ ਕਿ ਆਮ ਤੌਰ 'ਤੇ ਕਈ ਵਾਰੀ ਆਮ ਸਿਆਣੇ ਵੀ ਲੋਕਾਂ ਕੋਲ ਨਹੀਂ ਹੁੰਦੇ, ਵੱਡੀ ਉਮਰ ਦਿਆਂ ਕੋਲ, ਉਹ ਬੱਚਿਆਂ ਨੂੰ ਦਿੱਤੇ ਹੋਏ ਆ। ਉਹਦੇ ਨਾਲ ਫਿਰ ਇਹ ਹੈ ਜੀ ਵੀ ਉਹਨਾਂ ਨੂੰ ਜਦੋਂ ਸੁਪਰਵਾਈਜ਼ ਪੇਰੈਂਟਸ ਉਹ ਕਰਨਾ ਭੁੱਲ ਜਾਂਦੇ ਆ, ਅਤੇ ਇਸ ਕਰਕੇ ਜਾਂ ਫਿਰ ਬਹੁਤ ਸਾਰੇ ਪੇਰੈਂਟਸ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਮੈਂ ਸੁਪਰਵਾਈਜ਼ ਇਹਨੂੰ ਮੋਨੀਟਰ ਆਪਣੇ ਬੱਚੇ ਦੇ ਫੋਨ ਯੂਜ਼ ਨੂੰ ਕਰਨਾ ਕਿੱਦਾਂ। ਉਹ ਯੂਜ਼ ਫਿਰ ਅਬਿਊਜ਼ ਦੇ ਵਿੱਚ ਕਦੋਂ ਬਦਲ ਗਿਆ ਕਿ ਵੀ ਪੇਰੈਂਟਸ ਨੂੰ ਵੀ ਨਹੀਂ ਪਤਾ ਲੱਗਦਾ। ਅੱਛਾ, ਜਦੋਂ ਆਪਾਂ ਉਹਨੂੰ ਡਿਵਾਈਸ ਲੈ ਕੇ ਦੇ ਦਿੱਤੀ, ਉਹਦੇ 'ਤੇ 24 ਘੰਟੇ ਇੰਟਰਨੈਟ ਦੀ ਪਲਨ ਸਭ ਆਪਾਂ ਐਕਸੈਸ ਦੇ ਦਿੱਤੀ, ਨਾਲ ਉਹਨੂੰ ਵੱਖਰਾ ਘਰ ਦੇ ਵਿੱਚ ਬੈਡਰੂਮ ਦੇ ਦਿੱਤਾ, ਉੱਥੇ ਫਿਰ ਹੁਣ ਪੇਰੈਂਟਸ ਜਿਹੜੇ ਆਪਣੇ ਕਮਰੇ ਵਿੱਚ ਆ ਅਤੇ ਬੱਚਾ ਆਪਣੇ ਕਮਰੇ ਵਿੱਚ ਆ, ਅਤੇ ਫਿਰ ਭਟਕਣ ਦਾ ਰਾਹ ਜੇ ਮੌਜੂਦ ਹੈ
ਹਾਂਜੀ ਤੇ ਭਟਕਣਾ ਸੌਖਾ ਹੁੰਦਾ। ਹੁਣ ਆਪਾਂ ਸਾਰੇ ਵੀ ਬੱਚੇ ਰਹੇ ਹਾਂ, ਹਾਂਜੀ ਹਾਂਜੀ ਜਦੋਂ ਸਾਡੇ ਸਿਰ ਤੇ ਪੇਰੈਂਟਸ ਖੜੇ ਹੁੰਦੇ ਸੀ, ਕੋਈ ਸਿਆਣੇ, ਸਾਡੇ ਸਿਰ ਤੇ ਕੋਈ ਟੀਚਰ ਖੜੇ ਹੁੰਦੇ ਸੀ, ਤੇ ਆਪਾਂ ਬੜੀ ਵਧੀਆ ਸਭ ਕੁਝ ਲੱਗਦਾ ਸੀਗਾ ਵੀ ਮਸਕੀਨ ਸਾਡੇ ਵਰਗਾ ਤਾਂ ਚੰਗਾ ਕੋਈ ਹੈ ਹੀ ਨਹੀਂ ਹੈ। ਹਾਂਜੀ ਪਰ ਜਦੋਂ ਕਿ ਟੀਚਰ ਬਾਹਰ ਜਾਂਦਾ ਸੀ ਤੇ ਆਪਾਂ ਕਲਾਸ ਸਿਰ ਤੇ ਚੁੱਕ ਲੈਂਦੇ ਸੀ ਰੂਮ। ਹਾਂਜੀ ਇੱਦਾਂ ਜੇ ਪੇਰੈਂਟਸ ਨਹੀਂ ਸੀ ਸਿਰ ਤੇ ਹੁੰਦਾ ਤਾਂ ਫਿਰ ਆਪਾਂ ਸ਼ਰਾਰਤਾਂ ਦਾ ਮੁੱਢ ਬੰਨ੍ਹ ਲੈਂਦੇ ਸੀਗੇ। ਹਾਂਜੀ ਹਾਂਜੀ ਇਹਦਾ ਮਤਲਬ ਇਹ ਨਹੀਂ ਭੁੱਲਣ ਸਾਹਿਬ ਕਿ ਆਪਾਂ ਬੱਚੇ ਬੁਰੇ ਸੀ। ਆਪਾਂ ਕਿਉਂਕਿ ਬੱਚੇ ਉਹ ਇੱਕ ਉਮਰ ਐਸੀ ਆ, ਟੀਨ ਏਜ, ਜਿਹਦੇ ਵਿੱਚ ਕਿ ਨਿਗਰਾਨੀ ਦੀ, ਸੁਪਰਵਿਜ਼ਨ ਦੀ ਜ਼ਰੂਰਤ ਆ, ਕਿਉਂਕਿ ਅਜੇ ਡਿਸੀਜਨ ਮੇਕਿੰਗ ਪ੍ਰੋਸੈਸ ਜਿਹੜਾ ਉਹ ਬ੍ਰੇਨ ਦਾ ਡਿਵੈਲਪ ਨਹੀਂ ਹੋਇਆ। ਸੋ ਇਸ ਕਰਕੇ ਉਹ ਸੁਪਰਵਿਜ਼ਨ ਦੀ ਘਾਟ ਕਰਕੇ ਇਹ ਨੈਗਲੀਜੈਂਸੀ ਮੈਂ ਤੇ ਕਹਾਂਗਾ ਪੇਰੈਂਟਸ ਦੀ ਵੀ। ਪਹਿਲੀ ਗੱਲ, ਫੋਨ ਲੈ ਕੇ ਹੀ ਕਿਉਂ ਦਿੱਤਾ? ਕਿਉਂਕਿ ਸਿੱਖਿਆ ਵਾਸਤੇ ਸਾਡੇ ਸਿਸਟਮ 'ਚ ਉਹਦੀ ਲੋੜ ਨਹੀਂ। ਠੀਕ ਪਰ ਹੈ ਜੇ ਲੈ ਕੇ ਦਿੱਤਾ ਤੇ ਸਿਤਮ ਜਰੀਫੀ ਵੀ ਉਹਨੂੰ ਸੁਪਰਵਾਈਜ਼ ਨਹੀਂ ਕੀਤਾ, ਉੱਤੋਂ ਉਹਨੂੰ ਵੱਖਰਾ ਬੈਡਰੂਮ ਦੇ ਦਿੱਤਾ, ਤੇ ਹਾਂਜੀ ਹੁਣ ਤੁਸੀਂ ਦੱਸੋ ਵੀ ਬਾਕੀ ਕੀ ਰਹਿ ਗਿਆ? ਸੋ ਇਸ ਕਰਕੇ ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਅਲਾਮਤਾਂ ਦੇ ਕਰਕੇ ਜੋ ਵੀ ਅਸੀਂ ਦੱਸੀਆਂ ਨੇ ਵੀ ਇਹ ਜਿਹੜਾ ਸਕੂਲ ਸਿਸਟਮ ਆ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਜੇ ਦੁੱਧ ਜਮਾਉਣਾ, ਦੁੱਧ ਦੇ ਪੂਰੇ ਘੜੇ ਦੇ ਵਿੱਚ ਇੱਕ ਨਿੰਬੂ ਦਾ ਬੂੰਦ ਹੀ ਕਾਫੀ ਹੈ ਹਾਂਜੀ ਦੁੱਧ ਨੂੰ ਸਾਰੇ ਨੂੰ ਖਰਾਬ ਕਰਨ ਦੇ ਲਈ। ਇੱਦਾਂ ਹੀ ਸਾਰੀ ਚੰਗੀ ਕਲਾਸ ਦੇ ਵਿੱਚ ਇੱਕ ਬੁਰਾ ਬੱਚਾ ਹੀ ਕਾਫੀ ਹੁੰਦਾ ਜੀ। ਸੋ ਹਾਂਜੀ ਕਾਫੀ ਸਾਰੇ ਅਜਿਹੇ ਬੱਚੇ ਆ ਜਿਹੜੇ ਸਕੂਲਾਂ ਦੇ ਵਿੱਚ, ਜਾਣੀ ਸੋਸ਼ਲ ਮੀਡੀਆ ਤੋਂ ਇੰਨਾ ਨੈਗੇਟਿਵਿਟੀ ਉਹਨਾਂ ਦੇ ਟੈਂਡਰ ਮਨਾਂ ਦੇ ਵਿੱਚ ਵਸ ਜਾਂਦੀ ਆ, ਟੀਚਰ ਦਾ ਕਹਿਣਾ ਮੰਨਣੋਂ ਵੀ ਹਟ ਜਾਣਗੇ। ਜਦੋਂ ਉਹਨਾਂ ਨੇ ਲਰਨਿੰਗ ਟਾਈਮ ਹੈ, ਕਲਾਸ ਦੇ ਵਿੱਚ ਪੀਰੀਅਡ ਦਾ ਟਾਈਮ ਹੈ, ਟੀਚਰ ਕਹੂਗਾ ਵੀ ਫੋਨ ਨਾ ਯੂਜ਼ ਕਰੋ, ਤੇ ਉਹ ਬੱਚੇ ਨੇ ਹਟਣਾ ਹੀ ਨਹੀਂ ਹੈ ਆਪਣਾ ਫੋਨ ਯੂਜ਼ ਕਰਨੋਂ ਜੀ। ਹਾਂਜੀ ਉੱਥੇ ਟੈਕਸਟ ਮੈਸੇਜਿੰਗ ਚੱਲ ਰਹੀ ਹੈ, ਉੱਥੇ ਚੈਟਿੰਗ ਚੱਲ ਰਹੀ ਆ। ਬਹੁਤ ਸਾਰੇ ਪੇਰੈਂਟ ਘਰਾਂ ਤੋਂ ਉਹਨਾਂ ਨੂੰ ਲਰਨਿੰਗ ਟਾਈਮ ਦੇ ਵਿੱਚ ਫੋਨ ਕਰੀ ਜਾ ਰਹੇ, ਟੈਕਸਟ ਮੈਸੇਜ ਕਰੀ ਜਾ ਰਹੇ ਵੀ ਹਾਂ ਤੂੰ ਰੋਟੀ ਖਾ ਲਈ ਆ। ਅੱਛਾ, ਤਾਂ ਇਸ ਕਰਕੇ ਇਹ 'ਚ ਵੀ ਇਹ ਜਿਹੜੀਆਂ ਸਿਚੁਏਸ਼ਨਸ ਕ੍ਰੀਏਟ ਹੁੰਦੀਆਂ, ਪੇਰੈਂਟਸ ਦੀ ਅਣਭੁੱਲਤਾ ਕਰਕੇ ਕਹਿ ਲਓ, ਪੇਰੈਂਟਸ ਦੀਆਂ ਗਲਤੀਆਂ ਕਰਕੇ ਕਹਿ ਲਓ, ਤੇ ਬੱਚਾ ਜਿਹੜਾ ਜੀ ਉਹਦੇ ਬੈਸਟ ਇੰਟਰਸਟ ਵਾਸਤੇ ਸਕੂਲ ਸਿਸਟਮ ਆ। ਪਰ ਇਹ ਜਿਹੜਾ ਹੁਣ ਘਰਾਂ ਤੋਂ ਇਸ ਤਰੀਕੇ ਦੇ ਨਾਲ ਬੱਚੇ ਨੂੰ ਫਿਰ ਕਹਿ ਲਓ ਵੀ ਖੁੱਲ੍ਹਾ ਛੱਡਿਆ ਜਾਂਦਾ ਸੋਸ਼ਲ ਮੀਡੀਆ 'ਤੇ, ਉਹਦੇ ਕਰਕੇ ਸਾਡੀ ਜਿਹੜੀ ਸਕੂਲਾਂ ਦਾ ਲਰਨਿੰਗ ਇਨਵਾਇਰਨਮੈਂਟ ਹੈ ਉਹ ਕਾਫੀ ਨੈਗੇਟਿਵਲੀ ਇੰਪੈਕਟ ਹੋ ਰਿਹਾ ਪਿਛਲੇ ਸਮੇਂ ਤੋਂ ਜੀ। ਹਾਂਜੀ ਹਾਂਜੀ ਤੋ ਜਿਸ ਕਰਕੇ ਅਸੀਂ ਇੱਥੇ ਕੰਮ ਕਰ ਰਹੇ ਹਾਂ। ਅਸੀਂ ਹੁਣ ਪਿਛਲੇ 10 ਮਹੀਨਿਆਂ ਤੋਂ ਮੈਂ ਇਸ ਪੋਜੀਸ਼ਨ 'ਤੇ ਹਾਂ। ਹਾਂਜੀ ਸਭ ਤੋਂ ਮੈਂ, ਕਿਉਂਕਿ ਆਪਣਾ ਜਿਹੜਾ ਸਕੂਲ ਸਿਸਟਮ ਹੈ ਕੈਨੇਡਾ ਦੇ ਵਿੱਚ, ਸਾਡੇ ਇੱਥੇ ਪੀਲ ਰੀਜਨ ਦੇ ਵਿੱਚ, ਸਭ ਤੋਂ ਪਹਿਲਾਂ ਮੈਂ ਉਹਨੂੰ ਇਹ ਕੋਸ਼ਿਸ਼ ਕੀਤੀ ਆਈਡੈਂਟੀਫਾਈ ਕਰਨ ਦੀ ਕਿ ਇੱਕ ਸਕੂਲ ਟਰਸਟੀ ਨੂੰ ਕਿੱਥੇ ਕਿੱਥੇ ਕੰਮ ਕਰਨ ਦੀ ਲੋੜ ਆ। ਉਹਦੇ ਵਿੱਚ ਫਿਰ ਅਸੀਂ ਦੇਖਿਆ ਵੀ ਸਕੂਲ ਬੋਰਡ ਲੈਵਲ 'ਤੇ ਕੰਮ ਕਰਨ ਦੀ ਲੋੜ ਹੈ, ਸਕੂਲ ਸਿਸਟਮ ਦੇ ਵਿੱਚ ਸਕੂਲ ਲੈਵਲ 'ਤੇ ਕੰਮ ਕਰਨ ਦੀ ਲੋੜ ਹੈ, ਟੀਚਰਸ ਐਜੂਕੇਟਰਸ ਦੇ ਨਾਲ। ਅਤੇ ਫਿਰ ਥਰਡ ਉਹਦੇ ਵਿੱਚ ਜਿਹੜਾ ਜੀ ਪੀ ਕੰਪੋਨੈਂਟ ਸੀਗਾ ਉਹ ਕਮਿਊਨਿਟੀ ਦਾ, ਫੈਮਲੀਜ਼ ਦਾ ਸੀਗਾ ਜੀ। ਸੋ ਮੈਂ ਦੇਖਿਆ ਵੀ ਇਹ ਕਮਿਊਨਿਟੀ ਦੇ ਅਸੀਂ ਇਸ਼ੂਜ਼ ਜਰਨਲਿਜ਼ਮ ਦੇ ਆਪਣੇ ਕੈਰੀਅਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਸੁਣ ਰਹੇ ਸੀ, ਪਰ ਇਹ ਟੀਚਰਸ ਨੂੰ, ਐਜੂਕੇਟਰਸ ਨੂੰ ਨਹੀਂ ਸੀ ਸੁਣਿਆ ਜਾ ਸਕਿਆ ਹੁਣ ਤੱਕ, ਕਿਉਂਕਿ ਮੈਂ ਸਕੂਲਾਂ ਦੇ ਅੰਦਰ ਜਾ ਕੇ ਉਹਨਾਂ ਤੋਂ ਇਹ ਸਾਰੀ ਜਿਹੜੀ ਹੈ ਇਨਫੋਰਮੇਸ਼ਨ ਨਹੀਂ ਸੀ ਗੈਦਰ ਕਰ ਸਕਦੇ। ਪਰ ਹੁਣ ਸਕੂਲ ਟਰਸਟੀ ਦੀ ਪੋਜੀਸ਼ਨ 'ਤੇ ਜਦੋਂ ਫਿਰ ਇਸ ਤਰ੍ਹਾਂ ਦੀ ਅਥਾਰਟੀ ਪੋਜੀਸ਼ਨ ਦੇ ਵਿੱਚ ਅਸੀਂ ਗਏ, ਤੇ ਹਾਂਜੀ ਫਿਰ ਅਸੀਂ ਉਹਨਾਂ ਦੇ ਵੀ ਦੁੱਖ ਸੁਣਨ ਦੀ ਕੋਸ਼ਿਸ਼ ਕੀਤੀ, ਟੀਚਰਸ ਦੇ ਵੀ, ਅਸਲ ਦੇ ਵਿੱਚ ਇਸ ਸਮੱਸਿਆ ਦੀ ਜੜ ਹੈ ਕੀ ਆ। ਤੇ ਉਹਨਾਂ ਨੇ ਫਿਰ ਇਹ ਸੈੱਲ ਫੋਨ ਦੱਸਿਆ ਵੀ ਇੱਥੇ ਤੇ ਇਹਦੀ ਲੋੜ ਨਹੀਂ ਹੈ, ਤੇ ਵੱਡੀ ਤਾਦਾਦ ਦੇ ਵਿੱਚ ਪੇਰੈਂਟਸ ਜਿਹੜੇ ਉਹ ਸਕੂਲਾਂ ਤੋਂ, ਉੱਥੋਂ ਘਰਾਂ ਤੋਂ ਭੇਜ ਦਿੰਦੇ ਆ। ਦੂਸਰਾ, ਉਹਨਾਂ ਨੇ ਇੱਕ ਹੋਰ ਹੈਰਾਨੀਯੋਗ ਗੱਲ ਦੱਸੀ ਵੀ ਆਪਾਂ ਕਹਿੰਦੇ ਵੀ ਸਕੂਲਾਂ ਦੇ ਵਿੱਚ ਡਰੱਗ ਬਹੁਤ ਆ ਜੀ। ਹੁਣ ਸਕੂਲਾਂ ਦੇ ਵਿੱਚ ਡਰੱਗ ਟੀਚਰ ਤਾਂ ਲਿਆ ਕੇ ਵੇਚਦੇ ਨਹੀਂ, ਉਹ ਬੱਚੇ ਤੋਂ ਬੱਚੇ ਤੱਕ ਹੀ ਜਿਹੜੀ ਅੱਜ ਵੀ ਖਰੀਦ ਵੇਚ ਦਾ ਕੰਮ ਹੈਗਾ। ਤੇ ਖਰੀਦਦੇ ਬੱਚੇ ਉਹ ਆ ਜਿਹਨਾਂ ਕੋਲ ਬਾਇੰਗ ਪਾਵਰ ਹੈ। ਹੁਣ ਬੱਚਿਆਂ ਦੇ ਕੋਲ ਬਾਇੰਗ ਪਾਵਰ ਕੈਸ਼ ਆ ਜਾਂ ਬੈਂਕ ਦਾ ਕਾਰਡ, ਉਹ ਪੇਰੈਂਟਸ ਦਾ ਦਿੱਤਾ ਹੋਇਆ, ਕਿਉਂਕਿ ਜੇ ਬੱਚੇ ਨੇ ਤੇ ਦਿਹਾੜੀਆਂ ਲਾਈਆਂ ਨਹੀਂ। ਸੋ ਅੱਛਾ, ਹੁਣ ਫਿਰ ਮੈਂ ਪੁੱਛਿਆ ਜੀ ਵੀ ਇੱਥੇ ਕੈਸ਼ ਦੀ ਲੋੜ ਹੈਗੀ ਆ? ਕਹਿੰਦੇ ਨਹੀਂ ਜੀ, ਅਸੀਂ ਤਾਂ ਸਿਸਟਮ ਬਣਾਇਆ ਹੋਇਆ ਵੀ ਜੇ ਸਕੂਲ ਦੀ ਕੋਈ ਸਿਸਟਮ ਚੀਜ਼ ਖਰੀਦਣ ਦੀ ਲੋੜ ਹੈ ਤੇ ਆਨਲਾਈਨ ਕੈਸ਼ ਸਿਸਟਮ ਹੈਗਾ, ਵੀ ਘਰੋਂ ਹੀ ਜਿਹੜੇ ਪੇਰੈਂਟਸ ਆ ਉਹ ਪੇ ਕਰ ਸਕਦੇ ਆ। ਹਾਂਜੀ ਸਕੂਲ ਦੇ ਵਿੱਚ ਕੈਸ਼ ਦੀ ਵੀ ਕੋਈ ਲੋੜ ਨਹੀਂ। ਹਾਂਜੀ ਅੱਛਾ, ਸਕੂਲ ਦੇ ਵਿੱਚ ਕੈਸ਼ ਦੀ ਕੋਈ ਲੋੜ ਨਹੀਂ, ਤੇ ਇਹਦਾ ਮਤਲਬ ਫਿਰ ਬੈਂਕ ਕਾਰਡ ਦੀ ਵੀ ਕੋਈ ਲੋੜ ਨਹੀਂ। ਸੋ ਹਾਂਜੀ ਜਿਸ ਕਰਕੇ ਵੀ ਜਦੋਂ ਬੱਚਿਆਂ ਦੀ ਜੇਬ ਦੇ ਵਿੱਚ ਇਹ ਬਾਇੰਗ ਪਾਵਰ ਹੈਗੀ ਆ, ਲੰਚ ਖਰੀਦਣ ਵਾਸਤੇ ਦਿੱਤੀ ਹੋ ਸਕਦੀ ਆ, ਪਰ ਉਹ ਸਕੂਲ ਦੇ ਵਿੱਚੋਂ ਫਿਰ ਬਾਹਰੋਂ ਜਾ ਕੇ ਜਿਹੜਾ ਜੀ ਉਹ ਲੰਚ ਵੀ ਖਰੀਦ ਸਕਦੇ ਆ, ਤੇ ਨਾਲ ਹੀ ਜਿਹੜੀ ਖਰਾਬੀ ਦੀ, ਭੰਗ ਦੀ ਦੁਕਾਨ ਆ, ਉੱਥੋਂ ਖਰਾਬੀ ਵੀ ਖਰੀਦ ਸਕਦੇ ਆ। ਸੋ ਹਾਂਜੀ ਤਦ ਕਰਕੇ ਜੀ ਵੀ ਕੈਸ਼ ਦੇ ਬਾਰੇ 'ਚ, ਇਹ ਬਾਇੰਗ ਪਾਵਰ ਦੇ ਬਾਰੇ 'ਚ, ਇਹ ਸੈੱਲ ਫੋਨ ਦੇ ਬਾਰੇ 'ਚ ਅਸੀਂ ਕਮਿਊਨਿਟੀ ਨੂੰ ਲਗਾਤਾਰਤਾ ਦੇ ਨਾਲ ਅਵੇਅਰ ਵੀ ਕਰ ਰਹੇ ਹਾਂ। ਮੈਂ ਸਕੂਲ ਟਰਸਟੀ ਦੀ ਪੋਜੀਸ਼ਨ 'ਤੇ ਹੁੰਦੇ ਹੋਏ ਆਪਣੇ ਤੌਰ 'ਤੇ ਵੀ ਇਹਦੇ ਨਾਲ ਹੀ ਸਕੂਲ ਸਿਸਟਮ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੁਝ ਚੇਂਜਸ ਇਸ ਦੀਆਂ ਲਿਆਂਦੀਆਂ ਜਾਣ, ਕਿ ਸਕੂਲ ਪੱਧਰ 'ਤੇ ਜਿਹੜਾ ਜੀ ਵੀ ਪ੍ਰਿੰਸੀਪਲ, ਐਜੂਕੇਟਰਸ, ਉਹਨਾਂ ਨੂੰ ਵੀ ਇਹਦੇ ਬਾਰੇ ਜਿਹੜਾ ਜੀ ਹੁਣ ਥੋੜ੍ਹਾ ਮੂਵ ਕਰਨ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਆ। ਹੁਣ ਦੇਖਣਗੇ ਜਦੋਂ ਸਕੂਲ ਇਹ ਖੁੱਲ੍ਹਣੇ ਆ, ਤੇ ਉਸ ਦੇ ਨਾਲ ਹੀ ਉਹਨਾਂ ਨੂੰ ਜਿਹੜੇ ਨਿਊਜ਼ ਲੈਟਰ ਆਉਣੇ ਸ਼ੁਰੂ ਹੋਏ ਆ, ਉਸ ਦੇ ਵਿੱਚ ਪੂਰਾ ਇਹ ਡੀਟੇਲ ਬਹੁਤ ਸਾਰੇ ਸਕੂਲਾਂ ਵੱਲੋਂ ਦਿੱਤਾ ਜਾਣਾ ਸ਼ੁਰੂ ਕੀਤਾ ਗਿਆ ਕਿ ਸੈੱਲ ਫੋਨ ਦੀ ਇੱਥੇ ਸਕੂਲ ਦੇ ਵਿੱਚ ਲੋੜ ਕੋਈ ਨਹੀਂ। ਸੋ ਇਸ ਕਰਕੇ ਇਹ ਤੁਸੀਂ ਕਿਉਂ ਘਰੋਂ ਭੇਜਦੇ ਹੋ, ਇਹ ਹੁਣ ਪੇਰੈਂਟਸ ਹੀ ਜਾਣਨ ਜੀ। ਹਾਂਜੀ ਹਾਂਜੀ ਮਤਲਬ ਤੁਸੀਂ ਇਹ ਮਹਿਸੂਸ ਕਰਦੇ ਆ ਕਿ ਪੇਰੈਂਟਸ ਦਾ ਜ਼ਿਆਦਾ ਯੋਗਦਾਨ ਹੋਣਾ ਚਾਹੀਦਾ ਕਿ ਹੋਣਾ ਚਾਹੀਦਾ ਟੀਚਰਸ ਦਾ, ਜਾਂ ਕਿ ਆਪਾਂ ਨੂੰ ਕੋਈ ਸਿਲੇਬਸ ਵਿੱਚ ਇਸ ਤਰ੍ਹਾਂ ਦੀਆਂ ਚੇਂਜਸ ਕਰਨੀਆਂ ਪੈਣੀਆਂ ਜਿਹਦੇ ਵਿੱਚ ਕਿ ਇੱਕ ਇਹ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇ ਕਿ ਇਹਦੇ ਨੈਗੇਟਿਵ ਇੰਪੈਕਟ ਕੀ ਹੈ? ਭਲਾ ਸਾਹਿਬ, ਜਦੋਂ ਆਪਾਂ ਕੋਈ ਸਮੱਸਿਆ ਖ਼ਤਮ ਕਰਨੀ ਹੋਵੇ, ਕਹਿ ਲਓ ਵੀ ਉਹਨੂੰ ਜੜ੍ਹੋਂ ਪੁੱਟਣਾ ਹੋਵੇ, ਤਾਂ ਫਿਰ ਆਪਾਂ ਜੜ੍ਹ ਆਈਡੈਂਟੀਫਾਈ ਕਰਦੇ ਹਾਂ। ਹਾਂਜੀ ਹੁਣ ਜੜ੍ਹ ਆਈਡੈਂਟੀਫਾਈ ਆਪਾਂ ਇਹ ਕੀਤੀ ਆ
ਵੀ ਜਿਹੜਾ ਇਹ ਸਕੂਲ 6 ਘੰਟੇ ਹੈ ਤੇ ਬਾਕੀ ਦੇ 18 ਘੰਟੇ ਰੋਜ਼ ਬੱਚਾ ਘਰ ਵਿੱਚ ਹੈ, ਤੇ ਉਹ ਜਿਹੜਾ ਸੈੱਲ ਫੋਨ ਦਾ ਯੂਜ਼ ਆ ਸਕੂਲ ਦੇ ਵਿੱਚ ਤੇ ਉਹਦੀ ਲੋੜ ਹੀ ਨਹੀਂ, ਨਾ ਟੀਚਰ ਉਹ ਕਰਨ ਨਹੀਂ ਦਿੰਦੇ ਆ ਲਰਨਿੰਗ ਟਾਈਮ ਦੇ ਦੌਰਾਨ। ਇਹਦਾ ਮਤਲਬ ਇਹ ਹੋਇਆ ਵੀ ਜਿੰਨਾ ਵੀ ਇਹ ਸੋਸ਼ਲ ਮੀਡੀਆ ਅਬਿਊਜ਼ ਆ ਇਹ ਘਰਾਂ ਦੇ ਵਿੱਚੋਂ ਹੋ ਰਿਹਾ। ਹੁਣ ਆਪਾਂ ਪੰਜਾਬੀ ਦੇ ਵਿੱਚ ਜਾਣਦੇ ਹਾਂ ਵੀ ਕੋਈ ਜਿਹੜਾ ਘਾਹ ਆ, ਨਦੀਨ ਆ, ਆਪਾਂ ਫਸਲ ਚੋਂ ਪੁੱਟਣਾ, ਜੇ ਉੱਤੋਂ ਤੋੜ ਦਿਆਂਗੇ ਤਾਂ ਅਗਲੇ ਦਿਨ ਫਿਰ ਉੱਗ ਪਊ। ਹਾਂਜੀ ਹਾਂਜੀ ਹੁਣ ਸਕੂਲ ਦੇ ਵਿੱਚ ਜੇ ਸੈੱਲ ਫੋਨ ਬੰਦ ਵੀ ਕਰਾਇਆ ਤੇ ਘਰੇ ਜਾ ਕੇ ਉਹਨੇ ਫਿਰ ਉੱਤੇ ਲੜਾਈਆਂ ਤੇ ਬਹਿਸਾਂ, ਉਹ ਨੈਗੇਟਿਵਿਟੀ ਸ਼ੁਰੂ ਕਰ ਲਈ, ਹਾਂਜੀ ਤੇ ਉਹ ਸਕੂਲ ਦੇ ਵਿੱਚ ਕਹਿ ਲਓ ਵੀ ਆ ਕੇ ਸਮੱਸਿਆ ਉਹ ਵੱਡੀ ਹੋਈ ਜਿਹੜੀ ਕਿ ਪੈਦਾ ਘਰ ਵਿੱਚ ਉਹ ਸੈੱਲ ਫੋਨ ਮੀਡੀਆ ਸੋਸ਼ਲ ਮੀਡੀਆ ਦੇ ਅਬਿਊਜ਼ ਕਰਕੇ ਪੈਦਾ ਹੋਈ ਸੀ। ਸੋ ਇਸ ਕਰਕੇ ਇਸ ਅਲਾਮ ਤੇ ਇਸ ਗੜਬੜ ਦੀ ਜਿਹੜੀ ਜੜ ਆ ਨਾ ਜੀ, ਉਹ ਹੈਗੀ ਆ ਘਰ ਦੇ ਵਿੱਚ। ਉੱਤੋਂ ਨਦੀਨ ਤੋੜਨ ਵਾਲੀ ਗੱਲ ਹੈ ਵੀ ਅਸੀਂ ਸਕੂਲਾਂ ਵਾਲਿਆਂ ਨੂੰ ਕਹੀ ਜਾਂਦੇ ਵੀ ਇਹਨੂੰ ਕਾਬੂ ਕਰੋ। ਹਾਂਜੀ ਹੁਣ ਇਹ ਤਾਂ ਹੋਇਆ ਨਾ ਵੀ ਇੱਕ ਪਾਸੇ ਆਪਾਂ ਥੋੜੀ ਜਿਹੀ ਅੱਗ ਲਾਈ ਜਾਂਦੇ ਆ ਤੇ ਨਾਲ ਹੀ ਥੋੜੀ ਬਹੁਤੀ ਕਿਤੇ ਵਧਾਈ ਜਾਂਦੇ ਆ ਜਾਂ ਬੁਝਾਈ ਜਾਂਦੇ ਆ। ਹਾਂਜੀ ਸੋ ਅੱਗ ਲਾਈ ਜਾਂਦੇ, ਅੱਗ ਬੁਝਾਈ ਜਾਂਦੇ, ਤੇ ਇਦਾਂ ਅੱਗ ਸਮਾਪਤ ਨਹੀਂ ਹੋਏਗੀ। ਹਾਂਜੀ ਅੱਗ ਨੂੰ ਅਸੀਂ ਸਮਾਪਤ ਕਰਨਾ ਤਾਂ ਅਸੀਂ ਬੁਝਾਉਣ ਵਾਲੇ ਸਾਰੇ ਇਕੱਠੇ ਹੋਵਾਂਗੇ। ਬਿਲਕੁਲ ਬੁਝਾਉਣ ਵਾਲੇ ਸਕੂਲ ਵਾਲੇ ਉਹ ਇਕੱਲੇ ਨਹੀਂ ਬੁਝਾ ਸਕਦੇ, ਕਿਉਂਕਿ ਅੱਗ ਲੱਗ ਜਿਹੜੀ ਉਹ ਘਰਾਂ ਤੋਂ ਰਹੀ ਹੈ। ਹਾਂਜੀ ਹੁਣ ਹਾਂਜੀ ਘਰਾਂ ਤੋਂ ਜੇ ਇਹ ਸਮੱਸਿਆ ਪੇਰੈਂਟਸ ਇਹਦੇ ਵਿੱਚ ਕਾਬੂ ਕਰਨ ਦੇ ਵਿੱਚ ਯੋਗਦਾਨ ਪਾਉਣਗੇ, ਸਾਥ ਦੇਣਗੇ, ਤੇ ਜ਼ਰੂਰ ਅਸੀਂ ਇਸ ਤੇ ਓਵਰਕਮ ਕਰ ਲਾਂਗੇ। ਉਹ ਏਡੀ ਵੱਡੀ ਗੱਲ ਥੋੜ੍ਹਾ ਜੀ। ਬਿਲਕੁਲ ਸਹੀ ਹੈ। ਇੱਕ ਦੇਖਿਆ ਗਿਆ ਜੀ ਕਿ ਸਕੂਲ ਯਾਰਡਸ ਦੇ ਵਿੱਚ ਇਹ ਵੇਪਸ ਵਗੈਰਾ ਜਿਹੜੀਆਂ ਇਲੈਕਟ੍ਰੋਨਿਕ ਸਿਗਰਟਸ ਹੁੰਦੀਆਂ, ਉਹਨਾਂ ਦਾ ਬਹੁਤ ਜ਼ਿਆਦਾ ਇਹ ਸੇਵਨ ਕਰਦੇ ਆ ਸਟੂਡੈਂਟਸ। ਹਾਂਜੀ ਔਰ ਇਹ ਤਾਂ ਚਲੋ ਹੁਣ ਜੱਗ ਜਾ ਰਹੀ ਹੈ ਜੀ ਕਿ ਇਹਦੇ ਨਾਲ ਲੰਗਸ ਖਰਾਬ ਹੁੰਦੇ ਆ, ਇਹਨਾਂ ਨਾਲ ਹਾਰਟ 'ਤੇ ਵੀ ਅਸਰ ਹੁੰਦਾ, ਔਰ ਕੈਂਸਰ ਨੂੰ ਵੀ ਇਹ ਕੰਟਰੀਬਿਊਟ ਕਰਦੀਆਂ। ਕੀ ਅਜਿਹਾ ਕੋਈ ਹੋ ਸਕਦਾ ਆ ਸੋਲੂਸ਼ਨ ਜਿਹਦੇ ਨਾਲ ਕਿ ਕੋਈ ਲੈਕਚਰਸ ਵਗੈਰਾ ਦਿੱਤੇ ਜਾਣ ਸਟੂਡੈਂਟਸ ਨੂੰ, ਕੋਈ ਮੈਡੀਕਲ ਐਕਸਪਰਟਸ ਆਉਣ, ਜਾਂ ਕੋਈ ਇਸ ਤਰ੍ਹਾਂ ਦੇ ਸੋਸ਼ਲ ਆਰਗੇਨਾਈਜੇਸ਼ਨ ਹੋਣ ਜਿਹੜੀਆਂ ਕਿ ਉਹ ਇਹ ਪ੍ਰਭਾਵ ਇਹਨਾਂ ਵਿੱਚ ਪੈਦਾ ਕਰਨ ਕਿ ਇਹ ਵੇਪਸ ਹੈਗੇ ਆ, ਇਲੈਕਟ੍ਰੋਨਿਕ ਸਿਗਰਟਸ ਹੈਗੇ ਆ, ਜਾਂ ਹੋਰ ਕੋਈ ਜਿਹੜੇ ਨਸ਼ੇ ਹੈਗੇ ਆ, ਕੈਨਾਬਿਸ ਵਗੈਰਾ ਹੈਗੇ, ਉਹਨਾਂ ਦਾ ਸੇਵਨ ਬਹੁਤ ਜ਼ਿਆਦਾ ਨੈਗੇਟਿਵ ਆ ਉਹਨਾਂ ਲਈ, ਨਹੀਂ ਸਿਰਫ ਬਲਕਿ ਸਮਾਜ ਲਈ। ਤੁਹਾਡਾ ਕੀ ਖਿਆਲ ਹੈ? ਪਹਿਲਾਂ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਕੋਈ ਸਮੱਸਿਆ ਕਾਬੂ ਕਰਨੀ ਹੈ ਤੇ ਸਾਰਾ ਕੁਝ ਹੀ ਕਰਨ ਦੀ ਲੋੜ ਹੁੰਦੀ ਆ। ਜੋ ਸਮਝ ਵਿੱਚ ਆਵੇ ਵੀ ਇਦਾਂ ਜੀ ਵੀ ਇਹ ਘਟ ਜੂ, ਇਦਾਂ ਇਹ ਖਤਮ ਹੋ ਜੂ। ਹਾਂਜੀ ਹਾਂਜੀ ਪਰ ਜਾਣੀ ਕਿ ਉੱਤੋਂ ਉਹਨੂੰ ਬਣਾਉਣ, ਸਵਾਰਨ, ਕੱਟਣ ਦੀ ਬਜਾਏ ਅਸੀਂ ਥੱਲੇ ਜੜ ਵੀ ਪੱਟਣੀ ਹੁੰਦੀ ਆ। ਹਾਂਜੀ ਜੜ ਪੱਟਣ ਦੇ ਲਈ ਸਾਨੂੰ ਜੜ ਆਇਡੈਂਟੀਫਾਈ ਕਰਨੀ ਪੈਂਦੀ ਹੈ। ਬਿਲਕੁਲ ਸੋ ਇਸ ਕਰਕੇ ਹੁਣ ਵੇਪ ਇਹ ਜਿਹੜੀ ਜ਼ਹਿਰੀਲੀ ਸਿਗਰਟ ਹੈ, ਕਹਿ ਲਓ ਵੀ ਇਹਦਾ ਮੁਸ਼ਕ ਵੀ ਹੈ ਨਹੀਂ। ਬਹੁਤ ਸਾਰੇ ਪੇਰੈਂਟਸ ਨੂੰ ਜਦੋਂ ਇਹ ਬੱਚੇ ਪੀਂਦੇ ਆ ਹਾਂਜੀ ਤੇ ਕਿਉਂਕਿ ਮੁਸ਼ਕ ਨਹੀਂ ਆਉਂਦਾ ਤੇ ਉਹਨਾਂ ਨੂੰ ਬਹੁਤ ਲੱਗਦਾ ਰਹਿੰਦਾ ਵੀ ਸਾਡਾ ਪੇਰੈਂਟਸ, ਸਾਡਾ ਜਿਹੜਾ ਬੱਚਾ ਉਹਦੇ ਬਹੁਤ ਵਧੀਆ ਆ, ਹਾਂਜੀ ਸਾਡਾ ਤੇ ਸਿਗਰਟ ਤੇ ਲਾਗੇ ਵੀ ਨਹੀਂ ਜਾਂਦਾ, ਲਾਗੇ ਵੀ ਨਹੀਂ ਜਾਂਦੀ। ਹਾਂਜੀ ਪਰ ਹੁਣ ਭਾਵੇਂ ਸਿਗਰਟ ਉਹਨਾਂ ਦੀ ਜਾਣੀ ਜੇਬ ਵਿੱਚ ਹੀ ਹੋਵੇ, ਪਰ ਪੇਰੈਂਟਸ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ, ਕਿਉਂਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇੱਕ ਵੇਪ ਆ ਜਿਹੜਾ ਕਿੱਦਾਂ ਦਾ ਹੁੰਦਾ ਹੈ। ਮੈਨੂੰ ਖੁਦ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਸੀ ਪਲਨ ਜੀ ਪਤਾ ਵੀ ਇਹ ਵੇਪ ਕਿੱਦਾਂ ਦਾ ਹੁੰਦਾ, ਇਹ ਚੀਜ਼ ਕੀ ਆ। ਹਾਂਜੀ ਉਹ ਮੈਂ ਜਦੋਂ ਸਕੂਲਾਂ ਦੇ ਵਿੱਚ ਵਿਜ਼ਿਟ ਕਰਨਾ ਸ਼ੁਰੂ ਕੀਤਾ ਤੇ ਮੈਨੂੰ ਪ੍ਰਿੰਸੀਪਲਸ ਨੇ ਉਹ ਵੇਪਸ ਦਾ ਥੱਬਾ ਦਿਖਾਇਆ ਹਾਂਜੀ ਬੈਗ ਦੇ ਵਿੱਚੋਂ ਕੱਢ ਕੇ, ਜਿਹੜਾ ਕਿ ਉਹਨਾਂ ਨੇ ਬੱਚਿਆਂ ਕੋਲੋਂ ਫੜਿਆ ਸੀ। ਹਾਂਜੀ ਹਨਾ। ਸੋ ਇਸ ਕਰਕੇ ਉਹ ਤਰ੍ਹਾਂ ਦੇ ਵੇਪ ਜਿਹੜੇ ਦੇਖਣ ਨੂੰ ਲਾਈਟਰ ਵਰਗੇ ਲੱਗਦੇ ਆ, ਉਹਨਾਂ ਨੂੰ ਡਿਜ਼ਾਈਨ ਹੀ ਇਦਾਂ ਕੀਤਾ ਗਿਆ ਵੀ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਵੇਪ ਆ। ਪੇਰੈਂਟਸ ਨੂੰ ਵਿਚਾਰਿਆਂ ਨੂੰ ਕੀ ਪਤਾ ਲੱਗਣਾ। ਪਰ ਹੁਣ ਉਹ ਬੱਚੇ ਕੋਲ ਕਿੱਥੋਂ ਆਇਆ। ਆਪਾਂ ਜਿਹੜੀ ਗੱਲ ਪਹਿਲਾਂ ਵੀ ਕੀਤੀ ਆ ਵੀ ਟੀਚਰ ਨਹੀਂ ਇਹ ਚੀਜ਼ਾਂ ਲਿਆ ਕੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੰਡਦੇ। ਇਹ ਬੱਚਿਆਂ ਤੋਂ ਬੱਚਿਆਂ ਤੱਕ ਹੀ ਆ, ਜਿਵੇਂ ਮਰਜ਼ੀ ਆ, ਭਾਵੇਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਣੀ ਸਭ ਕੁਝ ਉਹਨਾਂ ਦੀ ਗਰੂਮਿੰਗ ਹੁੰਦੀ ਆ। ਪਰ ਉਹ ਬੱਚਿਆਂ ਨੇ ਖਰੀਦਿਆ ਕਿੱਥੋਂ? ਖਰੀਦਿਆ ਜਦੋਂ ਉਹਨਾਂ ਕੋਲ ਬਾਇੰਗ ਪਾਵਰ ਸੀ। ਐਗਜ਼ੈਕਟਲੀ ਬਾਇੰਗ ਪਾਵਰ ਪੇਰੈਂਟਸ ਨੇ ਦੇ ਹੀ ਦਿੱਤੀ ਤੇ ਬੱਚਾ ਖਰੀਦੂਗਾ ਕੀ ਤੇ ਫਿਰ ਵੇਚਣ ਵਾਲਾ ਵੇਚੂਗਾ ਕੀ। ਇਹ ਹੈਗੀ ਆ ਇਹਦੀ ਜੜ। ਤੋਂ ਭਾਵੇਂ ਹੁਣ ਆਪਾਂ ਕਰੀ ਚੱਲੀਏ ਵੀ ਉੱਥੇ ਪੁਲਿਸ ਲਾ ਦਈਏ ਜੀ, ਫੌਜ ਲਾ ਦਈਏ ਜੀ, ਉਹ ਸਭ ਕੁਝ ਲਾ ਦਈਏ, ਪਰ ਉਹਦੀ ਜਿਹੜੀ ਜੜੇ ਹੀ ਨਹੀਂ ਜਿੰਨਾ ਚਿਰ ਵੱਢੂਗੇ ਤੇ ਉਹ ਸਮੱਸਿਆ ਉੱਗੀ ਹੀ ਜਾਣੀ ਆ ਬਾਰ-ਬਾਰ। ਇਹ ਤਾਂ ਗੱਲ ਤੁਹਾਡੀ ਇਸ ਕਰਕੇ ਲੈਕਚਰ ਵੀ ਬਹੁਤ ਵਧੀਆ ਗੱਲ ਆ, ਬਾਕੀ ਸਾਰੀਆਂ ਗੱਲਾਂ ਵੀ ਤੱਕ ਠੀਕ ਨੇ, ਪਰ ਜਿੰਨਾ ਚਿਰ ਅਸੀਂ ਇਸ ਸਮੱਸਿਆ ਦੀ ਜੜ ਵੀ ਬੱਚੇ ਨੂੰ ਬਾਇੰਗ ਪਾਵਰ ਦੇਣਾ ਬੰਦ ਨਹੀਂ ਕਰਦੇ, ਉਹਨਾਂ ਚਿਰ ਅਸੀਂ ਇਹਦੀ ਜੜ ਜਿਹੜੀ ਆ ਉਹ ਵੱਢ ਨਹੀਂ ਸਕਣੀ। ਸੋ ਤਦ ਕਰਕੇ ਇਹ ਨਸ਼ਿਆਂ ਦੇ ਵਿੱਚ ਇਹ ਆ ਜੀ ਵੀ ਬਹੁਤ ਵਾਰ ਸਾਨੂੰ ਇਹ ਵੀ ਪਰ ਪਤਾ ਲੱਗਦਾ ਜਿਹੜੇ ਬੱਚੇ ਨਹੀਂ ਵੀ ਉਹਨਾਂ ਕੋਲ ਬਾਇੰਗ ਪਾਵਰ ਸੀਗੀ, ਪਰ ਉਹਨਾਂ ਨੂੰ ਵੀ ਨਸ਼ਿਆਂ ਦੇ ਪਿੱਛੇ ਉਹ ਨਸ਼ਿਆਂ ਦੇ ਸੁਦਾਗਰਾਂ ਨੇ ਲਾ ਲਿਆ, ਖਾਸ ਤੌਰ ਤੇ ਲੜਕੀਆਂ ਨੂੰ ਕਿਉਂਕਿ ਸਭ ਤੋਂ ਪਹਿਲਾਂ ਉਹ ਜਿਹੜੇ ਫ੍ਰੀ ਨਸ਼ਾ ਜੀ ਵੀ ਕੋਈ ਨਹੀਂ ਵੇਪ ਜੀ, ਹੈ ਨਾ, ਭਾਵੇਂ ਕਿ ਮੈਂ ਉਹਦੀ ਪ੍ਰਾਈਸ ਸੁਣ ਕੇ ਹੈਰਾਨ ਹੋਇਆ ਪਲਨ ਜੀ ਵੀ ਇੱਕ ਵੇਪ ਹੈ ਜਿਹੜਾ $20 ਦਾ ਆ। ਅੱਛਾ, ਬਹੁਤ ਸਾਰੇ ਬੱਚੇ ਉਹ $40 ਦਾ ਬਲੈਕ 'ਚ ਵੀ ਵੇਚਦੇ ਆ। ਅੱਛਾ, ਉਹ ਹੁਣ ਜਦੋਂ ਲੜਕੀਆਂ ਨੂੰ ਇਸ ਪਾਸੇ ਲਾ ਲਿਆ, ਪੈਸਾ ਤਾਂ ਉਹਨਾਂ ਕੋਲ ਹੈ ਨਹੀਂ, ਮੁੜ ਕੇ ਉਹਨਾਂ ਤੇ ਉਹ ਕਰਜ਼ਾ ਜਿਹਾ ਚੜਾਈ ਜਾਣਾ ਵੀ ਤੂੰ ਇੰਨੇ ਹੋ ਗਏ ਤੇਰੇ ਵੱਲ, ਉਹ ਮੰਗਣੇ। ਹੁਣ ਬੱਚਾ ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ ਗੇ, ਤੇ ਫਿਰ ਉਹਨੂੰ ਜਿਹੜਾ ਜੀ ਵੀ ਉਹ ਹਿਊਮਨ ਟ੍ਰੈਫਿਕਿੰਗ ਜਿਹਨੂੰ ਆਪਾਂ ਵੇਸਵਾ ਆਪਣਾ ਕਹਿੰਦੇ ਆ, ਉਧਰ ਨਿੱਕੇ ਬੱਚਿਆਂ ਨੂੰ ਫਿਰ ਇਹ ਜਿਹੜੀਆਂ ਗੱਲਾਂ ਦੇ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਸੋ ਇਹ ਬਾਇੰਗ ਪਾਵਰ
ਤੇ ਫੋਨਾਂ ਦੇ ਉੱਤੇ ਚੈਟ ਗਰੁੱਪ, ਇਹ ਗਰੂਮਿੰਗ, ਜਿੰਨਾ ਚਿਰ ਪੇਰੈਂਟਸ ਇਹਨੂੰ ਨਹੀਂ ਠੀਕ ਤਰੀਕੇ ਦੇ ਨਾਲ ਕੰਟਰੋਲ ਸੁਪਰਵਾਈਜ਼ ਕਰ ਪਾਉਂਦੇ ਘਰਾਂ ਦੇ ਵਿੱਚ, ਇਹਨਾਂ ਸਮੱਸਿਆਵਾਂ ਦੇ ਨਾਲ ਸਕੂਲ ਸਿਸਟਮ ਤਾਂ ਜੂਝੂਗਾ ਹੀ, ਪਰ ਬੱਚੇ ਵੀ ਬਰਬਾਦ ਹੁੰਦੇ ਰਹਿਣਗੇ, ਇਹ ਯਾਦ ਰੱਖਣਾ। ਇਹ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਜੜ ਤੋਂ ਪੱਟਣ ਲਈ ਜਿਹੜੀ ਆ ਇਸ ਬਿਮਾਰੀ ਨੂੰ, ਜੀ ਇਸ ਕੈਂਸਰ ਨੂੰ, ਹੂੰ, ਇਹ ਜਿਸ ਤਰ੍ਹਾਂ ਤੁਸੀਂ ਪਲਾਨ ਕਰਦੇ ਆ ਜੀ ਔਰ ਜਿਸ ਤਰ੍ਹਾਂ ਤੁਸੀਂ ਸੋਲੂਸ਼ਨ ਦੱਸਦੇ ਆ, ਉਹ ਤਾਂ ਕਨਵਿੰਸਿੰਗ ਆ। ਜੀ ਪਰ ਕਈ ਵਾਰੀ ਦੇਖਣ ਵਿੱਚ ਇਹ ਆਇਆ ਜੀ ਕਿ ਪ੍ਰੈਕਟੀਕਲੀ ਜੇ ਸਟੂਡੈਂਟਸ ਕੋਲ ਬਾਇੰਗ ਪਾਵਰ ਹੈ ਨਹੀਂ, ਜੇ ਉਹਨਾਂ ਦੇ ਵਾਲਟ 'ਚ ਪੈਸੇ ਹੈ ਨਹੀਂ, ਜਾਂ ਉਹਨਾਂ ਨੂੰ ਕੋਈ ਪਲਾਸਟਿਕ ਮਨੀ ਨਹੀਂ ਦਿੱਤੀ ਜਾਂਦੀ ਪੇਰੈਂਟਸ ਵੱਲੋਂ, ਤਾਂ ਉਹਦਾ ਉਹ ਵਿਰੋਧ ਕਰਦੇ ਆ, ਉਹ ਰਿਵੋਲਟ ਕਰਦੇ ਆ। ਇਹ ਇੱਕ ਹੋਰ ਸਮੱਸਿਆ ਨੂੰ ਜਨਮ ਦਿੰਦਾ। ਦੇਖੋ ਪਲਨ ਜੀ, ਇਸ ਤਰ੍ਹਾਂ ਵੀ ਹੁਣ ਮੈਂ ਨਾ ਆਪਣੇ ਸੁਪਰਡੈਂਟ ਨਾਲ ਮੀਟਿੰਗ ਕਰ ਰਹੇ ਸੀ, ਹਾਂਜੀ ਤੇ ਫੋਨ ਤੇ ਹੀ ਗੱਲਾਂ ਚੱਲ ਪਈਆਂ ਵੀ ਫੋਨ ਬਾਰੇ, ਹੈ ਨਾ। ਹਾਂਜੀ ਤੇ ਉਹ ਉਹਨਾਂ ਨੇ ਆਪ ਮੈਨੂੰ ਦੱਸਿਆ, ਸੁਪਰਡੈਂਟ ਸਾਹਿਬ ਨੇ, ਵੀ ਮੇਰੇ ਬੱਚੇ ਟੀਨ ਏਜ ਹੈ ਨਾ, 14 ਸਾਲ ਉਮਰ, ਹਾਂਜੀ 15 ਸਾਲ ਉਮਰ, ਤੇ ਉਹਨਾਂ ਕੋਲ ਅੱਜ ਤੱਕ ਕੋਈ ਫੋਨ ਨਹੀਂ ਹੈਗਾ, ਹਾਂਜੀ ਤੇ ਅਸੀਂ ਬਹੁਤ ਵਧੀਆ ਆ। ਹਾਂਜੀ ਮੈਂ ਖੁਦ ਤੁਹਾਡੀ ਸੇਵਾ ਦੇ ਵਿੱਚ ਬੈਠਾ, ਮੇਰੇ ਬੱਚਿਆਂ ਕੋਲ ਕੋਈ ਫੋਨ ਨਹੀਂ ਹੈਗਾ, ਅੱਛਾ ਜੀ। ਤੇ ਉਹਨਾਂ ਨੂੰ ਅਸੀਂ ਕੋਈ ਕਦੀ ਟਿਊਸ਼ਨ ਨਹੀਂ ਰੱਖ ਕੇ ਦਿੱਤੀ। ਇਹ ਜਿਹੜੇ ਸਾਡੇ ਭਰਮ ਭੁਲੇਖੇ ਬੜੇ ਹੋਏ ਆ ਵੀ ਟਿਊਸ਼ਨ ਬਹੁਤ ਚਾਹੀਦੀ ਆ, ਹਾਂਜੀ ਹਾਂਜੀ ਤੇ ਤੁਸੀਂ ਸਾਡੇ ਆਪਣੇ ਬੱਚੇ ਆਪੇ ਹੀ ਕੰਪੀਟੀਟਿਵ ਪ੍ਰੋਸੈਸ ਦੇ ਵਿੱਚ IBT ਦੇ ਵਿੱਚ, RLCP ਦੇ ਕੋਰਸਿਸ ਦੇ ਵਿੱਚ ਆਪੇ ਹੀ ਸਿਲੈਕਟ ਹੋਏ ਹੋ ਆ। ਬਹੁਤ ਵਧੀਆ। ਨਾ ਉਹਨਾਂ ਦੀ ਕੋਈ ਟਿਊਸ਼ਨ ਹੈ, ਹਾਂਜੀ ਨਾ ਉਹਨਾਂ ਕੋਲ ਕੋਈ ਸੈੱਲ ਫੋਨ ਹੈ। ਹਾਂਜੀ ਸੋ ਇਸ ਕਰਕੇ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਵੀ ਸੈੱਲ ਫੋਨ ਲੈ ਕੇ ਬੱਚਾ ਇਸ ਜਹਾਂ 'ਚ ਆਪ ਨਹੀਂ ਆਇਆ। ਹਾਂਜੀ ਹਾਂਜੀ ਇਸ ਕਰਕੇ ਇਹ ਥੋੜਾ ਜਿਹਾ ਰਹਿਨੁਮਾਈ ਤਾਂ ਘਰ ਤੋਂ ਹੀ ਮਿਲਣੀ ਆ, ਹਾਂਜੀ ਵੀ ਬੱਚਾ ਰਿਵੋਲਟ ਕਰਨ ਵੀ ਇਸ ਸੰਸਾਰ ਦੇ ਵਿੱਚ ਨਹੀਂ ਆਇਆ। ਰਿਵੋਲਟ ਵੀ ਉਹ ਤਾਂ ਹੀ ਕਰਦਾ ਵੀ ਕਿਸੇ ਚਾਟੇ ਉਹਨੂੰ ਪਹਿਲਾਂ ਲਾ ਲਿਆ ਗਿਆ, ਬੱਚਿਆਂ ਪੇਰੈਂਟਸ ਦੀ ਗਲਤੀ ਨਾਲ ਪੁਚਕਾਰ ਕੇ, ਜਦ ਪਿਆਰ ਵਿੱਚ ਜਾਂ ਹਾਂਜੀ ਜਿਸ ਵੀ ਤਰੀਕੇ ਦੇ ਨਾਲ, ਹਾਂਜੀ ਪਰ ਉਹ ਬਾਅਦ ਦੇ ਵਿੱਚ ਉਹਦੀ ਆਦਤ ਪੱਕ ਗਈ, ਹਾਂਜੀ ਤੇ ਫਿਰ ਹੁਣ ਜਦੋਂ ਪੇਰੈਂਟਸ ਉਹਨੂੰ ਹਟਾਉਣਾ ਚਾਹੁੰਦੇ ਤੇ ਉਹ ਰਿਵੋਲਟ ਕਰਦਾ। ਬਿਲਕੁਲ ਠੀਕ। ਪਰ ਮੈਂ ਦੱਸ ਦਿਆਂ ਕਿ ਇੱਕ ਬੱਚਾ, ਜਿਹੜਾ ਆਪਾਂ ਵੀ ਬੱਚੇ ਰਹੇ ਆ, ਉਹਦਾ ਜਿਹੜਾ ਬ੍ਰੇਨ ਦੀ ਸਟਰਕਚਰ ਆ ਹਜੇ ਇੱਕ ਵਗਦਾ ਪਾਣੀ ਹੈ। ਹਾਂਜੀ ਉਹਨੂੰ ਜਿੱਥੇ ਜਿਹੜਾ ਨੱਕਾ ਲਾ ਦਿਓਗੇ ਉੱਥੇ ਰੁਕ ਜਾਏਗਾ। ਹਾਂਜੀ ਹੋ ਸਕਦਾ ਨੱਕਾ ਛੋਟਾ ਵੱਡਾ ਸਮੱਸਿਆ ਦੇ ਲਿਹਾਜ਼ ਨਾਲ ਤੁਹਾਨੂੰ ਨੱਕਾ ਲਾਉਂਦਿਆਂ ਟਾਈਮ ਲੱਗੇ, ਸਮੱਸਿਆ ਥੋੜੀ ਆ, ਥੋੜਾ ਪਾਣੀ ਆ ਤੇ ਰੋਕ ਲਓ ਜਲਦੀ। ਸੋ ਕਹਿਣ ਦਾ ਮਤਲਬ ਇਹ ਹੈ, ਜਿੰਨਾ ਜ਼ਿਆਦਾ ਉਹਨੂੰ ਪਹਿਲਾਂ ਚਮਲਾਹਟ ਦੇ ਵਿੱਚ ਬੱਚੇ ਨੂੰ ਵਿਗਾੜ ਲਿਆ, ਓਨਾ ਹੀ ਥੋੜਾ ਜਿਹਾ ਉਹਨੂੰ ਠੀਕ ਰਾਹ ਤੇ ਲਿਆਉਣ ਨੂੰ ਪੇਰੈਂਟਸ ਨੂੰ ਜ਼ਿਆਦਾ ਐਫਰਟ ਲਾਉਣੀ ਪੈ ਸਕਦੀ ਆ। ਹਾਂਜੀ ਪਰ ਇਹ ਕੰਮ ਅਸੰਭਵ ਨਹੀਂ ਹੈ, ਕਿਉਂਕਿ ਵੀ ਜਦੋਂ ਬੱਚੇ ਦੀ ਤੁਸੀਂ ਆਦਤ ਬਦਲਣੀ ਆ, ਹੋ ਸਕਦਾ ਤੁਹਾਨੂੰ 1 ਦਿਨ ਤੰਗ ਕਰੇ, 2 ਦਿਨ ਤੰਗ ਕਰੇ, 4 ਦਿਨ ਤੰਗ ਕਰੇ, 5ਵੇਂ ਦਿਨ ਕਿਉਂਕਿ ਹਜੇ ਬ੍ਰੇਨ ਹੀ ਐਸਾ ਆ, ਬਚਪਨ ਆ, ਹਾਂਜੀ ਉਹਨੇ ਆਪੇ ਹੀ ਭੁੱਲ ਜਾਣਾ। ਹੌਲੀ ਹੌਲੀ ਉਹ ਨਵੇਂ ਹਾਲਾਤ ਦੇ ਮੁਤਾਬਕ ਉਹਨੇ ਢਲਣਾ ਸ਼ੁਰੂ ਹੋ ਜਾਣਾ। ਹਾਂਜੀ ਸੋ ਇਹ ਕਈ ਵਾਰੀ ਇੰਨਾ ਕੋ ਉਦਮ ਉਪਰਾਲਾ ਜਿਹੜਾ ਪੇਰੈਂਟਸ ਕਰ ਨਹੀਂ ਪਾਉਂਦੇ। ਪਿਛਲੇ ਦਿਨ ਇੱਕ ਬੜੇ ਸਤੇ ਹੋਏ ਬਾਪ, ਉਹਨਾਂ ਨੇ ਫੋਨ ਕੀਤਾ ਪਲਨ ਜੀ, ਹਾਂਜੀ ਉਹ ਕਹਿੰਦੇ ਜੀ ਵੀ ਮੈਨੂੰ ਪਤਾ ਹੀ ਨਹੀਂ ਲੱਗਾ ਮੇਰਾ ਜਿਹੜਾ ਲੜਕਾ ਸੀਗਾ ਕਦੋਂ ਜਾਣੀ ਉਹਨੇ ਭੰਗ ਪੀਣੀ ਸ਼ੁਰੂ ਕਰ ਦਿੱਤੀ, ਤੇ ਆ ਵੇਪਸ ਤੇ ਬਾਕੀ ਨਸ਼ਿਆਂ ਚਿੱਟਿਆਂ ਤੇ ਲੱਗ ਗਿਆ, ਹਨਾ। ਹਾਂਜੀ ਹਾਂਜੀ ਪਰ ਉਹਨਾਂ ਨੇ ਕਿਹਾ ਵੀ ਮੈਂ ਫਿਰ ਬੜੀ ਸਖਤੀ ਨਾਲ, ਜਿੱਦਣ ਮੈਨੂੰ ਪਤਾ ਲੱਗਾ, ਹਾਂਜੀ ਤੇ ਮੈਂ ਉਹਦਾ ਜਿਹੜਾ ਜੀ ਵੀ ਆਪਣੇ ਘਰ ਦੇ ਵਿੱਚ ਲੌਕ ਕਰ ਦਿੱਤਾ, ਤੇ ਉੱਥੇ ਉਹਦਾ ਖਾਣਾ ਪਾਣੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ, ਹਾਂਜੀ ਤੇ ਉਹਨੂੰ ਚੰਗੀ ਤਰ੍ਹਾਂ ਇਹ ਸਮਝਾਤਾ ਵੀ 2 4 5 ਦਿਨ ਹੁਣ ਔਖਾ, ਤੈਨੂੰ ਤਕਲੀਫ ਹੋਣੀ, ਤੂੰ ਕੱਢ ਲਾ। ਹਾਂਜੀ ਇਹ ਜਿਹੜੀ ਤੈਨੂੰ ਨਸ਼ੇ ਦੀ ਤੋੜ ਲੱਗਣੀ, ਇਹਨੂੰ ਜਰ ਲਾ, ਹਾਂਜੀ ਇਹਨੂੰ 5 ਦਿਨ ਹਫਤਾ ਜਰ ਜਾਏਗਾ, ਤੇਰੀ ਸਾਰੀ ਜ਼ਿੰਦਗੀ ਬਚ ਜੂਗੀ। ਹਾਂਜੀ ਲੋ ਜੀ, ਉਹ ਬੱਚੇ ਕੋਲੋਂ ਇਦਾਂ ਕਰਾ ਗਏ, ਅੱਜ ਉਹ ਬੱਚਾ ਵਕੀਲ ਬਣਿਆ ਹੋਇਆ, ਬਹੁਤ ਅੱਜ ਉਹ ਬੱਚਾ ਵਕੀਲ ਬਣਿਆ ਹੋਇਆ। ਹਾਂਜੀ ਸੋ ਇਸ ਕਰਕੇ ਜੇ ਉਦਮ ਉਪਰਾਲਾ ਪੇਰੈਂਟਸ ਨਹੀਂ ਕਰਨਗੇ ਤੇ ਕਰੂਗਾ ਕੌਣ? ਹਾਂਜੀ ਜੇ ਉਹਨੂੰ ਚਮਲਾਹਟ ਦੇ ਵਿੱਚ ਉਹਦੀਆਂ ਆਦਤਾਂ ਵਿਗਾੜੀਆਂ, ਹਾਂਜੀ ਤੇ ਠੀਕ ਕਰਨ ਦੀ ਸਕਿੱਲ ਵੀ ਪੇਰੈਂਟਸ ਕੋਲ ਹੀ ਹੋਣੀ ਚਾਹੀਦੀ ਜੀ। ਫਿਰ ਹਾਂਜੀ ਇਹ ਤਾਂ ਹੈ ਜੀ। ਕਈ ਵਾਰੀ ਇਸ ਤਰ੍ਹਾਂ ਕਿ ਮੋਨੀਟਰਿੰਗ, ਪੇਰੈਂਟਸ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਈ ਵਾਰੀ ਪੇਰੈਂਟਸ ਮੋਨੀਟਰਿੰਗ ਨਹੀਂ ਕਰ ਸਕਦੇ, ਔਰ ਕਈ ਵਾਰੀ ਇਹ ਹੁੰਦਾ ਕਿ ਉਹਨਾਂ ਦੀ, ਜੇ ਤੁਸੀਂ ਦੱਸਿਆ ਕਿ ਉਹ ਇੱਕ ਇਸ ਤਰ੍ਹਾਂ ਦੀ ਲੱਤ ਨੂੰ ਨਹੀਂ ਠੀਕ ਕਰ ਕਰਨ ਦੇ, ਸਕਦੇ, ਇਹਦੇ ਵਿੱਚ ਮੈਨੂੰ ਇੰਨਾ ਐਡ ਕਰ ਦਿਓ। ਹਾਂਜੀ ਕਰ ਸਕਦੇ ਆ। ਤੁਸੀਂ ਕਿਹਾ ਜੀ ਵੀ ਉਹ ਮੋਨੀਟਰ ਨਹੀਂ ਕਰ ਸਕਦੇ, ਹਾਂਜੀ ਤੇ ਕੋਈ ਗੱਲ ਨਹੀਂ, ਜੇ ਤੁਸੀਂ ਮੋਨੀਟਰ ਨਹੀਂ ਕਰ ਸਕਦੇ ਤੇ ਸਕੂਲ ਸਿਸਟਮ ਦੇ ਵਿੱਚ ਸੈੱਲ ਫੋਨ ਦੀ ਤਾਂ ਅਸੀਂ ਕਹਿੰਦੇ ਵੀ ਲੋੜ ਹੀ ਨਹੀਂ, ਫਿਰ ਲੈ ਕੇ ਹੀ ਨਾ ਦਿਓ। ਇਹ ਤਾਂ ਹੈ। ਸਕੂਲ ਸਿਸਟਮ ਦੇ ਵਿੱਚ ਅਸੀਂ ਕਹਿੰਦੇ ਵੀ ਕੈਸ਼ ਦੀ ਲੋੜ ਹੀ ਨਹੀਂ, ਫਿਰ ਤੁਸੀਂ ਕੈਸ਼ ਹੀ ਨਾ ਦਿਓ। ਹਾਂਜੀ ਇੰਨਾ ਤੇ ਹਰ ਪੇਰੈਂਟ ਕਰ ਹੀ ਸਕਦਾ। ਹਾਂਜੀ ਹਾਂਜੀ ਇਹ ਤਾਂ ਹੈ। ਇਹ ਤਾਂ ਕੋਈ ਬਹੁਤ ਵੱਡੀ ਡਿਮਾਂਡ ਨਹੀਂ ਰੱਖੀ ਗਈ ਹਾਂਜੀ ਵੀ ਹਾਂਜੀ ਜੇ ਤੁਸੀਂ ਮੋਨੀਟਰ ਕਰਨ ਦਾ ਸਮਾਂ ਨਹੀਂ, ਤੁਹਾਡੇ ਕੋਲ ਮੋਨੀਟਰ ਕਰਨ ਦੀ ਨੌਲੇਜ ਨਹੀਂ, ਸੋਝੀ ਨਹੀਂ, ਕੋਈ ਹਾਂਜੀ, ਪ੍ਰੋਬਲਮ ਨਹੀਂ, ਹਾਂਜੀ। ਪਰ ਤੁਸੀਂ ਸਮੱਸਿਆ ਸਹੇੜੀ ਕਿਉਂ ਹੋਈ ਹੈ? ਹਾਂ ਇਹ ਤਾਂ ਹੈ। ਕਿਹੜੀ ਐਸੀ ਆਫਤ ਆ ਕਿ ਤੁਸੀਂ ਸੈੱਲ ਫੋਨ ਲੈ ਕੇ ਤੇ ਉਹਨੂੰ ਦੇਣਾ ਜ਼ਰੂਰ ਹੈ? ਹਾਂਜੀ। ਕਿਉਂਕਿ ਸਿੱਖਣ ਵਾਸਤੇ ਤਾਂ ਲੋੜ ਹੈ ਹੀ ਨਹੀਂ। ਪਰ ਜੇ ਕਿਸੇ ਬੱਚੇ ਨੇ ਆ ਕੇ ਐਵੇਂ ਹੀ ਮਤਲਬ ਪੇਰੈਂਟਸ ਨੂੰ ਕਹਿ ਵੀ ਦਿੱਤਾ ਵੀ ਮੈਨੂੰ ਤਾਂ ਜੀ ਪੜ੍ਹਨ ਵਾਸਤੇ ਸੈੱਲ ਫੋਨ ਸਕੂਲੇ ਲੈ ਜਾਣਾ ਜ਼ਰੂਰੀ ਹੈ, ਹਾਂਜੀ ਹਾਂਜੀ ਇਸ ਤੋਂ ਪਹਿਲਾਂ ਕਿ ਬੱਚੇ ਨੂੰ ਤੁਸੀਂ ਸੈੱਲ ਫੋਨ ਲੈ ਕੇ ਦਿਓ, ਟੀਚਰਸ ਕਹਿੰਦੇ ਆ ਵੀ ਇੱਕ ਵਾਰੀ ਪੇਰੈਂਟਸ ਸਾਨੂੰ ਆ ਕੇ ਪੁੱਛ ਤਾਂ ਲੈਣ ਵੀ ਇੱਥੇ ਸੈੱਲ ਫੋਨ ਦੀ ਲੋੜ ਆ। ਅਸੀਂ ਠੀਕ ਹੈ। ਕਦੇ ਵੀ ਨਹੀਂ ਕਨਫਰਮ ਕਰਾਂਗੇ ਕਿ ਹਾਂਜੀ ਲੋੜ ਆ ਤੁਸੀਂ ਲੈ ਦਿਓ। ਠੀਕ ਸੋ ਹੈ। ਇਸ ਕਰਕੇ ਥੋੜ੍ਹਾ ਜਿਹਾ ਇਹ ਜਿਹੜੀ ਸਮੱਸਿਆ ਦੀ ਸ਼ੁਰੂਆਤ ਹਾਂਜੀ ਸਾਨੂੰ ਇਹ ਕਹਿਣਾ ਪਏਗਾ
ਜਿਹੜੀ ਗੱਲ ਸਹੀ ਆ ਉਹ ਕਰਨੀ ਪਏਗੀ, ਮੰਨਣੀ ਪਏਗੀ ਹਾਂਜੀ ਕਿ ਇਹ ਸਭ ਕੁਝ ਕਿਤੇ ਨਾ ਕਿਤੇ ਪੇਰੈਂਟਸ ਦੀ ਢਿੱਲ ਕਰਕੇ ਹੀ ਰਿਹਾ ਹੈ। ਹਾਂਜੀ ਹਾਂਜੀ ਘਰਾਂ ਦਾ ਮਾਹੌਲ, ਸਕੂਲਾਂ ਦਾ ਮਾਹੌਲ, ਹਾਂਜੀ ਇਹ ਰਲ ਮਿਲ ਕੇ ਕਮਿਊਨਿਟੀ ਜਿੰਨਾ ਆਪਣਾ ਕਮਿਊਨੀਕੇਸ਼ਨ ਗੈਪ ਘਟਾ ਲੈਣਗੇ, ਇੱਕ ਦੂਸਰੇ ਨਾਲ ਸਹਿਯੋਗ ਕਰ ਲੈਣਗੇ, ਐਜੂਕੇਟਰਸ ਤੇ ਪੇਰੈਂਟਸ, ਹਾਂਜੀ ਉਹਨਾਂ ਹੀ ਬੱਚੇ ਦੇ ਬੈਸਟ ਇੰਟਰਸਟ ਵਾਸਤੇ ਦੋਨੇ ਤਰ੍ਹਾਂ ਕੰਮ ਕਰ ਸਕਣਗੇ। ਇਹ ਤੁਹਾਡੀ ਗੱਲ ਬੜੀ ਸਿਆਣੀ ਹੈ ਜੀ, ਕਿ ਕਮਿਊਨੀਕੇਸ਼ਨ ਗੈਪ ਵੀ ਹੈਗਾ, ਜਨਰੇਸ਼ਨ ਗੈਪ ਵੀ ਹੈਗਾ, ਫਿਰ ਵੈਨੀਰੇਸ਼ਨ ਗੈਪ ਵੀ ਹੈਗਾ ਆ, ਕਿ ਕੀ ਇਹ ਨਹੀਂ ਹੋ ਸਕਦਾ ਕਿ ਇਸ ਤਰ੍ਹਾਂ ਦਾ ਕੋਈ ਵਿਸ਼ਾ ਜਿਹੜਾ ਉਹ ਸਕੂਲ ਬੋਰਡ ਵਾਲੇ ਸ਼ਾਮਲ ਕਰਨ ਆਪਣੇ ਕਰਿਕੂਲਮ ਦੇ ਵਿੱਚ, ਜਿਸ ਤਰ੍ਹਾਂ ਦੇ ਵਿੱਚ ਕੋਈ ਪਰਸਨੈਲਿਟੀ ਡਿਵੈਲਪਮੈਂਟ ਦਾ ਹੋਵੇ, ਤੇ ਡਰੱਗ ਡੀ ਐਡਿਕਸ਼ਨ ਦੇ ਕੋਈ ਅਸੂਲ ਦੱਸੇ ਜਾਣ, ਔਰ ਇਹਦੇ ਮੈਰਿਟਸ ਐਂਡ ਡੀਮੈਰਿਟਸ ਦੱਸੇ ਜਾਣ, ਔਰ ਉਹ ਉਹਨਾਂ ਦੇ GPA ਨੂੰ ਵੀ ਕੰਟਰੀਬਿਊਟ ਕਰਨ, ਤੇ ਉਹਨਾਂ ਦੇ ਮਾਰਕਸ ਹੋਣ, ਉਹਦਾ ਇੱਕ ਵਿਸ਼ਾ ਹੋਵੇ, ਤੇ ਮੇਰਾ ਖਿਆਲ ਤਾਂ ਉਹ ਵਾਜਬ ਜੀ ਗੱਲ ਲੱਗਦੀ ਹੈ ਅਗਰ ਇਹ ਹੋ ਸਕਦਾ ਇਹ ਹੋਵੇ। ਨਹੀਂ ਗਾ ਵੀ ਇਹ ਹੋ ਨਹੀਂ ਰਿਹਾ, ਇਹ ਆਲਰੇਡੀ ਸਿਲੇਬਸ ਦੇ ਵਿੱਚ ਕਾਫੀ ਕੁਝ ਬੱਚਿਆਂ ਨੂੰ ਇਹ ਸਭ ਕੁਝ ਟਾਈਮ ਟੂ ਟਾਈਮ ਜਿਹੜੇ ਇਹਦੇ ਜਿਵੇਂ ਉਹਨਾਂ ਨੂੰ ਲੈਸਨਸ ਵੀ ਦਿੱਤੇ ਜਾਂਦੇ ਆ, ਇਹਦੇ ਜਿਹੜੇ ਵੀ ਐਕਸਪਰਟਸ ਆ ਉਹਨਾਂ ਦੇ ਲੈਕਚਰ ਵੀ ਕਰਾਏ ਜਾਂਦੇ ਆ, ਤੇ ਉਹ ਤਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਜੋ ਰੈਗੂਲਰ ਤਰੀਕੇ ਨਾਲ ਹੋ ਰਿਹਾ ਉਹ ਸਭ ਕੁਝ ਚੱਲ ਰਿਹਾ। ਪਰ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਕੋਈ ਵੀ ਇਨਸਾਨ ਇਸ ਦੁਨੀਆ ਦੇ ਵਿੱਚ ਬੁਰਾਈਆਂ ਨਾਲ ਨਹੀਂ ਸੀ ਲੈ ਕੇ ਆਏ, ਚੰਗਿਆਈਆਂ ਵੀ ਨਾਲ ਨਹੀਂ ਸੀ ਲੈ ਕੇ ਆਏ। ਜਿੱਦਾਂ ਆਸ-ਪਾਸ ਦੇ ਵਿੱਚ ਬਚਪਨ ਦੇ ਵਿੱਚ ਕਿਸੇ ਬੱਚੇ ਨੂੰ ਮਾਹੌਲ ਮਿਲ ਗਿਆ, ਉਹੋ ਜਿਹਾ ਜੀ ਵੀ ਉਹਦੇ ਦਿਮਾਗ ਦੀ ਕੋਰੀ ਸਲੇਟ ਤੇ ਜਿਹੜਾ ਉਹ ਸਭ ਕੁਝ ਉਕਰਨਾ ਸ਼ੁਰੂ ਹੋ ਜਾਂਦਾ। ਹਾਂਜੀ ਪਰ ਹੁਣ ਫਿਰ ਨਾਲ ਹੀ ਆਪਾਂ ਕਹਿੰਦੇ ਆ ਪਲਨ ਜੀ ਕਿ ਇਸ ਸੰਸਾਰ ਦੇ ਵਿੱਚ ਇਨਸਾਨ ਨੂੰ ਚੰਗਾ ਸਿਖਾਉਣ ਲਈ ਤਾਂ ਬਹੁਤ ਗ੍ਰੰਥ ਰਚੇ ਗਏ, ਚੰਗਾ ਬਣਾਉਣ ਲਈ ਬਹੁਤ ਗ੍ਰੰਥ ਰਚੇ ਗਏ, ਹਾਂਜੀ ਹਾਂਜੀ ਕਿੰਨੇ ਉਪਦੇਸ਼ ਹੈ, ਹਾਂਜੀ ਪਰ ਬੁਰਾ ਬਣਾਉਣ ਲਈ ਤਾਂ ਕੁਝ ਵੀ ਨਹੀਂ ਹੈ। ਅੱਛਾ, ਪਰ ਫਿਰ ਵੀ ਜੇ ਇਨਸਾਨ ਬੁਰੇ ਬਣਦੇ ਨੇ ਤੇ ਹਾਲਾਤ ਕਿਤੇ ਨਾ ਕਿਤੇ ਘਰ ਦੇ ਜਿਹੜੇ ਉਹਦੇ ਵਿੱਚ ਜ਼ਿੰਮੇਵਾਰ ਹੋ ਜਾਂਦੇ, ਬਾਹਰ ਦੇ ਸੁਸਾਇਟੀ ਦੇ ਹੁੰਦੇ ਹੋਣਗੇ, ਬਿਲਕੁਲ ਸਹੀ ਗੱਲ, ਪਰ ਕੋਈ ਸਕੂਲ ਐਸਾ ਨਹੀਂਗਾ ਜਿਹੜਾ ਬੱਚੇ ਨੂੰ ਬੁਰਾ ਬਣਾ। ਨਾ ਬਿਲਕੁਲ ਸਹੀ ਗੱਲ। ਅੱਛਾ, ਇਸ ਕਰਕੇ ਇਹ ਆ ਜੀ ਵੀ ਇਹ ਘਰ ਦਾ ਜਿਹੜਾ ਮਾਹੌਲ ਜਦੋਂ ਬੱਚੇ ਨੂੰ ਮਿਲਣਾ, ਉਹਦੇ ਵਿੱਚ ਨੈਚੁਰਲੀ ਆ ਵੀ ਉਹ ਘਰ ਦੇ ਵਿੱਚ ਮਾਹੌਲ ਤਾਂ ਹੀ ਕੋਰਸਪੌਂਡ ਸਕੂਲ ਦੇ ਮਾਹੌਲ ਨਾਲ ਕਰ ਸਕੂਗਾ ਜੇ ਪੇਰੈਂਟਸ ਦਾ ਐਜੂਕੇਟਰਸ ਦੇ ਨਾਲ ਕਨੈਕਸ਼ਨ ਆ। ਕਿਉਂਕਿ ਐਜੂਕੇਟਰਸ ਚਾਹੁੰਦੇ ਆ ਵੀ ਉਹਨਾਂ ਨੂੰ ਥੋੜ੍ਹਾ ਬਹੁਤਾ ਪਤਾ ਹੋਵੇ ਵੀ ਬੱਚੇ ਦੇ ਵਾਸਤੇ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਆ। ਹਾਂਜੀ ਪੇਰੈਂਟਸ ਵੀ ਚਾਹੁੰਦੇ ਆ ਜਾਨਣਾ ਵੀ ਸਕੂਲ ਦੇ ਵਿੱਚ ਬੱਚਾ ਕੀ ਸਿੱਖ ਕੇ ਆਇਆ ਜੀ, ਸਾਨੂੰ ਪਤਾ ਹੋਣਾ ਚਾਹੀਦਾ। ਹਾਂਜੀ ਪਰ ਇਹ ਵਨ ਵੇ ਟ੍ਰੈਫਿਕ ਨਹੀਂ ਹੈਗੀ, ਵੀ ਹਾਂਜੀ, ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ, ਹਾਂਜੀ ਐਜੂਕੇਟਰਸ ਨੂੰ ਵੀ ਪਤਾ ਹੋਣਾ ਚਾਹੀਦਾ, ਕਿਉਂਕਿ ਉਹ ਪਾਰਟ ਆਫ ਬੱਚਾ ਉਸ ਵੇਲੇ ਵੀ ਗਰੋ ਹੋ ਰਿਹਾ। ਬਿਲਕੁਲ ਸਹੀ। ਬੱਚਾ ਘਰ ਦੇ ਵਿੱਚ ਉਹਨੂੰ ਕੀ ਮਾਹੌਲ ਮਿਲ ਰਿਹਾ ਵੀ ਉਹ ਸਕੂਲ ਦੇ ਵਿੱਚ ਆ ਕੇ ਤਾਂ ਕਿ ਉਹਦਾ ਬਿਹੇਵੀਅਰ ਆ ਜਿਹੜਾ ਕੋਰਸਪੌਂਡ ਕੀਤਾ ਜਾ ਸਕੇ। ਹਾਂਜੀ ਸੋ ਇਸ ਕਰਕੇ ਜੀ ਵੀ ਇਹ ਐਜੂਕੇਸ਼ਨ ਸਿਸਟਮ ਦੇ ਵਿੱਚ ਆਲਰੇਡੀ ਕਾਫੀ ਕੁਝ ਹੋ ਰਿਹਾ ਹੁੰਦਾ। ਪਰ ਦੂਸਰੇ ਪਾਸੇ ਵੀ ਇਹ ਜਿਹੜਾ ਫੋਨ ਵਾਲਾ ਤੇ ਕੈਸ਼ ਵਾਲਾ, ਹਾਂਜੀ ਆਪਾਂ ਕਹਿੰਦੇ ਨਾ ਵੀ ਬੱਚੇ ਨੂੰ ਬੁਰਾ ਸਿਖਾਉਣ ਲਈ ਇਸ ਸੰਸਾਰ ਦੇ ਵਿੱਚ ਕੋਈ ਨਹੀਂ। ਹਾਂਜੀ ਪਹਿਲਿਆਂ ਸਮਿਆਂ ਦੇ ਵਿੱਚ ਹੁੰਦਾ ਸੀਗਾ ਵੀ ਬੱਚਾ ਸਕੂਲ ਚਲੇ ਗਿਆ, ਘਰ ਨੂੰ ਆ ਗਿਆ, ਘਰੋਂ ਸਕੂਲ ਨੂੰ ਚਲੇ ਗਿਆ, ਫਿਰ ਮੁੜ ਕੇ ਆ ਗਿਆ। ਹੁਣ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ, ਹਾਂਜੀ ਹਾਂਜੀ ਅੱਜ ਸੋਸ਼ਲ ਮੀਡੀਆ ਵਿੱਚ ਆ ਕੇ ਤੀਸਰੀ ਧਿਰ ਬਣ ਗਿਆ। ਹਾਂਜੀ ਹਾਂਜੀ ਉਹ ਹੁਣ ਪੇਰੈਂਟਸ ਨੇ ਸੈੱਲ ਫੋਨ, ਉਹ ਇੰਟਰਨੈਟ, ਸਭ ਕੁਝ ਉਹ ਪਲੇਟ 'ਚ ਪਰੋਸ ਕੇ ਬੱਚੇ ਨੂੰ ਦਿੱਤਾ, ਤੇ ਹਾਂਜੀ। ਉਹ ਭਟਕਣ ਲਈ ਸੁਪਰਵਾਈਜ਼ ਉਹਨੂੰ ਨਹੀਂ ਕੀਤਾ, ਉਹਨੂੰ ਮੌਕਾ ਮਿਲ ਗਿਆ ਤੇ ਉਸ ਪਾਸੇ ਉਹ ਇੱਕ ਤਰੀਕੇ ਨਾਲ ਅਣਜਾਣਪੁਣੇ 'ਚ ਪੇਰੈਂਟਸ ਨੇ ਆਪੇ ਹੀ ਉਹਨੂੰ ਬੁਰਾਈਆਂ ਵੱਲ ਨੂੰ ਧੱਕ ਦਿੱਤਾ। ਬਿਲਕੁਲ ਸੋ ਸਹੀ। ਤਦ ਕਰਕੇ ਇਹ ਹੈ ਜੀ ਵੀ ਇਸ ਸੰਸਾਰ ਦੇ ਵਿੱਚ ਕਿਸੇ ਨੂੰ ਬੁਰਾ ਬਣਾਉਣ ਦੇ ਲਈ ਕੋਈ ਹੈ ਨਹੀਂ ਕੁਝ ਵੀ, ਕੋਈ ਪੇਰੈਂਟਸ ਕਿਸੇ ਬੱਚੇ ਨੂੰ ਬੁਰਾ ਨਹੀਂ ਬਣਾਉਣਾ ਚਾਹੁੰਦੇ ਜਾਂ ਚਾਹੁੰਦੀਆਂ, ਪਰ ਇਹ ਸਭ ਕੁਝ ਹੁਣ ਪੇਰੈਂਟਸ ਦੇ ਹੱਥੋਂ ਹੀ ਹੋ ਰਿਹਾ। ਹਾਂਜੀ ਸੈੱਲ ਫੋਨ ਪੇਰੈਂਟਸ ਨੇ ਦਿੱਤਾ, ਇੰਟਰਨੈਟ ਫੈਸਿਲਿਟੀ ਪੇਰੈਂਟਸ ਨੇ ਦਿੱਤੀ, ਸੈੱਲ ਫੋਨ ਦਾ ਬਿੱਲ ਕਿਹਨੇ ਤਾਰਿਆ? ਪੇਰੈਂਟਸ ਨੇ ਤਾਰਿਆ। ਹਾਂਜੀ ਅੱਛਾ, ਤੇ ਕੈਸ਼ ਕਿਹਨੇ ਦਿੱਤਾ? ਪੇਰੈਂਟਸ ਨੇ ਦਿੱਤਾ। ਕ੍ਰੈਡਿਟ ਕਾਰਡ ਬੱਚੇ ਦਾ ਤੇ ਅਜੇ ਬਣਿਆ ਹੀ ਨਹੀਂ, ਕਿਹਦਾ ਲੈ ਕੇ ਗਿਆ? ਪੇਰੈਂਟਸ ਦਾ ਲੈ ਕੇ ਗਿਆ। ਹਾਂਜੀ ਸੋ ਇਸ ਕਰਕੇ ਥੋੜ੍ਹਾ ਜਿਹਾ ਆਪਾਂ ਆਇਡੈਂਟੀਫਾਈ ਪ੍ਰੋਬਲਮ ਨੂੰ ਠੀਕ ਕਰ ਲਈਏ। ਆਇਡੈਂਟੀਫਾਈ ਕਰਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਜਾਣਕਾਰੀਆਂ ਦੱਸ ਰਹੇ ਹਾਂ, ਤੇ ਹੁਣ ਇਹਨਾਂ ਤੇ ਜੇ ਆਪਾਂ ਅਮਲ ਕਰ ਲਾਂਗੇ ਤੇ ਮੈਨੂੰ ਲੱਗਦਾ ਕਿ ਥੋੜ੍ਹੇ ਸਮੇਂ ਦੇ ਵਿੱਚ ਹੀ ਅਸੀਂ ਇੱਕ ਵੱਡੀ ਪਲਾਂਘ ਜਿਹੜੀ ਆ ਸਕੂਲ ਸਿਸਟਮ ਨੂੰ ਪੋਜ਼ਿਟਿਵ ਕਰਨ ਦੇ ਵਿੱਚ, ਪੁੱਟਣ ਦੇ ਵਿੱਚ ਜਿਹੜਾ ਜੀ ਉਹ ਸਾਰੇ ਸਿਸਟਮ ਦੀ ਸਹਾਇਤਾ ਕਰ ਸਕਦੇ ਹਾਂ। ਹਾਂਜੀ ਹਾਂਜੀ ਤੁਸੀਂ ਤਾਂ ਬੜੇ ਉਪਰਾਲੇ ਕਰ ਰਹੇ ਹੋ, ਲਗਾਤਾਰ ਕਰ ਰਹੇ ਹੋ, ਔਰ ਤੁਹਾਡੇ ਜਿਹੜੇ ਵਿਚਾਰ ਆ ਉਹ ਵੀ ਉਹਨਾਂ ਵਿੱਚ ਸਾਰਥਕਤਾ ਵੀ ਹੈਗੀ ਆ, ਪਤਾ ਹੀ ਲੱਗ ਰਿਹਾ ਹੈ। ਔਰ ਕਈ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜੀ ਕਿ ਅੱਜ ਕੱਲ੍ਹ ਦਾ ਜਿਹੜਾ ਨੌਜਵਾਨ, ਜਾਂ ਟੀਨਏਜਰਸ ਕਹਿ ਲਓ, ਨੌਜਵਾਨ, ਹੁਣ ਕਿਸੇ ਤਰੀਕੇ ਨਾਲ ਆਪਾਂ ਇਹਨੂੰ ਕਨਫਿਗਰੇਸ਼ਨ ਤਾਂ ਕਰਾਂਗੇ ਨਾ, ਜੀ ਉਹ ਸਪਿਰਿਚੁਅਲ ਡਿਸਕੋਰਸਿਸ ਨਾ ਹੋਣ ਕਰਕੇ, ਮਤਲਬ ਤੁਸੀਂ ਦੂਸਰੇ ਸ਼ਬਦਾਂ 'ਚ ਕਹਿ ਲਓ ਇੱਕ ਮੋਰਲ ਕੰਪਸ ਦੀ ਜ਼ਰੂਰਤ ਆ, ਜਿਹੜੀ ਕਿ ਕਈ ਵਾਰੀ ਨਜ਼ਰ ਆ ਰਿਹਾ ਕਿ ਉਹਦੀ ਘਾਟ। ਕੀ ਇਹਦੇ ਵਿੱਚ ਪੇਰੈਂਟਸ ਕੁਝ ਯੋਗਦਾਨ ਪਾ ਸਕਦੇ ਆ, ਤੇ ਜਾਂ ਕੋਈ ਸਿਲੇਬਸ ਵਿੱਚ ਇਸ ਤਰ੍ਹਾਂ ਦੇ ਹੋਣ, ਕੋਈ ਗਲੀਨਡ ਫਰੋਮ ਡਿਫਰੈਂਟ ਸਕ੍ਰਿਪਚਰਸ ਦੋ, ਕਿ ਜਿਹੜੇ ਮੋਰਲ ਲੈਸਨਸ ਆ, not like community based, not like any sect or any group, but common moral lessons from scriptures,
ਕੀ ਇਹਨਾਂ ਦੀ ਜ਼ਰੂਰਤ ਤੁਸੀਂ ਮਹਿਸੂਸ ਕਰਦੇ ਹੋ? ਬਿਲਕੁਲ ਜੀ, ਦੇਖੋ ਬਹੁਤ ਸਾਰੇ ਪੇਰੈਂਟਸ ਫੈਮਲੀਜ਼ ਬਹੁਤ ਅੱਛਾ ਵੀ ਕਰ ਰਹੇ, ਬਹੁਤ ਬੱਚੇ ਚੰਗਾ ਕਰ ਰਹੇ ਆ ਸਾਡੇ ਸਕੂਲਾਂ ਦੇ ਵਿੱਚ। ਮੈਂ ਫਿਰ ਦੱਸਣਾ ਚਾਹੁੰਦਾ ਕਿਉਂਕਿ ਇਸੇ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਚੰਗਾ ਕਰ ਰਹੇ ਸੀ, ਅਤੇ ਆਪਣੇ ਆਪ ਮੇਰੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਇਆ ਵੀ ਸਾਡੇ ਵਾਰਡ 9-10 ਦੇ ਵਿੱਚ ਬਰੈਂਪਟਨ ਦੇ 4 ਜਿਹੜੇ ਸੈਕੰਡਰੀ ਸਕੂਲ ਆ, ਕਿੰਨੇ ਬੱਚੇ ਅੱਛੇ ਕੰਮ ਕਰ ਰਹੇ ਆ ਜੀ। ਹਾਂਜੀ ਬਹੁਤ ਸਾਰਿਆਂ ਨੇ ਲੰਗਰ ਲਾਏ ਆ ਜੀ, ਕਿਸੇ ਨੇ ਦਸਤਾਰ ਜਿਹੜੀ ਆ ਉਹਦਾ ਪ੍ਰਚਾਰ ਕੀਤਾ, ਕਹਿ ਲਓ ਕਿ ਹਾਂਜੀ ਦਸਤਾਰ ਸਜਾ ਕੇ ਹਾਂਜੀ ਹੋਰ ਬੱਚਿਆਂ ਨੂੰ ਉਹਦੇ ਵਾਸਤੇ ਬਕਾਇਦਾ ਈਵੈਂਟਸ ਜਿਹੜੇ ਉਹ ਬਣਾਏ ਵੀ ਦਸਤਾਰ ਦੇ ਬਾਰੇ ਹੋਰ ਕਮਿਊਨਿਟੀਜ਼ ਨੂੰ ਦੱਸਿਆ ਜਾ ਸਕੇ। ਇੱਕ ਤੋਂ ਵੱਧ ਸਕੂਲਾਂ ਦੇ ਵਿੱਚ ਬੱਚਿਆਂ ਨੇ ਜਾ ਕੇ ਜਿਹੜਾ ਲੰਗਰ ਆ ਜੀ ਵੀ ਲਗਾਇਆ, ਤੇ ਸੈਂਕੜੇ ਬੱਚਿਆਂ ਨੇ ਮਿਲ ਕੇ ਉਹ ਛਕਿਆ ਜੀ। ਠੀਕ ਹੈ ਸੋ ਇਹ ਹੁਣ ਘਰਦਿਆਂ ਦੀ ਜਿਹੜੀ ਵੀ ਪੇਰੈਂਟਸ ਦੀ ਅੱਛੀ ਪ੍ਰੇਰਨਾ ਕਰਕੇ ਹੀ ਇਹ ਸਭ ਕੁਝ ਪੱਲਣ ਸਾਹਿਬ ਜਿਹੜਾ ਹਾਂਜੀ ਸੰਭਵ ਹੋ ਪਾਉਂਦਾ। ਇਸ ਕਰਕੇ ਇੱਕ ਤਾਂ ਬੱਚਿਆਂ ਨੂੰ ਜੀ ਵੀ ਇਸ ਤਰੀਕੇ ਦੇ ਨਾਲ ਜਿਹਨਾਂ ਘਰਾਂ ਤੋਂ ਸਿੱਖਿਆ ਚੰਗੀ ਮਿਲ ਰਹੀ ਆ, ਉਹ ਫਿਰ ਨੈਚੁਰਲੀ ਆ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜੇ ਟੀਚਰਸ ਆ, ਐਜੂਕੇਟਰਸ ਆ, ਉਹ ਤੇ ਸਹਿਯੋਗ ਕਰਨ ਨੂੰ ਤਿਆਰ ਬੈਠੇ ਆ ਕਿ ਹਾਂਜੀ ਜਿਹੜੇ ਬੱਚੇ ਕੁਝ ਅੱਛਾ ਕਰਨਾ ਚਾਹੁੰਦੇ ਆ ਉਹਨਾਂ ਇਹ ਤਾਂ ਨੂੰ ਠੀਕ ਹੋਰ ਹੈ। ਵੱਧ ਤੋਂ ਵੱਧ ਕੋਆਪਰੇਟ ਕੀਤਾ ਜਾ ਸਕੇ। ਹਾਂਜੀ ਹਾਂਜੀ ਦੂਸਰਾ ਇਹ ਦੱਸ ਦਈਏ ਕਿ ਅੱਜ ਜਿੰਨੀਆਂ ਕਮੀਆਂ ਵਿਦੇਸ਼ਾਂ ਤੋਂ ਆਪਾਂ ਨੂੰ ਆ ਕੇ ਨਾ ਇਹ ਸਰਕਾਰੀ ਸਕੂਲ ਸਿਸਟਮ ਦੇ ਵਿੱਚ ਮਹਿਸੂਸ ਹੁੰਦੀਆਂ, ਮੈਂ ਹੁਣ ਇਸ ਸਿਸਟਮ ਦੇ ਵਿੱਚ ਹੈ, ਮੈਂ ਤੁਹਾਨੂੰ ਦੱਸਦਾ ਵੀ ਇੰਨਾ ਬੁਰਾ ਇਹ ਸਿਸਟਮ ਹੈ ਨਹੀਂ ਜਿੰਨਾ ਕਈ ਵਾਰੀ ਆਪਾਂ ਇਹਦੇ ਵਿੱਚ ਨੁਕਸ ਕੱਢਦੇ ਹਾਂ। ਹਾਂਜੀ ਕਿਉਂਕਿ ਨੁਕਸ ਹੁਣ ਦੇਖੋ ਵੀ ਇਹ ਧਰਤੀ ਹਵਾ ਪਾਣੀ ਤਾਂ ਸਾਰਾ ਇੱਕੋ ਜਿਹਾ ਹੀ ਆ, ਮਤਲਬ ਭਾਰਤ ਦੇ ਵਿੱਚ ਵੀ ਉਹੀ ਆ, ਅਫਰੀਕਾ 'ਚ ਵੀ ਉਹੀ ਆ। ਮਤਲਬ ਜਿੱਥੇ ਇਨਸਾਨਾਂ ਨੇ ਮਿਲ ਕੇ ਆਪਣੇ ਕਿਰਦਾਰ ਬਲਵਾਨ ਕਰਕੇ ਉਸ ਆਪਣੇ ਖਿੱਤੇ ਨੂੰ ਵਧੀਆ ਬਣਾ ਲਿਆ, ਉੱਥੇ ਨੰਬਰ 1 ਸਮਾਜ ਆ, ਨੰਬਰ 1 ਜੀਵਨ ਆ ਜੀ। ਹਾਂਜੀ ਇੱਦਾਂ ਹੀ ਆ ਵੀ ਇਹ ਜਿਹੜਾ ਕੈਨੇਡਾ ਦੇਸ਼ ਆਪਾਂ ਨੂੰ ਹੁਣ ਵਿਦੇਸ਼ਾਂ 'ਚ ਬਹਿ ਕੇ ਬਹੁਤ ਵਧੀਆ ਲੱਗਦਾ। ਹਾਂਜੀ ਅਕਸਰ ਜਿਹੜਾ ਵੀ ਕਰੋੜਾਂ ਲੋਕ ਇੱਥੇ ਅੱਜ ਵੀ ਆਉਣ ਨੂੰ ਤਿਆਰ ਆ, ਹਾਂਜੀ ਉਹ ਜਿਨ੍ਹਾਂ ਨੇ ਇਹਨੂੰ ਨੰਬਰ 1 ਬਣਾ ਕੇ ਦਹਾਕਿਆਂ ਤੋਂ ਰੱਖਿਆ ਹੋਇਆ, ਹਾਂਜੀ ਉਹ ਲੋਕ ਇਹਨਾਂ ਹੀ ਸਰਕਾਰੀ ਸਕੂਲਾਂ ਦੇ ਵਿੱਚੋਂ ਪੜ੍ਹੇ ਹੋਏ ਆ। ਬਿਲਕੁਲ ਸਹੀ ਜੇ ਹੈ। ਐਜੂਕੇਸ਼ਨ ਸਿਸਟਮ ਇੰਨਾ ਹੀ ਨਕਾਰਾ ਹੋਵੇ, ਸਾਡਾ ਜਿੱਥੋਂ ਆਏ ਆ ਇੰਨਾ ਹੀ ਉੱਤਮ ਹੋਵੇ, ਤੇ ਭੱਜ ਕੇ ਤੇ ਇਹਨਾਂ ਨੂੰ ਸਾਡੇ ਵੱਲ ਆਉਣਾ ਚਾਹੀਦਾ ਸੀ। ਸਾਡਾ ਉਹ ਮੁਲਕ ਨੰਬਰ 1 ਅਸੀਂ ਇੰਨਾ ਬਣਾ ਲੈਂਦੇ, ਤੇ ਇਹਨਾਂ ਨੂੰ ਲੱਗਣਾ ਚਾਹੀਦਾ ਸੀ ਵੀ ਉਹ ਬੜੇ ਕਮਾਲ ਦੇ ਲੋਕ ਆ, ਉੱਥੇ ਚੱਲੀਏ। ਹਾਂਜੀ ਪਰ ਹੁਣ ਇੱਥੋਂ ਤਾਂ ਕੋਈ ਕਹਿੰਦਾ ਹੀ ਨਹੀਂ ਵੀ ਅਸੀਂ ਉਧਰ ਨੂੰ ਚੱਲੀਏ ਵੀ, ਹਨਾ। ਤੇ ਅਸੀਂ ਆਉਣ ਨੂੰ ਸਾਰੇ ਇੱਥੇ ਤਿਆਰ ਹਾਂ, ਤੇ ਸਾਨੂੰ ਥੋੜਾ ਜਿਹਾ ਫਿਰ ਹੁਣ ਆ ਕੇ ਭਰੋਸਾ ਵੀ ਕਰਨਾ ਚਾਹੀਦਾ। ਹਾਂਜੀ ਹਾਂਜੀ ਜੋ ਨਹੀਂ ਕੁਝ ਇੱਥੇ ਚੰਗਾ ਹਾਂਜੀ ਉਹਨੂੰ ਚੰਗਾ ਕਹਿ ਦੇਣਾ ਚਾਹੀਦਾ, ਹਾਂਜੀ ਉਹਨੂੰ ਹਾਂਜੀ ਚੰਗਾ ਮੰਨ ਲੈਣਾ ਚਾਹੀਦਾ, ਤੇ ਹਾਂਜੀ ਸਾਡਾ ਜੋ ਚੰਗਾ ਨੈਚੁਰਲੀ ਉਹ ਵੀ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ। ਹਾਂਜੀ ਪਰ ਜੇ ਹੁਣ ਇਹ ਨਹੀਂਗਾ ਹੈਗਾ ਵੀ ਇੱਥੇ ਆਉਣ ਤੋਂ ਪਹਿਲਾਂ ਤੇ ਸਾਨੂੰ ਇਹ ਚੰਗਾ ਹੀ ਚੰਗਾ ਦਿਸਦਾ ਸੀ, ਹਾਂਜੀ ਆ ਕੇ ਸਾਨੂੰ ਹੁਣ ਇਹ ਨੁਕਸਾਨ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ, ਫਿਰ ਇਹ ਗੱਲ ਥੋੜੀ ਜਿਹੀ ਵਾਰਾਂ ਨਹੀਂ ਖਾਂਦੀ। ਹਾਂਜੀ ਸੋ ਤਦ ਕਰਕੇ ਇਹ ਆ ਜੀ ਵੀ ਨੁਕਸ ਪਰਫੈਕਸ਼ਨ ਤੇ ਕੁਦਰਤ ਦਾ ਅਸੂਲ ਹੀ ਹੈ ਨਹੀਂ ਪੱਲਨ ਸਾਹਿਬ। ਹਾਂਜੀ ਹਾਂਜੀ ਇਸ ਧਰਤੀ ਤੇ ਕੋਈ ਚੀਜ਼ ਪਰਫੈਕਟ ਨਹੀਂ, Perfect ਕਿਸੇ ਹੈ। ਦਰਖਤ ਦੇ 2 ਪੱਤੇ ਵੀ ਇੱਕੋ ਜਿਹੇ ਨਹੀਂ ਕੁਦਰਤ ਨੇ ਬਣਾਏ। ਬਿਲਕੁਲ ਸੋ ਸਹੀ। ਇਸ ਕਰਕੇ ਨੁਕਸ ਰਹਿਣਗੇ, ਕਮੀਆਂ ਰਹਿਣਗੀਆਂ ਜਿੱਥੇ ਵੀ ਆਪਾਂ ਇਨਸਾਨ ਹੋਣਗੇ, ਪਰ ਰਲ ਮਿਲ ਕੇ ਇਹ ਜਿਹੜਾ ਵੀ ਆਪਣੀਆਂ ਚੰਗਿਆਈਆਂ ਦੇ ਨਾਲ ਅਸੀਂ ਉਸ ਨੂੰ ਹੋਰ ਖਰਾ ਕਰਨਾ ਹੁੰਦਾ, ਤੇ ਉਹ ਰਲ ਮਿਲ ਕੇ ਅਸੀਂ ਜਿਹੜਾ ਜੀ ਵੀ ਜਿਸ ਤਰ੍ਹਾਂ ਸਕੂਲ ਸਿਸਟਮ ਦੀ ਗੱਲ ਕਰੀਏ, ਤੇ ਜੇ ਫਿਰ ਐਜੂਕੇਟਰਸ ਦੇ ਕਮਿਊਨਿਟੀ ਰਲ ਜਾਣਗੇ, ਮਿਲ ਕੇ ਬੱਚੇ ਦੇ ਬੈਸਟ ਇੰਟਰਸਟ ਵਾਸਤੇ ਕੰਮ ਕਰਨਗੇ, ਤੇ ਕਾਮਯਾਬੀ ਕਿਉਂ ਨਹੀਂ ਹੋਏਗੀ ਜੀ। ਬਿਲਕੁਲ ਸਹੀ ਹੈ ਜੀ। ਔਰ ਐਜੂਕੇਸ਼ਨ ਸਿਸਟਮ ਦਾ ਜਿੱਥੋਂ ਤੱਕ ਤਾਲੁਕ ਆ, ਜੋ ਮੈਂ ਦੇਖਿਆ ਹੈ ਜੀ, ਕਿ ਇਹ ਐਜੂਕੇਸ਼ਨ ਸਿਸਟਮ ਇੱਥੇ ਦਾ ਬਹੁਤ ਹੀ ਵਧੀਆ ਹੈ। ਜੇ ਇੱਕ ਸ਼ਬਦ 'ਚ ਕਹਿਣਾ ਹੋਵੇ ਤਾਂ ਡੈਮੋਕ੍ਰੈਟਿਕ। ਹਾਂਜੀ। ਜੇ ਇੰਡੀਆ ਵੱਲ ਝਾਤ ਮਾਰੀਏ ਜਿੱਥੋਂ ਅਸੀਂ ਆਏ ਹਾਂ, ਤੁਸੀਂ ਵੀ ਉੱਥੋਂ ਆਏ ਆ, ਉੱਥੇ ਇੱਕ ਕ੍ਰੀਮੀ ਲੇਅਰ, ਉਹ ਆਪਣਾ ਕਿਸੇ ਵੇਲੇ ਫੇਰ ਆਪਾਂ ਵਿਸ਼ਾ ਰੱਖਾਂਗੇ, ਉਹ ਕਿ ਉਹ ਕ੍ਰੀਮੀ ਲੇਅਰ ਨੂੰ ਜ਼ਿਆਦਾ ਪ੍ਰੋਤਸਾਹਨ ਦਿੱਤਾ ਜਾਂਦਾ। ਇੱਥੇ ਇੱਕੋ ਜਿਹੇ ਮੌਕੇ ਦਿੱਤੇ ਜਾਂਦੇ ਆ। ਇੱਥੇ ਜੇ ਕੋਈ ਆਪਾਂ ਨੂੰ ਨਜ਼ਰ ਆਉਂਦੇ ਆ ਡਿਫੈਕਟਸ ਜਾਂ ਡੀਮੈਰਿਟਸ, ਉਹ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਪਰਫੈਕਸ਼ਨ ਹੋਣੀ ਨਹੀਂ। ਵੈਨ ਵੀ ਸੇ ਦੈਟ ਵੀ ਆਰ ਪਰਫੈਕਟ ਵੀ ਆਰ ਡੈਡ, ਤੇ ਪਰਫੈਕਸ਼ਨ ਇਜ਼ ਡੈਥ। ਇਨ ਅਦਰ ਵਰਡਸ, ਪਰਫੈਕਸ਼ਨ ਨਹੀਂ ਹੋ ਸਕਦੀ। 14ਵੀਂ ਦਾ ਚਾਂਦ ਹੋ ਸਕਦਾ, 15ਵੀਂ ਦਾ ਚਾਂਦ ਨਹੀਂ ਹੋ ਸਕਦਾ। 15ਵੀਂ ਦਾ ਚਾਂਦ ਪਰਫੈਕਟ ਨਹੀਂ ਹੋ ਸਕਦਾ। ਮੇਰਾ ਕਹਿਣ ਦਾ ਇਹ ਅਸਲ 'ਚ ਮਕਸਦ ਸੀ ਜੀ ਕਿ ਬੱਚਿਆਂ ਨੂੰ ਦੀ ਮੋਨੀਟਰਿੰਗ ਪੇਰੈਂਟਸ ਕਰਨ। ਮਤਲਬ ਜਿਹੜੀ ਪਨੀਰੀ ਆ ਉਹ ਤਾਂ ਪੇਰੈਂਟਸ ਨੇ ਬੀਜਣੀ ਹੈ, ਅਤੇ ਜਿਹੜੇ ਟੀਚਰਸ ਆ ਉਹਨੂੰ ਵਧਣ ਫੁੱਲਣ ਦੇ ਲਈ ਉਹ ਖਾਦ ਪਾ ਸਕਦੇ ਆ, ਉਸ ਪਨੀਰੀ ਨੂੰ, ਉਹਨੂੰ ਦੇਖ ਸਕਦੇ ਆ ਕਿ ਉਹਨੂੰ ਕਿਸ ਤਰੀਕੇ ਨਾਲ ਉਹਦਾ ਪਾਲਣ ਪੋਸ਼ਣ ਕਰਨਾ, ਉਹ ਟੀਚਰ ਦੀ ਜ਼ਿੰਮੇਵਾਰੀ ਹੈ। ਸਾਡੇ ਵਿੱਚ ਕੀ ਹੁੰਦਾ, ਮੈਂ ਦੇਖਿਆ ਕਈ ਵਾਰੀ ਕਿ ਜਿਹੜੇ ਪੇਰੈਂਟਸ ਹੈਗੇ ਆ ਉਹ ਸ਼ੋਲਡਰ ਰਿਸਪੌਂਸਿਬਿਲਿਟੀ ਕਰ ਦਿੰਦੇ ਆ ਟੀਚਰਸ 'ਤੇ, ਜਿਹੜੇ ਟੀਚਰਸ ਆ ਉਹ ਡੈਲੀਗੇਟ ਰਿਸਪੌਂਸਿਬਿਲਿਟੀ ਕਰ ਦਿੰਦੇ ਆ ਪੇਰੈਂਟਸ 'ਤੇ। ਅਤੇ ਇਹਦਾ ਕੋਈ ਵਾਇਆ ਮੀਡੀਆ ਤੁਹਾਡੇ ਮੁਤਾਬਕ ਕਿਹੜਾ ਹੋਣਾ ਚਾਹੀਦਾ ਜੀ? ਦੇਖੋ ਇਸ ਤਰ੍ਹਾਂ ਜੀ ਵੀ ਬਹੁਤ ਸਾਰੇ ਟੀਚਰਸ ਪ੍ਰਿੰਸੀਪਲਸ ਨੇ ਮੈਨੂੰ ਇਹ ਵੀ ਪਿਛਲੇ 8-10 ਮਹੀਨਿਆਂ ਦੇ ਦੌਰਾਨ ਦੱਸਿਆ ਵੀ ਅਕਸਰ ਜਿਹੜਾ ਵਿਦੇਸ਼ਾਂ ਤੋਂ ਅਸੀਂ ਆਪਣੇ ਸਿਰਾਂ ਦੇ ਵਿੱਚ ਉੱਥੋਂ ਦਾ ਸਿਸਟਮ ਇੱਥੇ ਇੰਪੋਰਟ ਕਰਦੇ ਹਾਂ, ਹਾਂ, ਅਤੇ ਉਹੋ ਜਿਹਾ ਹੀ ਐਜੂਕੇਸ਼ਨ ਸਿਸਟਮ ਅਤੇ ਸਾਰੀ ਤਰ੍ਹਾਂ ਦੇ ਸਿਸਟਮ ਜਾਣੀ ਇੱਥੇ ਵੀ ਅਸੀਂ ਉਹੋ ਜਿਹੇ ਬਣਾਉਣੇ ਚਾਹੁੰਦੇ ਹਾਂ।
ਹਾਂਜੀ ਜਾਣੀ ਕਿ ਹਾਲੇ ਕਿ ਭਾਵੇਂ ਬਹੁਤ ਉੱਥੋਂ ਤੰਗ ਆਪਾਂ ਉਹਨਾਂ ਸਿਸਟਮਾਂ ਤੋਂ ਹੋ ਕੇ ਆਉਨੇ ਆ, ਹਾਂਜੀ ਪਰ ਫਿਰ ਵੀ ਜਾਣੀ ਕਿ ਉਹਨਾਂ ਆਦਤਾਂ ਨੂੰ ਇੱਥੇ ਲਿਆ ਕੇ ਸਿਸਟਮ 'ਚ ਇੰਪਲੀਮੈਂਟ ਕਰਨਾ ਚਾਹੁੰਦੇ ਆ। ਰਾਈਟ ਸੋ ਤਦ ਕਰਕੇ ਇਹ ਹੈ ਜੀ ਵੀ ਬਹੁਤ ਵਾਰ ਸਾਨੂੰ ਟੀਚਰਸ ਦੱਸਦੇ ਆ ਵੀ ਇੱਥੇ ਦਾ ਸਿਸਟਮ ਦੇਖੋ ਕਿੰਨਾ ਖੁੱਲਾ ਡੁੱਲਾ ਆ। ਹਾਂਜੀ ਵੀ ਬਹੁਤ ਵਾਰ ਪੇਰੈਂਟਸ ਸਾਨੂੰ ਚਿੱਠੀ ਲਿਖ ਕੇ ਦੇ ਜਾਣਗੇ ਵੀ ਅਸੀਂ ਇੰਡੀਆ ਨੂੰ ਚੱਲੇ ਆ ਜੀ, ਅਸੀਂ ਆਪਣੇ ਦੇਸ਼ ਨੂੰ ਚੱਲੇ ਆ ਜੀ, ਹਾਂਜੀ ਤੇ ਉਹ ਛੁੱਟੀਆਂ ਜਿਹੜੀਆਂ ਬ੍ਰੇਕ ਦੇ ਵਿੱਚ ਉਹ ਮਤਲਬ ਵੀ ਥੋੜਾ ਬਹੁਤਾ ਅੱਗੇ ਪਿੱਛੇ ਵੀ ਅਸੀਂ ਹਫ਼ਤਾ ਖੰਡ ਹੋ ਸਕਦਾ ਲੇਟ ਹੋ ਜਾਈਏ। ਹਾਂਜੀ ਪਰ ਇਦਾਂ ਬਹੁਤ ਸਾਰੇ ਪੇਰੈਂਟ ਉਹ ਜਾਣੀ ਕਿ ਇਹ ਨਹੀਂ ਕਿ ਵੀ ਉਹ ਗਲਤੀ ਨਾਲ ਹੋ ਰਿਹਾ, ਜਾਣੀ ਕਿ ਜਾਣਬੁੱਝ ਕੇ ਵੀ ਹੋ ਰਿਹਾ, ਵੀ ਕੋਈ ਏਡਾ ਵੱਡਾ ਫਰਕ ਨਹੀਂ ਪੈਂਦਾ ਜੀ ਵੀ ਜੇ ਅਸੀਂ 3 ਮਹੀਨਿਆਂ ਬਾਅਦ ਮੁੜ ਜਾਾਂਗੇ। ਹਾਂਜੀ ਅੱਛਾ ਜਦੋਂ ਹੁਣ ਮਾਰਚ ਬ੍ਰੇਕ ਆਈ ਤੇ ਉਸ ਤੋਂ ਬਾਅਦ ਤੁਸੀਂ 3 ਮਹੀਨੇ ਜਿਹੜਾ ਬੱਚਾ ਦੁਬਾਰਾ ਲਿਆਂਦਾ ਹੀ ਨਹੀਂ ਸਕੂਲ ਦੇ ਵਿੱਚ, ਹਾਂਜੀ ਤੇ ਜਿਹੜਾ ਉਹ ਲਰਨਿੰਗ ਗੈਪ ਵੱਡਾ ਪੈ ਜਾਏਗਾ। ਹਾਂਜੀ ਟੀਚਰਸ ਕਹਿੰਦੇ ਵੀ ਸਾਰੀ ਉਮਰ ਬੱਚਾ ਉਹਨੂੰ ਰਿਕਵਰ ਨਹੀਂ ਕਰ ਪਾਉਂਦਾ, ਬਿਲਕੁਲ ਜੀ ਬਿਲਕੁਲ, ਉਹ ਬ੍ਰਿਜ ਨਹੀਂ ਹੋ ਸਕਦਾ, ਉਹ ਬ੍ਰਿਜ ਨਹੀਂ ਹੋ ਸਕਦਾ। ਬਿਲਕੁਲ ਸਹੀ। ਸੋ ਇਸ ਕਰਕੇ ਪੇਰੈਂਟਸ ਜਿਹੜੇ ਆ ਬਹੁਤ ਵੱਡੀਆਂ ਇਸ ਤਰ੍ਹਾਂ ਦੀਆਂ ਕਹਾਂਗੇ ਵੀ ਅਣਪੋਲਤਾ ਦੇ ਵਿੱਚ ਅਸੀਂ ਕਹਿ ਸਕਦੇ ਹਾਂ, ਅਸੀਂ ਇਹ ਨਹੀਂ ਕਹਿੰਦੇ ਕਿਸੇ ਦੀ ਗਲਤੀ ਆ, ਪਰ ਇਹ ਹੋ ਰਿਹਾ ਜੀ ਸਭ ਕੁਝ ਹਾਂਜੀ ਪੇਰੈਂਟਸ ਦੇ ਵੱਲੋਂ ਇਦਾਂ ਹੋ ਰਿਹਾ ਵੀ ਆਪਣੇ ਦੇਸ਼ਾਂ ਨੂੰ ਜਾਣਾ, ਬੱਚੇ ਨੂੰ ਜਦੋਂ ਮਰਜ਼ੀ ਜਿਹੜਾ ਸਕੂਲੋਂ ਲੈ ਜਾਣਾ ਤੇ ਜਦੋਂ ਮਰਜ਼ੀ ਮੁੜ ਕੇ ਫਿਰ ਆਉਣਾ, ਉਹਦੀ ਕੋਈ ਲਿਮਿਟ ਨਹੀਂ ਆ ਵੀ ਵਿਦਨ ਬ੍ਰੇਕ ਆਉਣਾ ਨਹੀਂਗਾ। ਜੇ ਮਾਰਚ ਬ੍ਰੇਕ 10 ਦਿਨਾਂ ਦੀ ਆ ਤੇ ਅਸੀਂ 11ਵੇਂ ਦਿਨ ਮੁੜ ਆਈਏ, ਅਸੀਂ ਚਲੋ 22ਵੇਂ ਦਿਨ ਹੀ ਮੁੜ ਆਈਏ, ਅਸੀਂ ਹੁਣ 3-3 4-4 ਮਹੀਨੇ ਨਹੀਂ ਮੁੜਨਾ ਤੇ ਪਰਵਾਹ ਨਹੀਂ ਕਰਨੀ ਵੀ ਬੱਚੇ ਦੀ ਕੋਈ ਐਜੂਕੇਸ਼ਨ ਦਾ ਨੁਕਸਾਨ ਹੋ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਜਦੋਂ ਫਿਰ ਬੱਚਾ ਬਿਹਾਈਂਡ ਰਹਿਣਾ ਸ਼ੁਰੂ ਹੁੰਦਾ ਤੇ ਫਿਰ ਉਹ ਕਸੂਰ ਸਕੂਲ ਦਾ ਨਿਕਲਦਾ। ਬਿਲਕੁਲ ਜੀ, ਇਹ ਚੰਗੀ ਤਰ੍ਹਾਂ ਪੜਾਉਂਦੇ ਨਹੀਂ। ਹਾਂਜੀ ਹਾਂਜੀ। ਅੱਛਾ ਇਹ ਪੜਾਉਂਦੇ ਨਹੀਂ ਆ ਕਰਕੇ ਆਪਾਂ ਜਾਣੀ ਪੰਜਾਬ ਦਾ ਸਰਕਾਰੀ ਸਕੂਲਾਂ ਦਾ ਢਾਂਚਾ ਚੰਗਾ ਭਲਾ ਚੱਲਦਾ। ਹਾਂਜੀ ਮੈਂ ਖੁਦ ਸਰਕਾਰੀ ਸਕੂਲਾਂ ਦਾ ਪੜ੍ਹੇ ਹੋਏ ਆ, ਹੁਣ ਕਿਹੜੀ ਗੱਲ ਦੀ ਕਮੀ ਹੈ ਸਾਨੂੰ ਤਾਂ ਕਦੀ ਦਿਸੀ ਨਹੀਂ। ਹਾਂਜੀ ਇਹ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹੇ ਲੋਕ ਜੋ ਅਸੀਂ ਨਹੀਂ ਕਰ ਸਕੇ, ਅੰਗਰੇਜ਼ੀ 'ਚ ਉੱਥੇ ਪੜ੍ਹਿਆ ਨੇ ਹੁਣ 40 ਸਾਲਾਂ 'ਚ ਕਿਹੜੇ ਅੰਬਰਾਂ ਤੋਂ ਤਾਰੇ ਤੋੜਲੇ ਆ, ਸਹੀ ਗੱਲ, ਉਹ ਸਾਨੂੰ ਨਜ਼ਰ ਨਹੀਂ ਆਉਂਦੇ ਉੱਥੇ ਤਾਰੇ ਕੋਈ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਆ ਇੱਥੇ ਵੀ ਹੁਣ ਜਿਹੜੇ ਮਤਲਬ ਜਦੋਂ 4 ਪੈਸੇ ਆਉਣ ਲੱਗਦੇ, ਕੁਝ ਪੇਰੈਂਟਸ ਨੂੰ ਲੱਗਦਾ ਵੀ ਇਹ ਸਰਕਾਰੀ ਸਕੂਲ ਸਿਸਟਮ ਐਵੇਂ ਹੀ ਆ, ਆਪਣੇ ਬੱਚਿਆਂ ਨੂੰ ਵੱਧ ਚੜ ਕੇ ਜਾਣੀ ਅੱਡੀਆਂ ਚੁੱਕ ਚੁੱਕ ਕੇ ਫੀਸਾਂ ਦੇ ਕੇ ਤੇ ਅਸੀਂ ਪ੍ਰਾਈਵੇਟ ਸਕੂਲਾਂ 'ਚ ਭੇਜਣਾ ਹੁੰਦਾ। ਸੋ ਕੁਝ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਬਹੁਤ ਵਧੀਆ ਇਹ ਸਰਕਾਰੀ ਢਾਂਚਾ ਸਕੂਲ ਸਿਸਟਮ ਆ। ਸਾਡਾ ਅਪੀਲ ਰੀਜਨ ਦੇ ਵਿੱਚ ਵੀ, ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਮੀਆਂ ਹੋ ਸਕਦੀਆਂ, ਚੰਗੇ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਕਮੀਆਂ ਫਿਕਸ ਕੀਤੀਆਂ ਜਾ ਸਕਦੀਆਂ, ਪਰ ਇਹਦੇ ਨਾਲ ਹੀ ਵੀ ਜੇ ਹੁਣ ਕਹੀਏ ਵੀ ਇਹ ਐਜੂਕੇਸ਼ਨ ਸਿਸਟਮ ਹੀ ਐਵੇਂ ਹੀ ਆ ਨੰਬਰ 1 ਦੇਸ਼, ਦੂਜੇ ਪਾਸੇ ਲੋਕਾਂ ਨੇ ਬਣਾਇਆ ਇੱਥੋਂ ਪੜ੍ਹ ਕੇ, ਥੋੜ੍ਹਾ ਜਿਹਾ ਅਸੀਂ ਦੇਖੀਏ ਜੀ ਵੀ ਜ਼ਰੂਰ ਕੁਛ ਨਾ ਕੁਛ ਇਸ ਢਾਂਚੇ ਦੇ ਵਿੱਚ ਚੰਗਿਆਈਆਂ ਨੇ ਜਿਹੜਾ ਕਿ ਸਾਰੀ ਦੁਨੀਆ ਨੂੰ ਆਪਣੇ ਵੱਲ ਖਿੱਚ ਰਿਹਾ ਜੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਇੱਕ ਤੁਸੀਂ ਗੱਲ ਕੀਤੀ ਸੀ ਜੀ ਕਿ ਜਿਹੜਾ ਆਪਾਂ ਐਜੂਕੇਸ਼ਨ ਸਿਸਟਮ ਉੱਥੇ ਦਾ ਹੈਗਾ ਉਹਨੂੰ ਅਸੀਂ ਟ੍ਰਾਂਸਪਲਾਂਟ ਕਰਨਾ ਚਾਹੁੰਦੇ ਹਾਂ। ਉਹ ਜਿਹੜਾ ਪਲਾਂਟ ਹੋਊਗਾ ਉਹ ਹੌਟ ਹਾਊਸ ਪਲਾਂਟ ਹੀ ਹੋਊਗਾ, ਕਿਉਂਕਿ ਇੱਥੇ ਦੀਆਂ ਜਿਹੜੀਆਂ ਜ਼ਰੂਰਤਾਂ ਹੋਰ ਆ, ਇੱਥੇ ਦੀਆਂ ਕੰਪਲਸ਼ਨਸ ਹੋਰ ਆ, ਇੱਥੇ ਦੀਆਂ ਅਰਜ਼ਸ ਹੋਰ ਆ। ਮਤਲਬ ਉਹਨਾਂ ਦਾ ਕੋਟਾ ਸਿਸਟਮ ਹੈ ਜਿਹਦੇ ਵਿੱਚੋਂ ਆਪਾਂ ਆਏ ਆ। ਇਹਨਾਂ ਦਾ ਵਿਵਹਾਰਕ ਸਿਸਟਮ ਹੈ। ਬਿਲਕੁਲ ਸਹੀ ਗੱਲ। ਇਹਨਾਂ ਨੇ ਇਹ ਨਹੀਂ ਦੇਖਣਾ ਵੀ ਬੱਚੇ ਦੇ ਨੰਬਰ ਕਿੰਨੇ ਆਏ, ਇਹਨਾਂ ਨੇ ਦੇਖਣਾ ਵੀ ਸਕੂਲ ਈਅਰ ਦੇ ਵਿੱਚ ਬੱਚੇ ਨੇ ਨੌਲੇਜ ਕਿੰਨੀ ਐਕਵਾਇਰ ਕੀਤੀ ਆ। ਬਿਲਕੁਲ ਸਹੀ ਹੈ ਨਾ। ਅਸੀਂ ਦੇਖਣਾ ਵੀ ਹਾਂਜੀ ਨੰਬਰ ਕਿੰਨੇ ਆ ਜੀ, 100 ਆ ਜੀ, ਅੱਛਾ ਬਹੁਤ ਹੁਸ਼ਿਆਰ ਆ ਜੀ, ਅੱਛਾ ਜੇ ਉਹ ਨੰਬਰ ਹੁਣ 70 ਆ ਤੇ ਭਾਵੇਂ ਉਹ 70 ਵਾਲੇ ਨੇ ਨੌਲੇਜ ਜ਼ਿਆਦਾ ਹੀ ਐਕਵਾਇਰ ਕੀਤੀ ਹੋਵੇ, ਪਰ ਉਹਨੂੰ ਸਾਨੂੰ 70 ਨਹੀਂ ਚੰਗੇ ਲੱਗਣੇ, ਸਾਨੂੰ 100 ਚੰਗੇ ਲੱਗਣੇ ਆ। ਤੇ ਬਹੁਤ ਵਾਰ ਜਾਣੀ ਪ੍ਰਾਈਵੇਟ ਸਕੂਲਾਂ ਦੀ ਦੁਕਾਨਦਾਰੀ 'ਚ ਇਦਾਂ ਹੋਇਆ ਵੀ ਕਿਉਂਕਿ ਪੇਰੈਂਟਸ ਜਿਹੜੇ ਉਹ ਗਾਹਕ ਆ ਫੀਸਾਂ ਦੇ ਰਹੇ ਆ, ਉਹਨਾਂ ਨੂੰ ਨੰਬਰ ਪਸੰਦ ਆ, ਉਹ 90 95 95 95 100 ਨੰਬਰ ਲਾਈ ਜਾਂਦੇ, ਉਹਨਾਂ ਨੂੰ ਕੀ ਫਰਕ ਪੈਂਦਾ। ਉਹ ਪੇਰੈਂਟਸ ਕਿਉਂਕਿ ਨੰਬਰ ਹੀ ਦੇਖੀ ਜਾਂਦੇ ਆ। ਤੇ ਇਸ ਕਰਕੇ ਹੁਣ ਦੇਖ ਲਓ ਵੀ ਪੰਜਾਬ ਦਾ ਜੋ ਹਾਲ ਹੋਇਆ ਇੱਥੇ ਜਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਹ ਐਜੂਕੇਸ਼ਨ ਦੀਆਂ ਦੁਕਾਨਦਾਰੀਆਂ ਦੇ ਵਿੱਚ ਜਿਹੜੀ ਐਜੂਕੇਸ਼ਨ ਵਿਕਦੀ ਹੈ ਉਹਦੇ ਢਾਈ ਚੜ ਕੇ ਬਹੁਤ ਸਾਰੇ ਪੇਰੈਂਟਸ ਜਿਹੜੇ ਵੀ ਆਪਣੇ ਬੱਚਿਆਂ ਦਾ ਸਤਿਆਨਾਸ਼ ਵੀ ਕਰ ਬੈਠਦੇ ਕਈ ਵਾਰੀ ਜੀ। ਉੱਥੇ ਚਲੋ ਜਿਹੜਾ ਬਾਈ ਐਂਡ ਸੈਲ ਹੀ ਆ ਹੁਣ ਪੰਜਾਬ ਦੇ ਵਿੱਚ ਉਹੀ ਲੋਕ ਆਪਾਂ ਨੂੰ ਪੱਲਨ ਸਾਹਿਬ ਕਹਿੰਦੇ ਜਦੋਂ ਆਪਾਂ ਜਾਈਦਾ ਵੀ ਫੀਸਾਂ ਬਹੁਤ ਆ ਜੀ, ਅਸੀਂ ਫੀਸਾਂ ਨਹੀਂ ਦੇ ਸਕਦੇ, ਪਰ ਸਾਨੂੰ ਉਹ ਭੱਲ ਵੀ ਨਹੀਂ ਪਚੀ ਜਦੋਂ ਇੱਕ 10 ਰੁਪਏ ਦੀ ਫੀਸ ਸਰਕਾਰੀ ਸਕੂਲ ਦੇ ਵਿੱਚ ਤੇ ਬੜਾ ਸੋਹਣਾ ਉਹ ਸਿਸਟਮ ਚੱਲਦਾ ਸੀ, ਅਸੀਂ ਉੱਥੇ ਪੜ੍ਹੇ ਆ, ਕੋਈ ਪ੍ਰੋਬਲਮ ਨਹੀਂ ਹੈ, ਪਰ ਉਹ ਢਾਂਚੇ ਨੂੰ ਅਸੀਂ ਛੱਡ ਕੇ ਅਸੀਂ ਅੰਗਰੇਜ਼ੀ ਸਕੂਲਾਂ ਵੱਲ ਨੂੰ ਭੱਜ ਪਏ। ਉਹ ਜਿਉਂ ਅਸੀਂ 40 ਸਾਲ ਪਹਿਲਾਂ ਦੇ ਭੱਜੇ ਹੋਏ ਆ ਤੇ ਅੱਜ ਤੱਕ ਭੱਜੀ ਹੀ ਜਾਂਦੇ ਆ, ਤੇ ਹੁਣ ਮਹਿੰਗਾਈ ਦੇ ਯੁੱਗ 'ਚ ਅਸੀਂ ਫੀਸਾਂ ਨਹੀਂ ਦੇ ਸਕਦੇ। ਪਰ ਉਦੋਂ ਜਦੋਂ ਚੰਗਾ ਭਲਾ ਢਾਂਚਾ ਚੱਲ ਰਿਹਾ ਸੀ ਉਹ ਅਸੀਂ ਆਪ ਖਰਾਬ ਕਰ ਲਿਆ, ਜਿਹੜੀਆਂ ਕਮੀਆਂ ਸੀ ਚਲੋ ਇੰਪਰੂਵ ਕਰ ਸਕਦੇ ਸੀ ਅਸੀਂ। ਇਹ ਹੁਣ ਇੱਥੋਂ ਕਈ ਵਾਰੀ ਹੋ ਜਾਂਦਾ ਵੀ ਇੱਕ ਸਕੂਲ 'ਚ ਜੀ ਮੇਰੇ ਬੱਚੇ ਨਾਲ ਐ ਠੀਕ ਨਹੀਂ ਮਾਹੌਲ ਤੇ ਦੂਜੇ ਸਕੂਲ 'ਚ ਟ੍ਰਾਂਸਫਰ ਕਰ ਦਿਓ। ਮੈਂ ਪੁੱਛੂੰਗਾ ਜੀ ਕਿਹੜੇ 'ਚ ਕਰ ਦਈਏ, ਕਹਿਣਗੇ ਜੀ ਫਲਾਣੇ 'ਚ ਕਰ ਦਿਓ। ਮੈਂ ਕਿਹਾ ਤੁਹਾਨੂੰ ਪਤਾ ਪਿਛਲੇ ਹਫ਼ਤੇ ਉੱਥੇ ਵੀ ਲੜਾਈ ਹੋਈ ਹੈ। ਸੋ ਇਸ ਕਰਕੇ ਅਸੀਂ ਇੱਕ ਜਗ੍ਹਾ ਸਮੱਸਿਆ ਬਣਾ ਕੇ ਉਸ ਜਗ੍ਹਾ ਨੂੰ ਵਿਗਾੜ ਕੇ ਗਾਂਹ ਕਿਤੇ ਹੋਰ ਭੱਜਣਾ ਚਾਹੁੰਦੇ ਆ। ਦੂਰ ਦੇ ਢੋਲ ਸੁਹਾਵਣੇ ਵੀ ਜਾਨੀ ਸਮੱਸਿਆਵਾਂ ਉੱਥੇ ਨਵੀਂ ਜਗ੍ਹਾ ਤੇ ਪਹਿਲੀ ਜਗ੍ਹਾ ਨਾਲੋਂ ਜ਼ਿਆਦੀਆਂ ਵੱਡੀਆਂ ਹੋ ਸਕਦੀਆਂ, ਪਰ ਸਾਨੂੰ ਜਾਨੀ ਕਿ ਲੱਗਦਾ ਰਹਿੰਦਾ ਵੀ ਕਿਉਂਕਿ ਉਸ ਜਗ੍ਹਾ ਨੂੰ ਅਜੇ ਆਪਾਂ ਜਾਣਦੇ ਨਹੀਂ, ਉੱਥੇ ਤੇ ਜਾਨੀ ਸਵਰਗੀ ਸਵਰਗ ਹੈ। ਬਹੁਤ ਵਧੀਆ ਸਕੂਲ ਸਿਸਟਮ ਹੈ ਜੀ ਸਾਨੂੰ। grass is greener on the other side ਇਹ ਤਾਂ ਹਮੇਸ਼ਾ ਲੱਗਦਾ ਹੀ ਰਹਿੰਦਾ ਜੀ, ਮਨੁੱਖੀ ਸੁਭਾਅ ਹੀ ਆ। ਜਿਹੜੀ ਤੁਸੀਂ ਵਿਦੇਸ਼ਾਂ ਤੋਂ ਇਹ ਗੱਲ ਕੀਤੀ ਹੈ ਕਿ ਸਟੂਡੈਂਟਸ ਆ ਰਹੇ ਉਹ ਹੁਣ ਜਿਹੜੇ ਚਲੋ ਗ੍ਰੀਨ ਕਾਰਡ ਦੀ ਇੱਕ
ਉਹਨਾਂ ਨੂੰ ਇੱਕ ਕਰੇਜ਼ ਹੈਗੀ ਹੈ ਕਿ ਉਹ ਮਿਲ ਜਾਏ। ਉਹਨਾਂ ਨੂੰ ਮੈਂ ਕਈ ਵਾਰੀ ਇੱਥੇ ਦੇਖਿਆ ਕਿ ਉਹ ਵੀ ਰਡਰਲੈਸ ਆ, ਉਹ ਵੀ ਰੈਸਟਲੈਸ ਆ, ਉਹਨਾਂ ਨੂੰ ਕੁਝ ਪਤਾ ਹੀ ਨਹੀਂ ਕਿ ਇੱਥੇ ਹੋਣਾ ਕੀ ਆ। ਉਹ ਸਮਝਦੇ ਆ ਜੀ ਕਿ ਫਰੀडम ਮਿਲ ਗਈ, ਲਿਬਰਟੀ ਮਿਲ ਗਈ। ਪਰ ਉਹ ਅੰਗਰੇਜ਼ੀ ਸਕੂਲਾਂ ਦੇ ਪੜ੍ਹੇ ਹੋਏ ਆ, ਉਹ ਅੰਗਰੇਜ਼ੀ ਸਕੂਲਾਂ ਦੇ ਵੀ ਪੜ੍ਹੇ ਹੋਏ ਆ। ਫਰਕ ਦੇਖ ਲਓ। ਹਾਂਜੀ ਤੇ ਅਸੀਂ ਫੀਸਾਂ ਦੇਈ ਜਾਂਦੇ ਆ, ਅਸੀਂ ਹਾਂਜੀ। ਸਕੂਲ ਸਿਸਟਮ ਤਬਾਹ ਕਰ ਲਿਆ। ਹਾਂਜੀ ਪਰ ਉਹ ਅੰਗਰੇਜ਼ੀ ਸਕੂਲਾਂ 'ਚ ਪੜ੍ਹ ਕੇ ਕੀ ਇੱਥੇ ਆ ਰਿਹਾ ਤੁਹਾਨੂੰ ਹਾਂਜੀ ਸਮਝ ਨਹੀਂ ਹਾਂਜੀ ਆਉਂਦਾ। ਹਾਂਜੀ ਕਿ ਉਹਨਾਂ ਨੂੰ ਮੇਨ ਸਟ੍ਰੀਮ ਕਲਚਰ ਵਿੱਚ ਆਪਾਂ ਕਿਸ ਤਰ੍ਹਾਂ ਸ਼ਾਮਿਲ ਕਰ ਸਕਦੇ ਹਾਂ। ਦੇਖੋ ਜੀ ਭਈ ਇਹ ਮੈਂ ਫੇਰ ਦੱਸਦੇ ਹਾਂ ਕਿ ਇੰਟਰਨੈਸ਼ਨਲ ਸਾਡੇ ਸਟੂਡੈਂਟਸ ਵੀ ਜਿਹੜੇ ਆ ਰਹੇ ਆ, ਉਹਨਾਂ ਦੇ ਵਿੱਚ ਬਹੁਤ ਵੱਡੇ ਨੰਬਰ ਦੇ ਵਿੱਚ ਸਾਡੇ ਨੌਜਵਾਨ ਬਹੁਤ ਵਧੀਆ ਕਰ ਰਹੇ ਆ। ਹਾਂਜੀ ਮੈਨੂੰ ਇਹ ਪਤਾ ਆ ਵੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਵੀ ਆਈਟੀ ਪ੍ਰੋਫੈਸ਼ਨਸ ਦੇ ਵਿੱਚ ਇਹੋ ਜਿਹੇ ਨੌਜਵਾਨ ਲੜਕੇ ਲੜਕੀਆਂ ਹੈਗੇ ਆ ਹਾਂਜੀ ਜਿਹੜੇ ਕਿ ਪਲਨ ਜੀ ਸਵਾ ਲੱਖ ਡਾਲਰ ਦਾ ਪੈਕੇਜ ਐਨੂਅਲੀ ਉਹਨਾਂ ਨੂੰ ਉਸੇ ਵੇਲੇ ਜੌਬ ਮਿਲ ਰਹੀ ਹੈ। ਕਿਉਂਕਿ ਜਿੰਨਾ ਚਿਰ ਕੋਈ ਜੌਬ ਕਰਨ ਦੀ ਤੁਹਾਡੇ ਵਿੱਚ ਸਕਿੱਲ ਨਹੀਂ ਨਾ ਕਿਸੇ ਕਿਤੇ ਦੀ, ਹਾਂਜੀ ਤੇ ਤੁਸੀਂ ਜੌਬਾਂ ਦੇ ਮਗਰ ਭੱਜਦੇ ਫਿਰ ਰਹੇ ਹੋ। ਹਾਂਜੀ ਜਦੋਂ ਤੁਹਾਡੇ ਵਿੱਚ ਕੋਈ ਤੁਸੀਂ ਆਪਣੇ 'ਚ ਸਕਿੱਲ ਕੋਈ ਗੁਣ ਪੈਦਾ ਕਰ ਲਿਆ, ਡਿਵੈਲਪ ਕਰ ਲਿਆ ਐਜੂਕੇਸ਼ਨ ਦੇ ਨਾਲ, ਵਰਕ ਐਕਸਪੀਰੀਅੰਸ ਦੇ ਨਾਲ, ਹਾਂਜੀ ਤੇ ਫਿਰ ਜੌਬਾਂ ਤੁਹਾਡੇ ਮਗਰ ਭੱਜਣਗੀਆਂ। ਨੈਚੁਰਲੀ ਇਹ ਨਹੀਂਗਾ ਵੀ ਕੈਨੇਡਾ 'ਚ ਹੀ ਇਦਾਂ ਆ, ਇਹ ਹਰ ਜਗ੍ਹਾ ਪੰਜਾਬ ਦੇ ਵਿੱਚ ਵੀ ਇਦਾਂ ਹੀ ਹੈ। ਹਾਂਜੀ ਹਾਂਜੀ ਤੁਸੀਂ ਆਪਣੇ ਉੱਥੇ ਘਰ ਦੇ ਵਿੱਚ ਆਲੇ ਦੁਆਲੇ 'ਚ ਝਾਤ ਮਾਰ ਕੇ ਦੇਖ ਲਓ ਵੀ ਜਰਾ ਕੁ ਤੁਹਾਨੂੰ ਕਿਸੇ ਕਾਰੀਗਰ ਦੀ ਲੋੜ ਹੋਵੇ ਤਾਂ ਤੁਹਾਨੂੰ ਹੱਥਾਂ ਪੈਰਾਂ ਦੀ ਨਹੀਂ ਪੈ ਜਾਂਦੀ। ਹਾਂਜੀ ਕਾਰੀਗਰ ਤੁਹਾਨੂੰ ਲੱਭਦਾ ਨਹੀਂ, ਮਿਲਦਾ ਨਹੀਂ। ਉਹ 8ਵੀਂ 10ਵੀਂ ਦੀ ਨਹੀਂ ਆਊਗਾ ਜੀ। ਅੱਛਾ, ਤੇ ਜੇ ਹੁਣ ਉਹ ਕਾਰੀਗਰ ਜੇ ਕੋਈ ਉੱਥੇ ਹੋਵੇ ਤੇ ਨੈਚੁਰਲੀ ਆ ਵੀ ਜੇ ਹੁਣ ਬਿਹਾਰ ਤੋਂ ਆ ਕੇ ਲੋਕੀ ਉੱਥੇ ਪਤਾ ਨਹੀਂ ਕੀ ਜਿਹੜੀਆਂ ਜੀ ਵੀ ਹਮਰਤ ਲਈ ਫਿਰਦੇ ਆ ਵੱਡੀਆਂ ਗੱਡੀਆਂ, ਹਾਂਜੀ ਤੇ ਹਾਂਜੀ ਉਹ ਸਾਡੇ ਲੋਕ ਜਿਹੜੇ ਆ ਵੀ ਉਹਨਾਂ ਨੂੰ ਉੱਥੇ ਕੰਮ ਨਹੀਂ ਮਿਲਦਾ। ਬਿਲਕੁਲ ਕੰਮ ਨਾ ਮਿਲਣ ਦਾ ਮਤਲਬ ਵੀ ਜਾਂ ਤੇ ਸਾਨੂੰ ਕੁਝ ਕਰਨਾ ਨਹੀਂ ਆਉਂਦਾ ਹਾਂਜੀ ਜਾਂ ਅਸੀਂ ਕੁਝ ਕਰਨਾ ਨਹੀਂ ਚਾਹੁੰਦੇ। ਹਾਂਜੀ ਠੀਕ ਆ। ਸੋ ਇਸ ਕਰਕੇ ਲੇਕਿਨ ਕਿ ਜਿਹੜੀ ਫਿਰ ਖਾਲੀ ਜਗ੍ਹਾ ਅਸੀਂ ਛੱਡਾਂਗੇ ਉਹਨੂੰ ਕੋਈ ਨਾ ਕੋਈ ਆ ਕੇ ਭਰੂਗਾ ਜ਼ਰੂਰ, ਕਿਉਂਕਿ ਹਾਂਜੀ ਜੀਵਨ ਨੇ ਅੱਗੇ ਚੱਲਣਾ ਹੈ। ਬਿਲਕੁਲ ਇਸ ਕਰਕੇ ਇਹ ਹੈ ਜੀ ਵੀ ਇਹ ਅਸੀਂ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰੀਏ ਕਿ ਕੋਈ ਨਾ ਕੋਈ ਆਪਣੀ ਸਕਿੱਲ ਲਿਆਈਏ। ਹਾਂਜੀ ਤੇ ਜਿਹੜੇ ਨੌਜਵਾਨ ਲੜਕੇ ਲੜਕੀਆਂ ਇੱਥੇ ਸਕਿੱਲ ਲੈ ਕੇ ਆ ਰਹੇ ਨੇ ਜਾਂ ਫਿਰ ਇੱਥੇ ਆ ਕੇ ਸਕਿੱਲ ਜਿਹੜੀ ਹੈ ਜੀ ਵੀ ਐਟਲੀਸਟ ਉਹਨੂੰ ਲਰਨ ਕਰ ਪਾ ਰਹੇ ਨੇ, ਬੜਾ ਵਧੀਆ ਆਪਣਾ ਜੀਵਨ ਸਿਰਜ ਰਹੇ ਜੀ। ਸਕਿੱਲ ਸੈੱਟ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੀ ਗੱਲ ਬੜੀ ਸਿਗਨੀਫੀਕੈਂਟ ਆ। ਜੀ ਪਰ ਕਈ ਵਾਰੀ ਦੇਖਿਆ ਜਾਏ ਕਿਉਂਕਿ ਸਕਿੱਲਸ ਹੁੰਦੀਆਂ ਨਹੀਂ ਤੇ ਅਸੀਂ ਐਲੀਬਾਈਜ਼ ਲਾਉਣੇ ਆ, ਅਸੀਂ ਐਕਸਕਿਊਜ਼ਸ ਲਾਉਣੇ ਆ, ਕਈ ਵਾਰੀ ਅਸੀਂ ਸਿਸਟਮ ਦੇ ਉੱਪਰ ਆਪਣਾ ਗੁੱਸਾ ਲਾਉਣੇ ਆ, ਕਈ ਵਾਰੀ ਅਸੀਂ ਵੈਂਟੀਲੇਟ ਐਂਗਲ ਕਰਦੇ ਆ ਕਿ ਸਕੂਲਾਂ ਦੇ ਵਿੱਚ ਟੀਚਰਸ ਦੇ ਉੱਪਰ। ਤੇ ਅਸੀਂ ਇਹ ਕਦੀ ਨਹੀਂ ਸੋਚਦੇ, ਬਹੁਤ ਸਾਰੇ ਸਟੂਡੈਂਟਸ ਮੈਂ ਦੇਖਿਆ ਉਹ ਇਹ ਨਹੀਂ ਸੋਚਦੇ ਕਿ ਅਸੀਂ ਆਪਣੇ ਆਪ ਦੀ ਜਿਹੜੀ ਐਜੂਕੇਸ਼ਨ ਆ, ਲਿਟਰੇਸੀ ਆ, ਇਹਨੂੰ ਆਪਾਂ ਇੰਪਰੂਵ ਕਰੀਏ। ਆਪਣੇ ਆਪ ਨੂੰ ਇੰਪਰੂਵ ਨਹੀਂ ਕਰਦੇ, ਸਗੋਂ ਉਹ ਲੱਭਦੇ ਰਹਿੰਦੇ ਆ ਕਿ ਮੈਂ ਕਿਹਨੂੰ ਜ਼ਿੰਮੇਵਾਰ ਠਹਿਰਾਵਾਂ। ਹਾਂਜੀ, ਇਹ ਜਿਹੜੀ ਚੀਜ਼ ਆ ਇਹਦੇ ਤੋਂ ਪਤਾ ਨਹੀਂ ਨਿਜਾਤ ਕਦੋਂ ਪਾਈ ਜਾ ਸਕਦੀ ਹੈ। ਇਹ ਤੁਸੀਂ ਜ਼ਿਆਦਾ ਚੰਗੇ ਢੰਗ ਨਾਲ ਦੱਸ ਸਕਦੇ। ਪਲਨ ਜੀ ਇਹ ਨਾ ਇਨਸਾਨ ਦਾ ਹੀ ਕੁਦਰਤੀ ਤੌਰ ਤੇ ਇਸ ਤਰ੍ਹਾਂ ਦੀ ਜਿਹੜੀ ਸੋਚ ਆ ਉਹ ਰਹੀ ਆ ਸਦਾ ਹੀ ਹਾਂਜੀ ਕਿ ਜੇ ਕੋਈ ਜ਼ਿੰਦਗੀ 'ਚ ਕਾਮਯਾਬੀ ਆ ਤੇ ਉਹ ਮੇਰੇ ਕਰਕੇ ਆ, ਹਾਂਜੀ ਤੇ ਜੇ ਕੋਈ ਅਸਫਲਤਾ ਆ ਤਾਂ ਇਹ ਕਿਸੇ ਹੋਰ ਕਰਕੇ, ਕਿਸੇ ਹੋਰ ਕਾਰਨ। ਹਾਂਜੀ ਪੇਰੈਂਟ ਕਰਕੇ ਆ, ਕਿਸੇ ਭੈਣ ਭਾਈ ਕਰਕੇ ਆ, ਹਾਂਜੀ। ਜਾਂ ਰਿਸ਼ਤੇਦਾਰਾਂ ਕਰਕੇ ਆ, ਜਾਂ ਮੇਰੇ ਦੇਸ਼ ਕਰਕੇ ਆ, ਹਾਂਜੀ, ਦੇਸ਼ ਦੀ ਪੁਲਿਸ ਕਰਕੇ ਆ, ਜਾਂ ਹੋਰ ਹਨ। ਫਿਰ ਹਾਂਜੀ ਇਸ ਤਰ੍ਹਾਂ ਆਲੇ ਦੁਆਲੇ 'ਚ ਅਸੀਂ ਲੱਭਣ ਲੱਗਦੇ ਆ ਵੀ ਕਮੀ ਮੈਂ ਕਿਹਦੀ ਤੇ ਆਪਣੀ ਪਾ ਸਕਦਾ। ਹਾਂਜੀ ਅਸਲ ਦੇ ਵਿੱਚ ਦੀਵੇ ਥੱਲੇ ਹਨੇਰੇ ਵਾਲੀ ਗੱਲ ਹੈ ਇਹ, ਜਾਣੀ ਕਿ ਜਿਹੜੀਆਂ ਜੇ ਸਫਲਤਾਵਾਂ ਮੇਰੇ ਤੋਂ ਸ਼ੁਰੂ ਹੋਣੀਆਂ ਨੇ ਤੇ ਅਸਫਲਤਾਵਾਂ ਵੀ ਮੇਰੇ ਤੋਂ ਹੀ ਸ਼ੁਰੂ ਹੋਣੀਆਂ ਨੇ। ਹਾਂਜੀ ਪਰ ਇਹ ਲੋਕ ਸੋਚਦੇ ਨਹੀਂ ਨਾ ਜੀ। ਹੈ ਨਾ, ਸੋਚਣਾ ਇਹ ਜ਼ਰੂਰੀ ਹੈ। ਜਿੰਨਾ ਤੁਸੀਂ ਰਹਿੰਦੇ ਸਮੇਂ 'ਚ ਆਪਣਾ ਕ੍ਰੈਡੈਂਸ਼ੀਅਲ ਮਜ਼ਬੂਤ ਕਰ ਲਓਗੇ, ਐਗਜ਼ੈਕਟਲੀ ਆਪਣੇ ਵਿੱਚ ਕੋਈ ਸਕਿੱਲ ਜਿਹੜੀ ਆ ਉਹ ਡਿਵੈਲਪ ਕਰ ਲਓਗੇ, ਹਾਂਜੀ ਸਕਾਈ ਇਜ਼ ਦਾ ਲਿਮਿਟ। ਰਾਈਟ ਸਕਿਲਡ ਪੀਪਲ ਲਈ ਸਕਾਈ ਇਜ਼ ਦਾ ਲਿਮਿਟ। ਪਰ ਰਾਈਟ ਜਿੰਨਾ ਜਲਦੀ ਜਾਣੀ ਕਿ ਅਸੀਂ ਲੂਰ ਕਰਕੇ ਇੱਧਰ ਉੱਧਰ ਆਪਣਾ ਸਮਾਂ ਜਿਹੜਾ ਜੀ ਉਹ ਜਿਹੜਾ ਵੈਲਿਊਏਬਲ ਸਿੱਖਣ ਦਾ ਹੈ ਹਾਂਜੀ ਉਹਨੂੰ ਬਰਬਾਦ ਕਰ ਲਾਂਗੇ ਤੇ ਉਹ ਗਿਆ ਹੋਇਆ ਸਮਾਂ ਤਾਂ ਮੁੜ ਕੇ ਕਦੀ ਹੱਥ ਨਹੀਂ ਆਉਂਦਾ ਜੀ। ਹਾਂਜੀ ਹਾਂਜੀ ਇਹ ਗੁਜ਼ਰਾ ਤਾਂ ਹੈ। ਹੁਆ ਜ਼ਮਾਨਾ ਕभी आता नहीं दोबारा जी। ਬਿਲਕੁਲ ਸਹੀ ਹੈ ਜੀ। ਸੋ ਇਸ ਅਸੀਂ ਇਨਸਟੈਂਟ ਸਕਸੈਸ ਚਾਹੁੰਦੇ ਹਾਂ ਤੇ ਅਸੀਂ ਫੇਲਰ ਨੂੰ ਸਵੀਕਾਰ ਵੀ ਨਹੀਂ ਕਰਦੇ। ਪਲਨ ਜੀ ਪਾਣੀ ਭਾਫ ਵੜ ਕੇ ਉੱਪਰ ਕਿਹੜਾ ਉੱਠਦਾ ਜਿਹੜਾ ਸੇਕ ਸਹਿੰਦਾ। ਹਾਂਜੀ ਠੰਡੇ ਪਾਣੀ ਦਾ ਸੁਭਾਅ ਕੀ ਹੈ ਕੁਦਰਤ ਵੱਲੋਂ ਹਾਂਜੀ ਕਿ ਉਹਨੇ ਨਿਵਾਣ ਵੱਲ ਨੂੰ ਵਗਦੇ ਜਾਣਾ, ਜਿੱਧਰ ਨਿਵਾਣ ਨਹੀਂ ਉਹਨੇ ਵਗੀ ਜਾਣਾ, ਉਹਦੇ ਲਈ ਤੁਹਾਨੂੰ ਕੁਝ ਨਹੀਂ ਕਰਨ ਦੀ ਲੋੜ। ਸਹੀ ਪਰ ਗੱਲ। ਜੇ ਉਸੇ ਪਾਣੀ ਨੂੰ ਹਾਂਜੀ ਤੁਸੀਂ ਆਕਾਸ਼ ਵਿੱਚ ਉਡਾਉਣਾ ਤੇ ਉਹਨੂੰ ਸੇਕ ਸਹਿਣਾ ਪਏਗਾ। ਬਿਲਕੁਲ ਸੋ ਸਹੀ ਇਸ ਕਰਕੇ ਸੇਕ ਹੈਗਾ ਇਹ ਐਜੂਕੇਸ਼ਨ ਦਾ, ਬਿਲਕੁਲ ਆਪਣੇ ਸਹੀ। ਆਪ 'ਚ ਸਕਿੱਲ ਡਿਵੈਲਪ ਕਰਨੀ, ਉਹ ਸੇਕ ਸਹਿਣਾ ਆ। ਹਾਂਜੀ ਜੇ ਇਸ ਵਿਅਕਤੀ ਨੇ ਕੁਝ ਸਮੇਂ ਲਈ ਉਹ ਸਬਰ ਕਰਕੇ ਸੇਕ ਸਹਿ ਲਿਆ ਤੇ ਉਹ ਸਕਾਈ ਇਜ਼ ਦਾ ਲਿਮਿਟ। ਫਿਰ ਆਪਾਂ ਯੂ ਆਰ ਰਾਈਟ ਯੂ ਆਰ ਆਪਣੇ ਆਪ ਆਪ ਬਣ ਕੇ ਉੱਪਰ ਉੱਠੇਗਾ, ਬਿਲਕੁਲ ਸਹੀ ਆਪਣੇ ਆਪ ਉਹਨੂੰ ਦੁਨੀਆ ਲੱਭਦੀ ਫਿਰੇਗੀ। ਬਿਲਕੁਲ ਸਹੀ। ਸਾਨੂੰ ਨਹੀਂ ਜ਼ਿੰਦਗੀ 'ਚ ਕਦੀ ਕਿਸੇ ਕੰਮ ਦੀ ਘਾਟ ਆਈ ਜੀ। ਹਾਂਜੀ ਕੰਮ ਹਾਂਜੀ ਵਾਲੇ ਲੋਕ ਸਾਨੂੰ ਲੱਭਦੇ ਰਹਿੰਦੇ, ਕਈ ਵਾਰੀ ਸਾਨੂੰ ਨਾ ਕਹਿਣੀ ਪੈਂਦੀ ਆ ਵੀ ਸਾਡੇ ਕੋਲ ਸਮਾਂ ਹੈ ਨਹੀਂ। ਹਾਂਜੀ ਹਾਂਜੀ ਸੋ ਇਸ ਕਰਕੇ ਭੈਣ ਭਰਾਓ ਆਪਣੇ ਵਿੱਚ ਆਪਣੇ ਬੱਚਿਆਂ 'ਚ ਸਕਿੱਲ ਡਿਵੈਲਪ ਕਰੀਏ ਹਾਂਜੀ ਤੇ ਕਿਤੇ ਧੱਕੇ ਖਾਣੇ ਨਹੀਂ ਪੈਣਗੇ। ਸਮਾਂ ਜਿਹੜਾ ਜਿਸ ਤਰ੍ਹਾਂ ਸੋਨਾ ਵੀ ਹੁੰਦਾ ਨਾ, ਹੂੰ ਉਹ ਕੁਠਾਲੀ ਵਿੱਚ ਹੀ ਪਾ ਕੇ ਸੋਨਾ ਬਣਦਾ। ਤਪ ਜੇ ਸਿੰਘ ਤੁਸੀਂ ਗੱਲ ਕਹੀ ਹੈ ਤਪਣਾ ਪੈਂਦਾ। ਇਹੀ ਸਟੱਡੀ ਵੀ ਹੈ ਜਿਹੜੀ
ਇਹਨੂੰ ਤਾਂ ਮੈਂ ਸਮਝਦਾ ਜੀ ਇਹ ਸਾਧਨਾ ਹੁੰਦੀ ਹੈ, ਹਾਂਜੀ ਇਹ ਸਾਧਨਾ ਕਰਨੀ ਪੈਂਦੀ ਹੈ। Yeah. ਔਰ ਇਹ ਸਾਧਨਾ ਤੋਂ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਆ ਉਹ ਥੋੜ੍ਹੇ ਝਿਜਕਦੇ ਆ ਤੇ ਯੈਸ ਉਹ ਰੈਡੀਮੇਡ ਸੋਲੂਸ਼ਨ ਸਮਝਦੇ ਆ, ਇਨਸਟੈਂਟ ਸਕਸੈਸ ਮੰਗਦੇ ਆ, ਜਿਹੜੀ ਕਿ ਬਹੁਤੀ ਦੇਰ ਤੱਕ ਉਹ ਲਾਸਟਿੰਗ ਵੀ ਨਹੀਂ ਹੋ ਸਕਦੀ ਔਰ ਦੇਖਿਆ ਗਿਆ ਕਿ ਉਹ ਸੰਭਵ ਵੀ ਨਹੀਂ ਹੋ ਸਕਦੀ। ਦੇਖੋ ਜਿਹੜਾ ਇਹ ਐਜੂਕੇਸ਼ਨ ਦਾ ਪੀਰੀਅਡ ਹੈ ਨਾ, ਹਾਂਜੀ, ਇਹ ਥੋੜੇ ਸਮੇਂ ਦੀ ਸਾਧਨਾ ਮੁੜ ਕੇ ਸਾਰੀ ਜ਼ਿੰਦਗੀ ਦਾ ਸੁੱਖ। ਬਿਲਕੁਲ ਸਹੀ, ਉਹ ਥੋੜੇ ਸਮੇਂ ਦੀ ਸਾਧਨਾ ਜੇ ਨਹੀਂ ਅਸੀਂ ਸਹਿਣਾ ਚਾਹੁੰਦੇ, ਮੁੜ ਕੇ ਸਾਰੀ ਜ਼ਿੰਦਗੀ ਦਾ ਦੁੱਖ, ਬਿਲਕੁਲ ਸਾਰੀ ਸਹੀ, ਜ਼ਿੰਦਗੀ ਟੋਕਰੀ ਢੋਵੋਗੇ। ਟੋਕਰੀ ਢੋਣ ਤੋਂ ਬਚਣਾ ਹੈ ਤੇ ਐਜੂਕੇਸ਼ਨ ਦੇ ਪੀਰੀਅਡ ਦੇ ਦੌਰਾਨ ਜਿਹੜਾ ਕਿ 골ਡਨ ਟਾਈਮ ਮਿਲਿਆ ਹੋਇਆ, ਉਹਦਾ ਵੱਧ ਤੋਂ ਵੱਧ ਅਸੀਂ ਲਾਭ ਉਠਾਈਏ, ਫਾਇਦਾ ਉਠਾਈਏ, ਤਾਂ ਕਿ ਬਾਕੀ ਦੀ ਜ਼ਿੰਦਗੀ ਅਸੀਂ ਸੁੱਖ ਮਾਣ ਸਕੀਏ ਤੇ ਸੁੱਖ ਵੰਡ ਸਕੀਏ। ਹਾਂਜੀ, ਬਹੁਤ ਹੀ ਵਧੀਆ ਵਿਚਾਰ ਆ ਜੀ ਤੁਹਾਡੇ। ਇਹ ਆਪਾਂ ਹੁਣ ਸਟੂਡੈਂਟਸ ਤੋਂ ਥੋੜਾ ਜਿਹਾ ਹਟ ਕੇ ਇੱਕ ਦੋ ਹੋਰ ਸਵਾਲ ਸੀ ਜਿਹੜੇ ਕਿ ਮੈਨੂੰ ਐਜੀਟੇਟ ਕਰਦੇ ਸੀ ਹਾਂਜੀ ਕਿ ਇਹ ਨਾ ਜਿਸ ਸੀਨੀਅਰਸ ਦੇ ਲਈ ਕਿ ਕੋਈ ਡੈਂਟਲ ਕੇਅਰ ਦੀ ਪਲਾਨ ਸ਼ੁਰੂ ਕੀਤੀ ਹੈ ਪੀਲ ਰੀਜਨ ਦੇ ਵਿੱਚ, ਹਾਂਜੀ ਇਹ ਕਿਸ ਤਰ੍ਹਾਂ ਦੀ ਪਲਾਨ ਆ ਔਰ ਇਹਨੂੰ ਕਿਸ ਤਰੀਕੇ ਨਾਲ ਅਵੇਲ ਕਰ ਸਕਦੇ ਆ ਆਪਣੇ ਸੀਨੀਅਰਸ? ਦੇਖੋ ਜੀ ਵੀ ਇੱਕ ਤੇ ਜੇ ਉਹ ਲੋ ਇਨਕਮ ਸੀਨੀਅਰਸ ਵਾਸਤੇ ਪਲਨ ਜੀ ਉਹ ਪਲਾਨ ਆ, ਵੈਸੇ ਫੈਡਰਲ ਗਵਰਨਮੈਂਟ ਵੀ ਹੁਣ ਬੋਸਟ ਕਰ ਰਹੇ ਆ ਵੀ ਅਸੀਂ ਵੀ ਇੱਕ ਪਲਾਨ ਲੈ ਕੇ ਆ ਰਹੇ ਹਾਂ ਜੀ, ਵੀ ਹਜੇ ਉਹਦੇ ਡੀਟੇਲ ਜਿਹੜੇ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੇ, ਪਰ ਪੀਲ ਰੀਜਨ ਦੇ ਵਿੱਚ ਹੀ ਨਹੀਂ, ਪੂਰੇ ਓਨਟਾਰੀਓ ਦੇ ਵਿੱਚ ਜਿਹੜਾ ਇਹ ਸੀਨੀਅਰਸ ਲੋ ਇਨਕਮ ਨੂੰ 65 ਪਲੱਸ ਨੂੰ ਦਿੱਤਾ ਹੋਇਆ ਇਹ ਫੈਸਿਲਿਟੀ। ਤੇ ਇਹ ਠੀਕ ਤਰੀਕੇ ਦੇ ਨਾਲ ਜੇ ਰਿਸੋਰਸਿਸ ਦੀ ਘਾਟ ਕਰਕੇ ਕਈ ਸਾਲਾਂ ਤੋਂ ਵਰਕ ਨਹੀਂ ਕਰ ਰਹੀ। ਹਾਂਜੀ। ਅਸੀਂ ਬਹੁਤ ਸਾਰੇ MPPs ਨੂੰ ਕਿਹਾ ਵੀ ਇਹ ਸਿਰਫ ਤੁਸੀਂ ਕਾਗਜ਼ਾਂ 'ਚ ਇੱਕ ਸਹੂਲਤ ਦੇ ਕੇ ਵਾਹਵਾ ਤੇ ਖੱਟੀ ਹੋਈ ਹੈ, ਹਾਂਜੀ, ਪਰ ਪ੍ਰੈਕਟੀਕਲੀ ਇਹ ਵਰਕ ਨਹੀਂ ਕਰਦੀ। ਵੀ ਜੇ ਉਹਨਾਂ ਨੇ ਕਿਸੇ ਬਜ਼ੁਰਗ ਦਾ ਫਰਜ਼ ਕਰੋ ਦੰਦ ਕੱਢ ਦਿੱਤਾ ਹੈ, ਹਾਂਜੀ, ਤੇ ਮੁੜ ਕੇ ਦੰਦ ਲਾਉਣ ਦੀ ਜਿਹੜੀ ਅਪਾਇੰਟਮੈਂਟ ਆ ਉਹ ਵੈਬਸਾਈਟ ਵੀ ਬੰਦ ਕਰਕੇ ਬੈਠੇ ਆ ਵੀ ਅਪਾਇੰਟਮੈਂਟ ਉਹਨੇ ਬਣਾਉਣੀ ਕਿੱਥੇ ਹੈ। ਤੇ ਹਾਂਜੀ, ਸਾਲੋ ਸਾਲ ਜਿਹੜਾ ਜੀ ਵੀ ਤੁਸੀਂ ਬੈਠੇ ਹੋ, ਦੰਦ ਕੱਢ ਉਹਨਾਂ ਨੇ ਦਿੱਤਾ ਹੈ, ਤੇ ਤੁਸੀਂ ਮਤਲਬ ਜਿਹੜਾ ਆਪਣੀ ਜ਼ਿੰਦਗੀ ਹੁਣ 65 ਉਹ ਜੇ 70 ਤੇ ਜਾ ਕੇ ਵੀ ਤੁਹਾਡਾ ਦੰਦ ਉਹਨਾਂ ਨੇ ਕੋਈ ਕੱਢਿਆ ਹੈ, ਤੇ ਮੁੜ ਕੇ ਮਤਲਬ ਉਹਦੀ 5-7-10 ਸਾਲ ਵਾਰੀ ਹੀ ਨਾ ਆਈ, ਤੇ ਜ਼ਿੰਦਗੀ ਬਾਕੀ ਕੀ ਰਹਿ ਗਈ ਹੈ। ਹਾਂਜੀ, ਹਾਂਜੀ, ਸੋ ਇਸ ਲਿਹਾਜ਼ ਨਾਲ ਮੈਂ ਸਮਝਦਾ ਜੀ ਕਿ ਵੀ ਇਹ ਕੁਆਲਿਟੀ ਆਫ ਲਾਈਫ ਤੇ ਬਹੁਤ ਵੱਡਾ ਇੰਪੈਕਟ ਆ ਜੇ ਇਹ ਡੈਂਟਲ ਕੇਅਰ ਦਾ ਜਿਹੜਾ ਜੀ ਠੀਕ ਪ੍ਰੋਗਰਾਮ ਇਹ ਨਹੀਂ ਚੱਲ ਪਾ ਰਿਹਾ ਓਨਟਾਰੀਓ ਦੇ ਵਿੱਚ। ਸੋ ਇਹ ਪਿੱਛੇ ਸਾਨੂੰ ਕੁਝ MPPs ਨੇ ਦੱਸਿਆ ਸੀਗਾ, ਬਰੈਂਪਟਨ ਵੈਸਟ ਤੋਂ ਵੀ, ਬਰੈਂਪਟਨ ਸਾਊਥ ਤੋਂ ਵੀ, ਕਿ ਵੀ ਉਹ ਕੋਸ਼ਿਸ਼ ਕਰ ਰਿਹਾ ਜੀ ਵੀ ਇੱਥੇ ਕਲੀਨਿਕ ਜਿਹੜੇ ਘਾਟ ਹੈਗੇ ਆ ਵੀ ਉਹਨਾਂ ਨੂੰ ਅਸੀਂ ਥੋੜਾ ਉਹਨਾਂ ਦੇ ਨੰਬਰਸ ਵਧਾ ਸਕੀਏ, ਹਾਂਜੀ, ਤਾਂ ਕਿ ਵੀ ਜਿਹੜਾ ਉੱਥੇ ਅਪਾਇੰਟਮੈਂਟ ਜਿਹੜੀ ਆ ਉਹ ਈਜ਼ੀਲੀ ਸੀਨੀਅਰਸ ਨੂੰ ਮਿਲ ਸਕੇ। ਪਰ ਫਿਰ ਵੀ ਜੇ ਇਸ ਸਿਲਸਿਲੇ ਦੇ ਵਿੱਚ ਜਿੱਥੇ ਕਿਤੇ ਵੀ ਸੀਨੀਅਰਸ ਨੂੰ ਆਪਣੀ ਮੁਸ਼ਕਲ ਪੇਸ਼ ਆ ਰਹੀ ਆ, ਹਾਂਜੀ, ਜ਼ਰੂਰ ਆਪਣੇ MP ਦੇ ਨਹੀਂ ਜੀ MPP ਦੇ ਹਾਂਜੀ, ਆਪਣੇ ਕਹ ਲਓ ਵੀ ਜਿਹੜਾ ਪ੍ਰੋਵਿੰਸ਼ੀਅਲ ਪਾਰਲੀਮੈਂਟ ਦਾ ਮੈਂਬਰ ਹੈ ਤੁਹਾਡਾ MLA, ਹਾਂਜੀ, ਉਸ ਦੇ ਦਫ਼ਤਰ ਦੇ ਨਾਲ ਕੰਟੈਕਟ ਕਰਕੇ ਤੁਸੀਂ ਫਰਦਰ ਡਿਟੇਲ ਵੀ ਲੈ ਸਕਦੇ ਆ। ਠੀਕ ਹੈ ਜੀ। ਹੋ ਸਕਦਾ ਅਪਾਇੰਟਮੈਂਟ ਬਣਾਉਣ ਦੇ ਵਿੱਚ ਤੁਹਾਡੀ ਉਹ ਸਹਾਇਤਾ ਵੀ ਕਰ ਸਕਣ, ਕਿਉਂਕਿ ਇਹ ਪ੍ਰੋਗਰਾਮ ਪ੍ਰੋਵਿੰਸ਼ੀਅਲ ਹੈ। ਹਾਂਜੀ, ਹਾਂਜੀ, ਮੈਨੂੰ ਕਈ ਸੀਨੀਅਰਸ ਨੇ ਸਵਾਲ ਕੀਤਾ ਸੀ ਜੀ, ਜੀ ਤੇ ਅੱਜ ਜੌਲ ਸਾਹਿਬ ਨੇ ਤੁਹਾਨੂੰ ਬਹੁਤ ਚੰਗੇ ਢੰਗ ਨਾਲ ਇਹਦਾ ਜਵਾਬ ਦੇ ਦਿੱਤਾ ਹੈ ਜੀ। ਔਰ ਬਸ ਇੱਕ ਸਵਾਲ ਹੋਰ ਹੈ ਜੀ, ਜੇ ਇਜਾਜ਼ਤ ਹੋਵੇ ਜੀ ਜਨਾਬ ਦੀ, ਜੀ ਜੀ ਕਿ ਇਹ ਵੀ ਇੱਕ ਇਸ ਤਰ੍ਹਾਂ ਦਾ ਵਿਸ਼ਾ ਆ ਔਰ ਇਸ ਤਰ੍ਹਾਂ ਦੀ ਇਹ ਪ੍ਰੋਬਲਮ ਆ ਜਿਹੜੀ ਕਿ ਹਰ ਰੋਜ਼ ਸਾਨੂੰ ਦਰਪੇਸ਼ ਹੋ ਰਹੀ ਹੈ। ਜੀ ਇਹ ਪਿਛਲੇ ਕੁਛ ਕੁ ਦਿਨਾਂ ਦੇ ਵਿੱਚ ਮਤਲਬ ਇਹ ਦੇਖਣ ਵਿੱਚ ਆਇਆ ਕਿ ਸਾਡੇ ਬਰੈਂਪਟਨ ਦੇ ਵਿੱਚ ਪੀਲ ਰੀਜਨ 'ਚ ਕਹਿ ਲਓ, ਮਿਸਿਸਾਗਾ, ਕੈਲੀਡੋਨ, ਈਵਨ ਬਰੈਂਪਟਨ, ਕਾਰਾਂ ਦੀਆਂ ਜਿਹੜੀਆਂ ਨਾ ਉਹਨਾਂ ਦੀ ਚੋਰੀ ਬਹੁਤ ਹੋ ਰਹੀ। ਜੀ ਪਿੱਛੇ ਵੀ ਅਸੀਂ ਦੇਖ ਰਹੇ ਸੀ ਜੀ ਪਲਨ ਜੀ, ਬਹੁਤ ਇਹ ਵੈਸੇ ਦੁੱਖ ਦੀ ਰਾਗ ਹੈ। ਹਾਂਜੀ, ਇਹਦੇ ਵਿੱਚ ਕਹਿ ਲਓ ਵੀ ਸੈਂਕੜੇ ਨਹੀਂ ਹਜ਼ਾਰਾਂ ਜਿਹੜੇ ਲੋਕ ਆ ਉਹ ਪ੍ਰਭਾਵਿਤ ਆ। ਹਾਂਜੀ, ਹੁਣ ਆਪਾਂ ਦੇਖ ਰਹੇ ਸੀ ਵੀ 31 ਜੁਲਾਈ ਤੱਕ ਕਹਿੰਦੇ ਜੀ ਟੋਰੰਟੋ ਦੇ ਵਿੱਚ ਤੇ 5000 ਤੋਂ ਜ਼ਿਆਦਾ ਵਹੀਕਲ ਐਗਜ਼ੈਕਟਲੀ ਪਿਛਲੇ 241 ਦਿਨਾਂ ਵਿੱਚ ਮੈਂ ਉਹ ਡਾਟਾ 600 ਦੇਖ ਰਿਹਾ ਸੀ ਕਿ 5000 ਤੋਂ ਵੀ ਜ਼ਿਆਦਾ ਹੈ। 5000 ਤੋਂ ਵੀ ਟੱਪ ਗਏ। ਹਾਂਜੀ, ਅੱਛਾ, ਉਹੀ ਨੰਬਰ ਜਿਹੜਾ ਆਇਡੈਂਟੀਕਲ ਉਹ ਮਤਲਬ ਪੀਲ ਰੀਜਨ ਸਾਡੇ ਬਰੈਂਪਟਨ ਤੇ ਮਿਸਿਸਾਗਾ ਦੇ ਵਿੱਚ ਵੀ ਹੈ। ਹਾਂਜੀ, ਫਿਰ ਆਪਾਂ ਦੇਖਿਆ ਸੀਗਾ ਵੀ ਜਾਣੀ ਕਿ ਪਿਛਲੇ 31 ਦਿਨ ਸੀਗੇ ਜਿਹੜੇ ਇਹ ਜੁਲਾਈ ਤੇ ਅਗਸਤ ਦੇ, ਹਾਂਜੀ, ਜਾਣੀ ਕਹਿ ਲਓ ਵੀ 26 ਅਗਸਤ ਤੱਕ ਹਾਂਜੀ, 606 ਕਾਰਾਂ 31 ਦਿਨਾਂ 'ਚ ਚੋਰੀ ਹੋ ਗਈਆਂ ਸਾਡੇ ਹਾਂਜੀ, ਬਰੈਂਪਟਨ ਤੇ ਮਿਸਿਸਾਗਾ ਹਾਂਜੀ। ਦੋ ਸ਼ਹਿਰਾਂ ਦੇ ਵਿੱਚ, ਹੈ ਨਾ। ਸੋ ਇਸ ਕਰਕੇ ਇਹ ਬਹੁਤ ਵੱਡੀ ਤਰਾਸਦੀ ਹੈ ਜੀ। ਇਹਦੇ ਵਿੱਚ ਹੁਣ ਕਈ ਵਾਰੀ ਉਹ ਫੈਡਰਲ ਗਵਰਨਮੈਂਟ ਦਾ ਕਸੂਰ ਕੱਢ ਦਿੰਦੇ ਆ, ਜਿਹੜੇ ਹਾਂਜੀ। ਪ੍ਰੋਵਿੰਸ਼ੀਅਲ MPP ਆ, ਜਿਹੜੇ ਜਦੋਂ ਫੈਡਰਲ MP ਨਾਲ ਗੱਲ ਕਰਨ ਜਾਓ ਉਹ ਫਿਰ ਪ੍ਰੋਵਿੰਸ਼ੀਅਲ ਨੂੰ ਕਹਿ ਦਿੰਦੇ ਆ ਜੀ ਵੀ ਹਾਂਜੀ। ਇਹਦੇ ਸਾਨੂੰ ਹੋਰ ਰਿਸੋਰਸਸ ਦੀ ਲੋੜ ਆ ਜੀ, ਹੋਰ ਪੁਲਿਸਾਂ ਦੀ ਲੋੜ ਹੈ ਜੀ। ਹਾਂਜੀ, ਹਾਂਜੀ, ਉਧਰ ਪੁਲਿਸਾਂ ਦੀ ਆਪਣੀ ਵੱਖਰੀ ਵੱਸ ਹੋਈ ਪਈ ਹੈ, ਤੇ ਪੁਲਿਸ ਨੂੰ ਜਦੋਂ ਲੋਕ ਫੋਨ ਕਰਦੇ ਆ ਤੇ ਉਹ ਕਹਿੰਦੇ ਜੀ ਵੀ ਅਸੀਂ ਤਾਂ ਬਿਜ਼ੀ ਬਹੁਤ ਆ, ਅਸੀਂ ਤੇ ਆ ਹੀ ਨਹੀਂ ਰਹੇ ਆ। ਹਾਂਜੀ, ਉਹ ਕਈ ਦਿਨ ਆਉਂਦੇ ਹੀ ਨਹੀਂ ਪਈ। ਚੋਰੀ ਕੋਈ ਏਡੀ ਵੱਡੀ ਗੱਲ ਨਹੀਂ ਹੈ। ਹਾਂਜੀ, ਇਸ ਕਰਕੇ ਕਾਰ ਦੀ ਚੋਰੀ ਕੋਈ ਇੰਨੀ ਵੱਡੀ ਗੱਲ ਪੁਲਿਸ ਲਈ ਨਹੀਂ ਸਮਝੀ ਜਾਂਦੀ। ਕਾਰ ਦੀ ਚੋਰੀ ਨਹੀਂ, ਜੇ ਘਰ ਵਿੱਚ ਵੀ ਚੋਰ ਆ ਵੜੇ ਤੇ ਤਾਂ ਵੀ ਨਹੀਂ ਉਹ ਆਉਂਦੇ ਜੀ ਹਾਂਜੀ, ਵੀ ਇਹਨਾਂ ਨੂੰ ਲੈ ਜਾਣ ਦਿਓ ਜੋ ਲਿਜਾ ਰਹੇ। ਅਜਿਹੇ ਵਿੱਚ ਫਿਰ ਜਾਣੀ ਚੋਰਾਂ ਦੀਆਂ ਮੌਜਾਂ, ਹਨਾ। ਹਾਂਜੀ, ਤੇ ਚੋਰਾਂ ਦੀ ਜਿਹੜੀ ਉਹ ਪੂਰੀ ਬੱਲੇ ਬੱਲੇ ਹੈ। ਪਰ ਇਹ ਅਸੀਂ ਹੋਪਫੁਲੀ ਜੀ ਵੀ ਵੈਸੇ
ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਇਹ ਵਹੀਕਲ ਥੈਫਟਸ ਦੇ ਜਿਹੜੇ ਨੰਬਰਸ ਆ ਪਲਨ ਜੀ ਵੀ ਆਪਣੇ ਏਰੀਆ ਦੇ ਵਿੱਚ ਪੀਲ ਦੇ ਵਿੱਚ ਥੋੜੇ ਡਾਊਨ ਗਏ ਆ ਹਾਂਜੀ ਤੇ ਹੋਪਫੁਲੀ ਇਹ ਹੋਰ ਡਾਊਨ ਜਾਣਗੇ ਕਿਉਂਕਿ ਕਾਫੀ ਸਾਰੇ ਜਿਹੜੇ ਚੋਰਾਂ ਦੇ ਗਰੋਹ ਆ ਪੁਲਿਸ ਨੂੰ ਬੇਨਕਾਬ ਕਰਨ ਦੇ ਵਿੱਚ ਮਦਦ ਵੀ ਮਿਲੀ ਹੈ। ਹਾਂਜੀ ਪਰ ਇਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਉਹਦੇ ਵਿੱਚ ਭਾਰਤੀ ਮੂਲ ਦੇ ਸਾਡੇ ਪੰਜਾਬੀ ਮੂਲ ਦੇ ਵੱਡੀ ਤਾਦਾਦ ਦੇ ਵਿੱਚ ਚੋਰ ਆ ਜਿਹੜੇ ਹਾਂਜੀ ਵਾਪਰਦੇ ਹਾਂਜੀ ਨੇ ਨਾ। ਮੈਂ ਪੜ੍ਹ ਰਿਹਾ ਸੀ ਜੀ ਹੈ ਨਾ? ਅਖਬਾਰ 'ਚ, ਇਹ ਹਾਂਜੀ ਬਹੁਤ ਦੁੱਖ ਦੀ ਗੱਲ ਹੈ। ਹਾਂਜੀ। ਸੋ ਆਪਾਂ ਐਡੀ ਦੂਰ ਚੱਲ ਨਾਟ ਕੇ- ਓਨਲੀ ਮੈਨ ਈਵਨ ਵਿਮਨ। ਹਾਂਜੀ। ਚੋਰ ਤੇ ਚੋਰਨੀਆਂ ਹਾਂਜੀ ਸੋ ਆਪਾਂ ਇਹਨਾਂ ਕੰਮਾਂ ਨੂੰ ਵੈਸੇ ਨਹੀਂ ਆਏ ਹਨਾ। ਹਾਂਜੀ, ਐਡੀ ਦੂਰ ਹਾਂਜੀ, ਚੱਲ ਕੇ। ਹਾਂਜੀ। ਹੁਣ ਕਿਹਦੀਆਂ ਪੰਜਾਬ ਦੇ ਵਿੱਚ ਅਰਦਾਸਾਂ ਸੀ ਵੀ ਉੱਥੇ ਜਾ ਕਾਰਾਂ ਚੋਰੀ ਕਰਨੀਆਂ ਹਾਂਜੀ ਸੋ ਥੋੜਾ ਜਿਹਾ ਅਸੀਂ ਇਹ ਕੋਸ਼ਿਸ਼ ਕਰੀਏ ਵੀ ਆਪਾਂ ਜਿੱਥੋਂ ਚੱਲਦੇ ਆ ਕਿਹੜੇ ਕੰਮ ਚੱਲਦੇ ਆ ਤੇ ਜੇ ਆਪਾਂ ਉਹ ਕੰਮ ਕਰਨਾ ਜਾਰੀ ਰੱਖੀਏ ਤਾਂ ਚੰਗੀ ਗੱਲ ਹੈ। ਹਾਂਜੀ ਤੇ ਹਾਂਜੀ। ਬਾਕੀ ਇਹ ਹੈ ਜੀ ਵੀ ਇਹਦੇ ਨਾਲ ਕਮਿਊਨਿਟੀ ਵੀ ਬਦਨਾਮ ਹੁੰਦੀ ਹੈ ਜੀ, ਤੇ ਵੈਸੇ ਆਪਣੇ ਪੱਲੇ ਵੀ ਕੱਖ ਨਹੀਂ ਰਹਿੰਦਾ ਜੀ। ਹਾਂਜੀ, ਜਿਹੜਾ ਹਾਂਜੀ। ਵਿਅਕਤੀ ਗੱਡੀ ਚੋਰੀ ਕਰਦੇ ਫੜਿਆ ਗਿਆ ਹਾਂਜੀ ਹਾਂਜੀ ਸਾਰੀ ਉਮਰ ਦੇ ਲਈ ਉਹ ਕੰਪਿਊਟਰ ਦੇ ਵਿੱਚ ਐਸਾ ਉਹਦਾ ਰੈਕੋਰਡ ਬਣਿਆ ਹਾਂਜੀ ਕਿ ਬਹੁਤ ਸਾਰੀਆਂ ਜਿਹੜੀਆਂ ਵੀ ਆਪਰਚੁਨਿਟੀਜ਼ ਹੋਣ ਦੇ ਬਾਵਜੂਦ ਵੀ ਉਹ ਅਵੇਲ ਨਹੀਂ ਕਰ ਸਕਦੇ ਜਾਂ ਕਰ ਹਾਂਜੀ। ਸਕਦੀਆਂ ਕਿਉਂਕਿ ਰੈਕੋਰਡ ਕ੍ਰਿਮੀਨਲ ਆ। ਬਿਲਕੁਲ ਸੋ ਤਦ ਕਰਕੇ ਇਹ ਹੈ ਜੀ ਵੀ ਇਸ ਮੁਲਕ ਦੇ ਵਿੱਚ ਜੇ ਇੱਕ ਜਿਹੜਾ ਰੈਕੋਰਡ ਆ ਨਾ ਕਲੀਨ ਉਹ ਤੁਹਾਡਾ ਗਹਿਣਾ ਆ। ਬਿਲਕੁਲ ਸਹੀ ਹੈ। ਜਿਸ ਤਰ੍ਹਾਂ ਕੜੀ ਗਹਿਣੇ ਬਾਕੀ ਤੁਹਾਡੇ ਸੋਨਾ ਉਹ ਕੱਲਾ ਗਹਿਣਾ ਉਹੀ ਨਹੀਂ ਹੈ। ਹਾਂਜੀ ਇੱਥੇ ਡਰਾਈਵਿੰਗ ਲਾਇਸੈਂਸ ਬਚਾ ਕੇ ਰੱਖੋ ਉਹ ਵੀ ਗਹਿਣਾ ਹੈ ਨਾ। ਹਾਂਜੀ ਇੱਥੇ ਤੁਸੀਂ ਆਪਣਾ ਜਿਹੜਾ ਰੈਕੋਰਡ ਕ੍ਰਿਮੀਨਲ ਇਹਨੂੰ ਐਨ ਕਲੀਨ ਰੱਖੋ ਇਹ ਵੀ ਇੱਕ ਗਹਿਣਾ ਆ। ਸਹੀ ਗੱਲ। ਜਿੱਥੇ ਕਿਤੇ ਜਾਓ ਤੁਹਾਨੂੰ ਮਤਲਬ ਆਵਾਜ਼ਾਂ ਮਾਰਨਗੇ ਤੁਹਾਡੀਆਂ ਆਪਰਚੁਨਿਟੀਜ਼ ਨਹੀਂ ਤਾਂ ਅਦਰਵਾਈਜ਼ ਤੁਹਾਡੇ ਵਿੱਚ ਜਿੰਨੀ ਮਰਜ਼ੀ ਸਮਰੱਥਾ ਜਿੰਨੀ ਵੱਡੀ ਮਰਜ਼ੀ ਸਕਿੱਲ ਹੈ ਪਰ ਜੇ ਤੁਹਾਡਾ ਰੈਕੋਰਡ ਨਹੀਂ ਕਲੀਨ ਹਾਂਜੀ ਹੈ ਨਾ ਤੁਹਾਡੇ ਡਰਾਈਵਿੰਗ ਰੈਕੋਰਡ ਤੇ ਜਿਹੜਾ ਚ ਵੀ ਕਾਫੀ ਸਾਰੇ ਹਰਫ ਨੇ ਤੇ ਉਹ ਤੁਸੀਂ ਨਹੀਂ ਅੱਗੇ ਵੱਧ ਸਕਦੇ। ਹਾਂਜੀ ਸੋ ਇਸ ਕਰਕੇ ਕੁੱਲ ਮਿਲਾ ਕੇ ਜਾਣੀ ਇਹ ਜ਼ਿੰਦਗੀ ਜੇ ਸ਼ਰਾਫਤ ਨਾਲ ਇਸ ਮੁਲਕ ਦੇ ਵਿੱਚ ਆ ਕੇ ਕਿਸੇ ਨੇ ਉਹਦੀ ਫਾਊਂਡੇਸ਼ਨ ਸਹੀ ਰੱਖ ਲਈ ਹਾਂਜੀ ਸਕਾਈ ਇਜ਼ ਲਿਮਿਟ ਅਗੇਨ। ਬਿਲਕੁਲ ਸਹੀ ਹੈ ਜੀ। ਪਰ ਇਹ ਲੋਕ ਇਸ ਤਰ੍ਹਾਂ ਕਰਦੇ ਨੇ ਜਿਹੜੇ ਕਰਦੇ ਵੀ ਆ ਉਹਨਾਂ ਨੂੰ ਇੰਨਾ ਸਰੋਕਾਰ ਨਹੀਂ ਹੁੰਦਾ ਵੀ ਡਰਾਈਵਿੰਗ ਲਾਇਸੈਂਸ ਤੇ ਕੋਈ ਡੀਮੈਰਿਟ ਪੁਆਇੰਟ ਆ ਜਾਣਾ ਜੀ। ਉਹਨਾਂ ਨੂੰ। ਤਾਂ ਫਿਰ ਉਹੀ ਗੱਲ ਆ ਜਾਂਦੀ ਜਿਹੜੀ ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਉਹ ਕਹਿ ਦਿੰਦੇ ਆ ਕਾਰਡਿੰਗ ਹੋ ਰਹੀ ਹੈ ਜੀ, ਇੱਕ ਪ੍ਰੈਜੂਡਿਸਿਸ ਹੈਗੇ ਆ ਜੀ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਜੀ, ਤਾਂ ਸਾਡਾ ਜਿਹੜਾ ਆ ਉਹ ਨਾਮ ਲਿਆ ਜਾ ਰਿਹਾ। ਪਰ ਹੁਣ ਆਪਾਂ ਵੀ ਇੱਥੇ ਹਾਂਜੀ। ਹੀ ਆ ਪੱਲਨ ਜੀ ਸਾਨੂੰ ਕਦੇ ਕਿਸੇ ਪੁਲਿਸ ਨੇ ਨਹੀਂ ਰੋਕਿਆ। ਹਾਂਜੀ ਉਹੀ ਤਾਂ ਸਾਨੂੰ ਗੱਲ ਕਦੇ ਉਹਨਾਂ ਨੇ ਟਿਕਟ ਨਹੀਂ ਦਿੱਤੀ। ਹਾਂਜੀ ਹਾਂਜੀ ਅੱਛਾ ਬੜਾ ਵਧੀਆ ਜਦੋਂ ਵੀ ਕਿਤੇ ਗੱਲ ਹੋਵੇ ਸਤਿਕਾਰ ਨਾਲ ਹੀ ਉਹ ਪੇਸ਼ ਆਉਂਦੇ ਆ। ਹਾਂਜੀ ਹਾਂਜੀ ਅਸੀਂ ਉਹਨਾਂ ਨੂੰ ਕਦੀ ਦੱਸਿਆ ਥੋੜਾ ਵੀ ਅਸੀਂ ਕੌਣ ਆ ਵੀ ਸਾਡੇ ਨਾਲ ਲਿਹਾਜ਼ ਕਰੋ। ਬਿਲਕੁਲ ਜੀ ਸੋ ਬਿਲਕੁਲ। ਇਸ ਕਰਕੇ ਇਹ ਸਾਰਾ ਕੁਝ ਥੋੜਾ ਜਿਹਾ ਬਿਹੇਵੀਅਰ ਤੇ ਵੀ ਡਿਪੈਂਡ ਕਰੇਗਾ ਹਾਂਜੀ ਆਪਣੇ ਕੰਡਕਟ ਤੇ ਵੀ ਡਿਪੈਂਡ ਕਰੇਗਾ। ਕੈਨੇਡਾ ਨੰਬਰ 1 ਹੈ ਤੇ ਉਹਦੇ ਵਿੱਚ ਫਿਰ ਨੰਬਰ 1 ਪੁਲਿਸ ਵੀ ਤੇ ਹੈ ਹੀ ਆ ਨਾ। ਹਾਂਜੀ ਹਾਂਜੀ ਸੋ ਇਹ ਪੁਲਿਸ ਜਿਹੜੀ ਆ ਜੀ ਵੀ ਜੇ ਇਸ ਮੁਲਕ ਦੀ ਸਾਨੂੰ ਰਾਸ ਨਹੀਂ ਆਈ ਹਾਂਜੀ ਤੇ ਫਿਰ ਧਰਤੀ ਤੇ ਝਾਤੀ ਮਾਰ ਲਓ ਕਿਹੜੇ ਮੁਲਕ ਦੀ ਪੁਲਿਸ ਨੂੰ ਹਾਂਜੀ। ਰਾਸ ਹੋਣੀ ਹੈ। ਅਸੀਂ ਜਿਹੜੀ ਪੁਲਿਸ ਛੱਡ ਕੇ ਆਏ ਆ ਉਹਦਾ ਵੀ ਸਾਨੂੰ ਪੂਰਾ ਗਿਆਨ ਆ। ਉੱਥੇ ਅਸੀਂ ਕਹਿੰਦੇ ਸੀ ਵੀ ਉਹ ਨਹੀਂ ਠੀਕ ਹੈ। ਹੁਣ ਪਿਛਲੇ ਦਿਨੀ ਇੱਥੇ ਇੱਕ ਬੀਬੀ ਦੇ ਨਾਲ ਫਰਾਡ ਹੋ ਗਿਆ। ਹਾਂਜੀ ਉਹਨਾਂ ਦਾ ਫੋਨ ਆਇਆ ਵੀ ਜੇ ਮੈਂ ਪੰਜਾਬ 'ਚ ਹੁੰਦੀ ਤਾਂ ਪੁਲਿਸ ਨੇ ਹੁਣ ਤੱਕ ਮੈਨੂੰ ਦਵਾ ਦੇਣੀ ਸੀ ਮੇਰੇ ਪੈਸੇ ਵਾਪਸ। ਹਾਂਜੀ ਮਤਲਬ ਕੈਨੇਡਾ 'ਚ ਆ ਕੇ ਉਹਨੂੰ ਲੱਗਦਾ ਵੀ ਪੰਜਾਬ ਦੀ ਪੁਲਿਸ ਵਧੀਆ ਕੰਮ ਕਰਦੀ ਹਾਂਜੀ ਹੈ ਹਾਂਜੀ ਇੱਥੇ ਦੀ ਪੁਲਿਸ ਮਾੜੀ ਆ। ਹਾਂਜੀ ਹੁਣ ਪੰਜਾਬ ਦੇ ਵਿੱਚ ਜਦੋਂ ਦਾ ਆਪਾਂ ਬੈਠੇ ਸੀ ਹਾਂਜੀ ਉੱਥੇ ਆਪਾਂ ਪੁਲਿਸ ਨੂੰ ਵੀ ਮਾੜਾ ਕਹਿੰਦੇ ਸੀ ਹਾਂਜੀ ਤੇ ਕੈਨੇਡਾ ਦੇ ਆਪਾਂ ਸੁਪਨੇ ਲੈਂਦੇ ਸੀ। ਬਿਲਕੁਲ ਸੋ ਜੀ ਇਸ ਕਰਕੇ ਜਿਹੜੀ ਬਿਲਕੁਲ। ਧਾਮਣਾ ਕਈ ਵਾਰੀ ਜ਼ਿੰਦਗੀ ਸਾਡੀ ਨਹੀਂ ਖਤਮ ਹੁੰਦੀ ਜੀ। ਹਾਂਜੀ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੌਲ ਸਾਹਿਬ, ਤੁਸੀਂ ਸਮਾਂ ਆਪਣਾ ਕੀਮਤੀ ਸਾਨੂੰ ਦਿੱਤਾ ਔਰ ਬਹੁਤ ਹੀ ਵਧੀਆ ਵਧੀਆ ਤੁਹਾਡੇ ਵਿਚਾਰ ਆ ਔਰ ਇਹ ਐਨ ਪੱਕਾ ਲੱਗਦਾ ਕਿ ਜਿਹੜੀ ਤੁਹਾਡੀ ਜ਼ਿੰਦਾ ਜ਼ਮੀਰ ਆ ਹਾਂਜੀ ਕਿ ਜੋ ਤੁਸੀਂ ਕਹਿ ਰਹੇ ਆ ਉਹ ਸਿਰਫ ਸ਼ਬਦ ਹੀ ਨਹੀਂ ਹੁੰਦੇ। ਕਿ ਮੈਂ ਦੇਖ ਰਿਹਾ ਸੀ ਕਿ ਮੈਂ ਓਬਜ਼ਰਵ ਕਰ ਰਿਹਾ ਸੀ ਵੈਰੀ ਕਲੋਜ਼ਲੀ ਜੋ ਤੁਸੀਂ ਗੱਲ ਕਰ ਰਹੇ ਸੀ ਤੇ ਯੂ ਆਰ ਸਪੀਕਿੰਗ ਫਰੋਮ ਯੂਰ ਹਾਰਟ, ਹਾਂਜੀ ਬਿਲਕੁਲ ਸਟੇਟ ਫਰੋਮ ਯੂਰ ਹਾਰਟ। ਬਿਲਕੁਲ ਤੇ ਇਹ ਗੱਲ ਬਹੁਤ ਹੀ ਇੱਕ ਸਾਰਥਕ ਵੀ ਆ, ਵਧੀਆ ਵੀ ਆ ਔਰ ਜਿਹੜੇ ਤੁਹਾਡੇ ਵਿਚਾਰ ਆ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਭ ਨੂੰ। ਬੜੇ ਵਧੀਆ ਵਿਚਾਰਾਂ ਦਾ ਪ੍ਰਗਟਾਵਾ ਤੁਸੀਂ ਕੀਤਾ। ਅਖੀਰ ਵਿੱਚ ਮੈਂ ਫਿਰ ਉਹੀ ਗੱਲ ਲਿੰਕ ਜੋੜਨ ਦੇ ਲਈ ਅਗਰ ਤੁਹਾਨੂੰ ਪੁੱਛ ਸਕਾਂ ਹਾਂਜੀ ਕਿ ਹੁਣ ਸੈਪਟੰਬਰ ਦੀ ਫਸਟ ਅੱਜ ਹੋ ਗਈ ਹੈ 1 ਸੈਪਟੰਬਰ ਤੇ ਸਕੂਲ ਖੁੱਲ੍ਹਣ ਜਾ ਰਿਹਾ ਹੈ ਜੀ ਆਫਟਰ ਏ ਵੀਕ ਔਰ ਸੋ। ਤੇ ਕਿਹੜੀਆਂ ਟਿਪਸ ਆ ਤਾਂ ਕਿ ਲੋਕ ਜਿਹੜੀਆਂ ਉਹ ਸਟੂਡੈਂਟਸ ਵੀ ਔਰ ਪੇਰੈਂਟਸ ਵੀ ਉਹ ਆਪਣੇ ਜ਼ਹਿਨ ਨਸ਼ੀਨ ਕਰ ਸਕਣ ਕਿ ਕਿਹੜੀਆਂ ਟਿਪਸ ਤੁਸੀਂ ਦੇਣਾ ਚਾਹੋਗੇ ਅਖੀਰ 'ਚ? ਦੇਖੋ ਜੀ ਵੀ ਸਕੂਲ ਹੁਣ ਖੁੱਲ੍ਹ ਜਾਣੇ ਆ ਤੇ ਫਿਰ ਜਿਹੜੀਆਂ ਟ੍ਰੈਡੀਸ਼ਨਲ ਟਿਪਸ ਤਾਂ ਸਾਰਿਆਂ ਨੂੰ ਪਤਾ ਵੀ ਅਸੀਂ ਬੈਗ ਸਮਾਨ ਲੈ ਆਈਏ ਜੀ, ਸ਼ੂਜ਼ ਲੈ ਆਈਏ ਜੀ, ਕੱਪੜੇ ਪੂਰੇ ਕਰ ਲਈਏ ਜੀ, ਉਹ ਤੇ ਗੱਲਾਂ ਹਰ ਸਾਲ ਹੀ ਹੁੰਦੀਆਂ। ਹਾਂਜੀ ਪਰ ਅਸੀਂ ਇਸ ਸਾਲ ਕੁਝ ਨਵਾਂ ਕਰਾਉਣਾ ਚਾਹੁੰਦੇ ਆ ਤੇ ਕਰਨਾ ਚਾਹੁੰਦੇ ਆ। ਨਵੀਆਂ ਦੋ ਹੀ ਗੱਲਾਂ ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤੀਆਂ। ਅਸੀਂ ਚਾਹੁੰਦੇ ਆ ਕਿ ਤੁਸੀਂ ਜਿਸ ਦਿਨ ਹੁਣ ਸਕੂਲ ਖੁੱਲ੍ਹਣ ਇੱਕ ਪਾਇਲਟ ਪ੍ਰੋਜੈਕਟ ਹੀ ਭਾਵੇਂ ਸਮਝ ਲਓ, ਆਪਾਂ ਕੋਸ਼ਿਸ਼ ਤੇ ਕਰਕੇ ਦੇਖ ਲਈਏ ਵੀ ਤੁਸੀਂ ਉਸ ਦਿਨ ਬੱਚੇ ਨੂੰ ਸਕੂਲੇ ਫੋਨ ਦੇ ਕੇ ਨਹੀਂ ਭੇਜਣਾ, ਬਿਲਕੁਲ ਸਹੀ। ਬਿਨਾਂ ਫੋਨ ਤੋਂ ਭੇਜਣਾ। ਹਾਂਜੀ ਤੁਸੀਂ ਉਸ ਦਿਨ ਬੱਚੇ ਨੂੰ ਘਰੋਂ ਕੈਸ਼ ਨਹੀਂ ਦੇਣਾ ਲੰਚ ਖਰੀਦਣ ਵਾਸਤੇ, ਲੰਚ ਦੇ ਕੇ ਭੇਜਣਾ। ਸਕੂਲ ਦੇ ਵਿੱਚ ਲੰਚ ਕਰਨ ਦੀ ਕੋਈ ਘਾਟ ਨਹੀਂ। ਬੱਚੇ ਸਕੂਲ ਤੋਂ ਬਾਹਰ ਇਸ ਕਰਕੇ ਨਹੀਂ ਜਾਂਦੇ ਵੀ ਉਹਨਾਂ ਕੋਲ ਲੰਚ ਕਰਨ ਦੀ ਸਕੂਲ 'ਚ ਜਗ੍ਹਾ ਨਹੀਂ ਸੀ, ਹਾਂਜੀ ਇਸ ਕਰਕੇ ਜਾਂਦੇ ਕਿਉਂਕਿ ਉਹਨਾਂ ਕੋਲ ਲੰਚ ਨਹੀਂ ਸੀ। ਸੋ ਇਸ ਸਹੀ। ਕਰਕੇ ਘਰੋਂ ਲੰਚ ਦੇ ਕੇ ਭੇਜਣਾ, ਹਾਂਜੀ ਕੈਸ਼ ਨਹੀਂ ਦੇਣਾ। ਪੇਰੈਂਟਸ ਨੇ ਆਪਣਾ ਬੈਂਕ ਕਾਰਡ ਨਹੀਂ ਦੇਣਾ, ਕ੍ਰੈਡਿਟ ਡੈਬਿਟ ਉਹਦੀ ਬੱਚਿਆਂ ਨੂੰ ਸਕੂਲਾਂ 'ਚ ਕੋਈ ਲੋੜ ਨਹੀਂ। ਹਾਂਜੀ ਸੈੱਲ ਫੋਨ ਨਹੀਂ ਦੇਣਾ, ਉਹਦੀ ਉੱਥੇ ਕੋਈ ਲੋੜ ਨਹੀਂ। ਹਾਂਜੀ ਤੁਸੀਂ ਦੇਖਿਓ ਜੇ 5 ਸਤੰਬਰ ਨੂੰ ਆਪਾਂ ਇਹ ਨਵੀਂ ਸ਼ੁਰੂਆਤ ਕਰ ਗਏ
ਬਹੁਤ ਜਲਦੀ ਇੱਕ ਪੋਜ਼ਿਟਿਵ ਚੇਂਜ ਆਪਾਂ ਸਕੂਲਾਂ ਦੇ ਮਾਹੌਲ ਦੇ ਵਿੱਚ ਦੇਖਾਂਗੇ। ਠੀਕ ਇਸ ਹੈ। ਕਰਕੇ ਇਹ ਸਹਿਯੋਗ ਕਰਨ ਦੀ ਅਸੀਂ ਭੈਣ ਭਰਾਵਾਂ ਨੂੰ ਅਪੀਲ ਕਰ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ ਜੌਲ ਸਾਹਿਬ, ਸਤਿ ਸ਼੍ਰੀ ਤੁਹਾਡੇ ਅਕਾਲ। ਸਮੇਂ ਦਾ ਔਰ ਤੁਹਾਡੇ ਵਿਚਾਰਾਂ ਦਾ। ਥੈਂਕ ਯੂ ਜੀ ਪਲਨ ਸਾਹਿਬ, ਸਾਰੇ ਦਰਸ਼ਕਾਂ ਨੂੰ ਥੈਂਕ ਯੂ ਸਾਡੇ ਸਰ, ਨਮਸਕਾਰ। ਥੈਂਕ ਯੂ।